हाँ जी दोस्तों, मीडिया प्रवास ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿੰਨੇ ਵੀ ਦੋਸਤ ਜ਼ੂਮ ਰਾਹੀਂ ਸਾਡੇ ਨਾਲ ਜੁੜੇ ਨੇ ਤੇ ਜਿੰਨੇ ਦੋਸਤ ਹੌਲੀ-ਹੌਲੀ ਫੇਸਬੁੱਕ ਦੇ ਉੱਤੇ ਲਾਈਵ ਪ੍ਰੋਗਰਾਮ ਹੋ ਚੁੱਕਿਆ ਉਹਦੇ ਨਾਲ ਜੁੜਨਗੇ। ਤੁਹਾਡਾ ਸਾਰੇ ਦੋਸਤਾਂ ਦਾ ਮੀਡੀਆ ਪ੍ਰਵਾਸ ਵੱਲੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਦੋਸਤੋ, ਅੱਜ ਦਾ ਦੌਰ ਸੰਘਰਸ਼ਾਂ ਦਾ ਦੌਰ ਹੈ। ਬਹੁਤ ਸਾਰੇ ਰੰਗ ਦੇਖੇ ਨੇ ਪੰਜਾਬ ਨੇ। ਵੈਸੇ ਤਾਂ ਪੰਜਾਬ ਬਾਰੇ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਨੇ ਬਹੁਤ ਸਾਰੇ ਸੰਘਰਸ਼ ਲੜੇ ਨੇ, ਜਿੱਤੇ ਨੇ। ਪਰ ਪਿਛਲੇ ਸਮੇਂ ਦੇ ਵਿੱਚ ਇੱਕ ਨਿਰਾਸ਼ਾ ਦਾ ਆਲਮ ਸੀ, ਜਿਹਦੇ ਵਿੱਚ ਪੰਜਾਬ ਦੇ ਕਿਰਤੀ ਕਿਸਾਨਾਂ ਨੇ ਬਹੁਤ ਸਾਰੀਆਂ ਖੁਦਕੁਸ਼ੀਆਂ ਕੀਤੀਆਂ। ਪੰਜਾਬ ਦਾ ਨੌਜਵਾਨ ਚਿੱਟਿਆਂ ਵਾਲੇ ਪਾਸੇ ਗਿਆ ਜਾਂ ਪ੍ਰਵਾਸ ਵਾਲੇ ਪਾਸੇ ਗਿਆ। ਉਸ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਪੰਜਾਬ ਨੇ ਫਿਰ ਅੰਗੜਾਈ ਭਰੀ ਹੈ। ਪੰਜਾਬ ਨੇ ਫਿਰ ਆਪਣੀਆਂ ਬਾਹਾਂ ਦੇ ਜ਼ੋਰ ਨੂੰ ਅਜ਼ਮਾਇਆ ਹੈ ਤੇ ਅੱਜ ਸਾਰਾ ਪੰਜਾਬ ਸੰਘਰਸ਼ਾਂ ਦੇ ਵਿੱਚ ਹੈ। ਤਤਕਾਲੀ ਮੁੱਦਾ ਕਿਸਾਨੀ ਦਾ ਹੈ, ਪਰ ਕਿਸਾਨੀ ਦੇ ਨਾਲ ਕਿਰਤੀ ਮਜ਼ਦੂਰ, ਵਿਦਿਆਰਥੀ, ਮੁਲਾਜ਼ਮ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਘਰਸ਼ ਦੇ ਮੋੜ 'ਚ ਨੇ। ਇਹ ਸੰਘਰਸ਼ ਕਿਉਂ ਕਰਨੇ ਪੈਂਦੇ ਨੇ? ਸੰਘਰਸ਼ਾਂ ਦੀ ਲੋੜ ਕੀ ਪੈਂਦੀ ਹੈ? ਸੰਘਰਸ਼ਾਂ ਦੇ ਕਿਹੜੇ-ਕਿਹੜੇ ਰੂਪ ਰਹੇ ਨੇ ਤੇ ਅੱਜ 21ਵੀਂ ਸਦੀ ਦੇ ਵਿੱਚ ਇਹ ਸੰਘਰਸ਼ ਕਿਸ ਤਰ੍ਹਾਂ ਆਪਣਾ ਰੂਪ ਬਦਲ ਰਹੇ ਨੇ ਤੇ ਅੱਜ ਸਾਨੂੰ ਕਿਹੋ ਜਿਹੇ ਸੰਘਰਸ਼ਾਂ ਦੀ ਜ਼ਰੂਰਤ ਹੈ? ਇਸ ਇਸ਼ੂ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ 3 ਨੌਜਵਾਨ ਦੋਸਤ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨੇ ਹਰਦੀਪ ਟੋਡਰਪੁਰ ਜੀ। ਹਰਦੀਪ ਟੋਡਰਪੁਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ। ਹਰਦੀਪ ਟੋਡਰਪੁਰ ਹੋਰੀ ਮੁਲਾਜ਼ਮ ਯੂਨੀਅਨ ਦੇ ਵਿੱਚ ਇੱਕ ਜਾਣੇ ਪਛਾਣੇ ਨੌਜਵਾਨ ਨੇਤਾ ਨੇ। ਲਗਭਗ ਪੰਜਾਬ ਦਾ ਹਰ ਅਧਿਆਪਕ ਇਹਨਾਂ ਨੂੰ ਜਾਣਦਾ ਹੈ। ਪਿਛਲੇ ਸਮੇਂ ਦੇ ਵਿੱਚ ਜੋ ਬਹੁਤ ਵੱਡੇ ਅਧਿਆਪਕਾਂ ਦੇ ਸੰਘਰਸ਼ ਹੋਏ, ਖਾਸ ਤੌਰ ਤੇ ਪਿਛਲੇ ਸਾਲ ਅਧਿਆਪਕਾਂ ਨੇ ਜਿਹੜਾ ਬਹੁਤ ਵੱਡਾ ਸੰਘਰਸ਼ ਲੜਿਆ, ਉਹਦੇ ਵਿੱਚ ਹਰਦੀਪ ਟੋਡਰਪੁਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਇਹਨਾਂ ਨੇ ਪੰਜਾਬ ਦੇ ਨੌਜਵਾਨ ਅਧਿਆਪਕਾਂ ਨੂੰ ਜਥੇਬੰਦ ਕਰਨ ਲਈ, ਉਹਨਾਂ ਨੂੰ ਸੰਘਰਸ਼ ਦੇ ਵਿੱਚ ਲਿਆਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਅੱਜ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਮੁਲਾਜ਼ਮ ਯੂਨੀਅਨ ਦੇ ਐਂਗਲ ਤੋਂ ਤੇ ਨੌਜਵਾਨ ਦੇ ਐਂਗਲ ਤੋਂ। ਇਸ ਤੋਂ ਬਾਅਦ ਦੂਜੇ ਬੁਲਾਰੇ ਨੇ ਸਾਡੇ ਨਾਲ ਭੁਪਿੰਦਰ ਸਿੰਘ ਲੌਂਗੋਵਾਲ ਜੀ। ਭੁਪਿੰਦਰ ਸਿੰਘ ਲੌਂਗੋਵਾਲ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਇਹਨੇ ਭੁਪਿੰਦਰ ਸਿੰਘ ਲੌਂਗੋਵਾਲ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸਟੇਟ ਕਨਵੀਨਰ ਨੇ। ਜਿਵੇਂ ਇਹਨਾਂ ਦੇ ਨਾਂ ਤੋਂ ਸਪਸ਼ਟ ਹੈ ਕਿ ਕਿਰਤੀ ਕਿਸਾਨ ਯੂਨੀਅਨ ਉਹ ਯੂਨੀਅਨ ਹੈ ਜਿਹੜੀ ਪੈਦਾ ਹੀ ਸੰਘਰਸ਼ਾਂ ਦੇ ਵਿੱਚ ਹੋਈ ਹੈ, ਜਿਹਦੀ ਬੁਨਿਆਦ ਹੀ ਸੰਘਰਸ਼ ਨੇ। ਤੇ ਇਸ ਯੂਨੀਅਨ ਦੇ ਏਜੰਡੇ ਤੋਂ, ਇਸ ਯੂਨੀਅਨ ਦੇ ਫਰੰਟ ਤੋਂ ਭੁਪਿੰਦਰ ਸਿੰਘ ਲੌਂਗੋਵਾਲ ਨੌਜਵਾਨਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ, ਉਹਨਾਂ ਨੂੰ ਸੰਘਰਸ਼ ਦੇ ਵਿੱਚ ਲਿਆਉਣ ਦੇ ਵਿੱਚ, ਉਹਨਾਂ ਨੂੰ ਸੰਘਰਸ਼ ਦੀਆਂ ਬਰੀਕੀਆਂ ਸਮਝਾਉਣ ਦੇ ਵਿੱਚ, ਉਹਨਾਂ ਨੂੰ ਲੀਡ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਸੋ ਅੱਜ ਆਪਾਂ ਇਹਨਾਂ ਨਾਲ ਵੀ ਕਿਰਤੀ ਕਿਸਾਨ ਦੇ ਐਂਗਲ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਤੀਜੇ ਬੁਲਾਰੇ ਨੇ ਸਾਡੇ ਨਾਲ ਹਰਪ੍ਰੀਤ ਕੌਰ ਬਬਲੀ ਜੀ। ਹਰਪ੍ਰੀਤ ਕੌਰ ਬਬਲੀ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਹਰਪ੍ਰੀਤ ਕੌਰ ਜੀ, ਆਪਣਾ ਮਾਈਕ ਔਨ ਕਰ ਲਓ ਪਲੀਜ਼। ਤੁਸੀਂ ਮਾਈਕ ਤੁਹਾਡਾ ਬੰਦ ਕੀਤਾ ਹੋਇਆ ਹੈ। ਹਰਪ੍ਰੀਤ ਕੌਰ ਜੀ, ਤੁਸੀਂ ਮਾਈਕ ਨੂੰ ਅਨਮਿਊਟ ਕਰ ਲਓ ਪਲੀਜ਼। ਹਰਪ੍ਰੀਤ ਕੌਰ ਜੀ ਸਾਡੇ ਨਾਲ ਨੇ, ਇਹਨਾਂ ਦਾ ਮਾਈਕ ਬੰਦ ਕੀਤਾ ਹੈ। ਮਾਈਕ ਔਨ ਕਰ ਲਓ ਪਲੀਜ਼। ਹਰਪ੍ਰੀਤ ਕੌਰ ਹੋਰਾਂ ਨੇ ਪੀਐਸਯੂ ਦੇ ਫਰੰਟ ਤੋਂ ਲਗਭਗ 11-12 ਸਾਲ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ। ਇੱਕ ਕੁੜੀ ਹੋਣ ਦੇ ਨਾਤੇ ਤੇ ਇੱਕ ਨੌਜਵਾਨ ਹੋਣ ਦੇ ਨਾਤੇ ਕੀ ਚੁਣੌਤੀਆਂ ਨੇ ਸਮਾਜ ਦੇ ਲਈ, ਇਹਨਾਂ ਮਸਲਿਆਂ ਤੇ ਆਪਾਂ ਹਰਪ੍ਰੀਤ ਕੌਰ ਬਬਲੀ ਹੋਰਾਂ ਨਾਲ ਗੱਲਬਾਤ ਕਰਾਂਗੇ। ਹਰਪ੍ਰੀਤ ਕੌਰ ਜੀ, ਜੇ ਮੇਰੀ ਆਵਾਜ਼ ਤੁਸੀਂ ਸੁਣ ਪਾ ਰਹੇ ਹੋ, ਪਲੀਜ਼ ਆਪਣਾ ਮਾਈਕ ਤੁਸੀਂ ਬੰਦ ਕੀਤਾ ਹੈ, ਆਪਣਾ ਮਾਈਕ ਖੋਲ ਲਓ। ਗੱਲਬਾਤ ਦਾ ਸਿਲਸਿਲਾ ਇਸ ਗੱਲ ਤੋਂ, ਇਸ ਨੁਕਤੇ ਤੋਂ ਸ਼ੁਰੂ ਕਰ ਰਹੇ ਹਾਂ, ਜਿਹੜੇ ਨੁਕਤੇ ਤੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਕਿ ਅੱਜ ਦੇ ਦੌਰ ਦੇ ਵਿੱਚ 21ਵੀਂ ਸਦੀ ਦੇ ਵਿੱਚ ਸੰਘਰਸ਼ਾਂ ਦੀ ਭੂਮਿਕਾ ਕਿਵੇਂ ਬਦਲ ਰਹੀ ਹੈ ਤੇ ਸਾਨੂੰ ਕਿਸ ਤਰ੍ਹਾਂ ਦੇ ਸੰਘਰਸ਼ ਕਰਨੇ ਪੈ ਰਹੇ ਨੇ। ਹਰਦੀਪ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਮੈਂ ਤੁਹਾਨੂੰ ਕਰ ਰਿਹਾ ਕਿ 2 ਤਰ੍ਹਾਂ ਦੇ ਸੰਘਰਸ਼ ਸਾਡੀ ਸੁਸਾਇਟੀ ਦੇ ਵਿੱਚ ਹੁੰਦੇ ਨੇ। ਇੱਕ ਸੰਘਰਸ਼ ਉਹ ਹੁੰਦੇ ਨੇ ਕਿ ਸਾਨੂੰ ਰੋਟੀ ਲਈ ਸੰਘਰਸ਼ ਕਰਨਾ ਪੈਂਦਾ, ਸਾਨੂੰ ਰੁਜ਼ਗਾਰ ਲਈ ਸੰਘਰਸ਼ ਕਰਨਾ ਪੈਂਦਾ, ਸਾਨੂੰ ਘਰ ਪਰਿਵਾਰ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ। ਕਹਿਣ ਦਾ ਭਾਵ ਜੀਵਨ ਜਿਉਣ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ
ਉਹਨਾਂ ਦੀ ਪ੍ਰਾਪਤੀ ਲਈ ਹਰ ਮਨੁੱਖ ਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਸੰਘਰਸ਼ ਕਰਨਾ ਪੈਂਦਾ, ਜਿਹੜਾ ਕਿ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਪਰ ਇੱਕ ਹੋਰ ਤਰ੍ਹਾਂ ਦਾ ਸੰਘਰਸ਼ ਹੈ ਜਿਹੜਾ ਸਾਡੇ ਇਸ ਰਸਤੇ ਦੇ ਵਿੱਚ ਜਦੋਂ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਹੁੰਦੀਆਂ ਨੇ, ਖਾਸ ਤੌਰ ਤੇ ਸੱਤਾ ਵੱਲੋਂ ਜਿਹੜੀਆਂ ਰੁਕਾਵਟਾਂ ਪੈਦਾ ਹੁੰਦੀਆਂ ਨੇ, ਇੱਕ ਉਹਨਾਂ ਤਾਕਤਾਂ ਦੇ ਖਿਲਾਫ ਸੰਘਰਸ਼ ਲੜਨਾ ਪੈਂਦਾ ਹੈ। ਆਪਾਂ ਇਹਨਾਂ ਦੋ ਤਰ੍ਹਾਂ ਦੇ ਸੰਘਰਸ਼ਾਂ ਦੇ ਵਿੱਚੋਂ ਲੰਘ ਰਹੇ ਹਾਂ। ਤੇ ਮੈਂ ਤੁਹਾਨੂੰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਇਸ 21ਵੀਂ ਸਦੀ ਦੇ ਵਿੱਚ ਲਗਭਗ 20 ਸਾਲਾਂ ਦੇ ਵਿੱਚ ਤੁਸੀਂ ਲਗਭਗ ਆਪਣਾ ਸਮਾਂ ਹੰਢਾਇਆ ਹੈ ਜਿਹੜਾ ਨੌਜਵਾਨੀ ਦਾ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜਾ ਸੰਘਰਸ਼ ਜ਼ਿਆਦਾ ਤਿੱਖੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ? ਡਾਕਟਰ ਸਾਹਿਬ, ਪਹਿਲੀ ਗੱਲ ਧੰਨਵਾਦ, ਤੁਸੀਂ ਇਸ ਮਾਧਿਅਮ ਦੇ ਉੱਤੇ ਸਾਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ। ਅਗਲੀ ਗੱਲ, ਜਿਵੇਂ ਤੁਸੀਂ ਖੁਦ ਹੀ ਭੂਮਿਕਾ ਦੇ ਵਿੱਚ ਦੱਸਿਆ ਹੈ ਕਿ ਸੰਘਰਸ਼ ਬੱਚੇ ਦੇ ਇੱਕ ਜਨਮ ਤੋਂ ਸ਼ੁਰੂ ਹੁੰਦਾ ਤੇ ਜਿੰਨਾ ਸਮਾਂ ਇਨਸਾਨ ਜਿਉਂਦਾ ਹੈਗਾ ਉਸ ਨੂੰ ਸੰਘਰਸ਼ ਕਰਨਾ ਪੈਂਦਾ ਹੈਗਾ। ਇਸ ਤਰ੍ਹਾਂ ਦਾ ਸੰਘਰਸ਼ ਇਸ ਦੁਨੀਆ ਤੇ ਹਰ ਕੋਈ ਜੀਵਤ ਪ੍ਰਾਣੀ, ਮਨੁੱਖ ਤੋਂ ਇਲਾਵਾ ਬਾਕੀ ਵੀ ਜਾਨਵਰ ਨੇ, ਜਿਹੜੇ ਪਸ਼ੂ ਪੰਛੀ ਨੇ, ਸਾਰੇ ਦੇ ਸਾਰੇ ਆਪਣੀ ਜ਼ਿੰਦਗੀ ਦੇ ਲਈ, ਰੋਜੀ ਰੋਟੀ ਦੇ ਲਈ ਸੰਘਰਸ਼ ਕਰਦੇ ਨੇ। ਉਹ ਆਪੋ ਆਪਣੇ ਪੈਮਾਨੇ ਹੋ ਸਕਦੇ ਨੇ। ਆਦਿ ਕਾਲ ਦੇ ਵਿੱਚ ਮਨੁੱਖ ਦੀ ਵੱਡੀ ਚੁਣੌਤੀ ਇਹ ਸੀ ਕਿ ਕੁਦਰਤ ਨਾਲ ਸੰਘਰਸ਼ ਕਰਦੇ ਹੋਏ ਕਿਸ ਤਰ੍ਹਾਂ ਉਹਨੇ ਰੋਜੀ ਰੋਟੀ ਪ੍ਰਾਪਤ ਕਰਨੀ ਹੈ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਗੁਲਾਮਦਾਰੀ ਦੌਰ ਦੇ ਵਿੱਚ ਇੱਕ ਪਾਸੇ ਮਾਲਕ ਨੇ ਤੇ ਦੂਜੇ ਪਾਸੇ ਗੁਲਾਮਾਂ ਦੀ ਲੜਾਈ ਹੈਗੀ ਹੈ। ਮਾਲਕਾਂ ਦੇ ਹਰਦੀਪ ਜੀ, ਮਾਈਕ ਆਨ ਕਰ। ਤੁਸੀਂ ਮਾਈਕ ਤੁਹਾਡਾ ਬੰਦ ਹੋ ਗਿਆ ਹਰਦੀਪ ਜੀ। ਹੁਣ ਆਉਣਾ ਸਰ? ਹਰਦੀਪ ਜੀ ਮਾਈਕ ਖੋਲੋ ਪਲੀਜ਼ ਆਪਣਾ। ਹਾਂਜੀ, ਕਰ ਲਿਆ ਜੀ ਜੀ। ਹੁਣ ਆਉਣਾ। ਤੇ ਸੰਘਰਸ਼ ਮਨੁੱਖ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਜੀ। ਤੇ ਆਦਿ ਕਾਲ ਦੇ ਵਿੱਚ ਸ਼ੁਰੂ ਦੇ ਵਿੱਚ ਮਨੁੱਖ ਕੁਦਰਤ ਨਾਲ ਲੜਾਈ ਲੜਦਾ ਹੈਗਾ। ਉਸ ਤੋਂ ਬਾਅਦ ਗੁਲਾਮਦਾਰੀ ਦੌਰ ਦੇ ਵਿੱਚ ਮਾਲਕ ਜਮਾਤ ਦੇ ਖਿਲਾਫ ਗੁਲਾਮਾਂ ਦੀ ਲੜਾਈ ਹੈਗੀ ਹੈ, ਸੰਘਰਸ਼ ਹੈਗਾ। ਜਗੀਰਦਾਰੀ ਦੌਰ ਦੇ ਵਿੱਚ ਇਹੀ ਸੰਘਰਸ਼ ਜਗੀਰਦਾਰਾਂ ਦੇ ਖਿਲਾਫ ਮੁਜ਼ਾਹਰਿਆਂ ਦਾ ਹੈਗਾ ਤੇ ਸਰਮਾਏਦਾਰੀ ਦੌਰ ਦੇ ਵਿੱਚ ਮਜ਼ਦੂਰ ਜਮਾਤ ਦਾ ਸੰਘਰਸ਼ ਹੈਗਾ, ਸਰਮਾਏਦਾਰੀ ਨਿਜ਼ਾਮ ਦੇ ਨਾਲ ਹੁੰਦਾ ਹੈਗਾ। ਪਰ ਭਾਰਤ ਦੀ ਵਿਲੱਖਣਤਾ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਭਾਰਤ ਦੇ ਵਿੱਚ ਅਸਾਮਾ ਵਿਕਾਸ ਹੋਇਆ ਹੈਗਾ, ਭਾਰਤ ਦੇ ਵਿੱਚ ਅਸੀਂ ਡਿਵੈਲਪਮੈਂਟ ਕਹਿ ਲਈਏ, ਇਹ ਕੁਦਰਤੀ ਵਿਕਾਸ ਨਹੀਂ, ਇਹ ਬਹੁਤ ਅਸਾਮਾ ਵਿਕਾਸ ਹੋਇਆ। ਤੇ ਅੰਗਰੇਜ਼ਾਂ ਦੇ ਰਾਜ ਆਉਣ ਨਾਲ ਇੱਥੇ ਸਰਮਾਏਦਾਰੀ ਵੀ ਉਸ ਤਰ੍ਹਾਂ ਦੀ ਨਹੀਂ ਆਈ ਜਿੰਨੀ ਯੂਰਪ ਦੇ ਮੁਲਕਾਂ ਦੇ ਵਿੱਚ ਆਈ ਹੈਗੀ ਹੈ। ਇਸ ਕਰਕੇ ਭਾਰਤ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਕੋਈ ਇਹਨੂੰ ਸੰਕਲਪ ਦੇ ਤੌਰ ਤੇ ਸਮਝਣਾ ਹੋਵੇ ਕਿ ਭਾਰਤ ਦਾ ਸਰੂਪ ਕਿਸ ਤਰ੍ਹਾਂ ਦਾ ਭਾਰਤ ਦੇਸ਼ ਦਾ, ਮੇਰਾ ਮੰਨਣਾ ਹੈ ਕਿ ਅਰਧ ਜਗੀਰੂ ਤੇ ਅਰਧ ਬਸਤੀਵਾਦੀ ਮੁਲਕ ਹੈਗਾ। ਇਸ ਦੇ ਵਿੱਚ ਦਲਾਲ ਕਿਸਮ ਦੀ ਸਰਮਾਏਦਾਰੀ ਵੀ ਹੈ। ਇਸ ਦੇ ਵਿੱਚ ਸਾਮਰਾਜੀ ਦੌਰ ਦਾ, ਜਿਹਨੂੰ ਮਲਟੀਨੇਸ਼ਨਲ ਕੰਪਨੀਆਂ ਦੇ ਰਾਹੀਂ ਜੇ ਕਹਿ ਲਈਏ ਸਾਮਰਾਜੀ ਦਖਲਅੰਦਾਜ਼ੀ ਵੀ ਹੈਗੀ ਹੈ। ਇੱਥੇ ਜਗੀਰਦਾਰੀ ਦੀ ਰਹਿੰਦ ਖੁੰਦ ਵੀ ਹੈ ਤੇ ਇੱਥੇ ਬਹੁਤ ਕੁਛ ਅਜਿਹਾ ਹੈਗਾ ਜਿਹੜਾ ਕਹਿ ਲਈਏ ਕਿ ਗੁਲਾਮਾਂ ਵਰਗੀ ਜ਼ਿੰਦਗੀ ਲੋਕ ਹੰਢਾ ਰਹੇ ਨੇ। ਪਰ ਜਿਹੜਾ ਤੁਸੀਂ ਸਵਾਲ ਕੀਤਾ ਕਿ 21ਵੀਂ ਸਦੀ ਦਾ ਸੰਘਰਸ਼, ਤੇ ਅਸੀਂ ਜਿੰਨਾ ਕੁ ਪਿਛਲੀ ਸਦੀ ਦੇ ਸੰਘਰਸ਼ਾਂ ਬਾਰੇ ਪੜ੍ਹਿਆ ਹੈਗਾ ਕਿ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਚਾਹੇ ਉਹ ਗਦਰ ਭਾਰਤੀ ਅੰਦੋਲਨ ਹੋਵੇ ਜਾਂ ਭਗਤ ਸਿੰਘ ਹੋਰਾਂ ਦਾ ਅੰਦੋਲਨ ਹੋਵੇ ਜਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਹੋਵੇ, ਇਹ ਸਾਰੇ ਦੇ ਸਾਰੇ ਸੰਘਰਸ਼ ਸਾਮਰਾਜ ਵਿਰੋਧੀ ਜਿਹੜੇ ਸੰਘਰਸ਼ ਸੀ, ਆਜ਼ਾਦੀ ਦੀ ਲੜਾਈ ਲੋਕਾਂ ਨੇ ਲੜੀ। ਤੇ ਉਸ ਦੇ ਵਿੱਚ ਹੀ ਇੱਕ ਜਿਹੜੀ ਨਵੀਂ ਕਿਸਮ ਦਾ ਸੰਘਰਸ਼ ਜਿਹੜਾ 1917 ਦੀ ਰੂਸ ਦੀ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੁੰਦਾ ਹੈਗਾ ਤੇ ਲੰਮਾ ਸਮਾਂ ਚੱਲਦਾ ਹੈਗਾ ਕਿ ਇੱਥੇ ਵੀ ਉਸ ਤਰ੍ਹਾਂ ਦਾ ਬਰਾਬਰੀ ਵਾਲਾ ਨਿਜ਼ਾਮ ਕਾਇਮ ਕੀਤਾ ਜਾਵੇ। ਉਹ ਆਜ਼ਾਦੀ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਇਨਕਲਾਬੀ ਤਾਕਤਾਂ ਅਲੱਗ-ਅਲੱਗ ਫਰੰਟਾਂ ਦੇ ਉੱਤੇ ਲੱਗੀਆਂ ਰਹੀਆਂ। ਤੇ ਇੰਨਾ ਸਮਾਂ, ਜਿੰਨਾ ਸਮਾਂ ਕਹਿ ਲਈਏ ਕਿ ਸਰਮਾਏਦਾਰੀ ਸਿਸਟਮ ਨੂੰ ਸਮਾਜਵਾਦੀ ਇਨਕਲਾਬਾਂ ਦਾ ਖਤਰਾ ਮੰਡਰਾ ਰਿਹਾ ਸੀ। ਰਸ਼ੀਆ ਤੋਂ ਬਾਅਦ ਚਾਈਨਾ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਮੁਲਕਾਂ 'ਚ ਕ੍ਰਾਂਤੀਆਂ ਆਈਆਂ ਤਾਂ ਸਰਮਾਏਦਾਰੀ ਪ੍ਰਬੰਧ ਨੂੰ ਖਤਰਾ ਬਣਿਆ ਹੋਇਆ ਸੀ ਕਿ ਸਾਡੇ ਵੀ ਤਖਤੇ ਪਲਟਣਾ ਹੋਵੇ। ਇਸ ਕਰਕੇ ਉਹ ਵੈਲਫੇਅਰ ਸਟੇਟ ਦਾ ਇੱਕ ਕਨਸੈਪਟ ਲੈ ਕੇ ਆਏ। ਵੈਲਫੇਅਰ ਸਟੇਟ ਦੇ ਕਨਸੈਪਟ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ, ਪਰ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਲਗਾਤਾਰ ਜੇ ਕਹਿ ਲਈਏ ਲੋਕਾਂ ਦੇ ਜਿਹੜੇ ਅੰਦੋਲਨ ਨੇ ਉਹ ਜਿੱਥੇ ਤੇਜ਼ ਹੋ ਰਹੇ ਨੇ, ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀਆਂ ਉਹਨਾਂ ਤੋਂ ਖੋਹੀਆਂ ਜਾ ਰਹੀਆਂ ਨੇ। ਤੇ ਪਿਛਲੇ ਦੌਰ ਦੇ ਵਿੱਚ ਜੇ ਕਹਿ ਲਈਏ ਲੋਕ ਵੱਧ ਸਹੂਲਤਾਂ ਦੇ ਲਈ, ਲੋਕ ਵੱਧ ਚੰਗੇ ਜੀਵਨ ਹਾਲਤਾਂ ਦੇ ਲਈ ਸੰਘਰਸ਼ ਕਰਦੇ ਸੀ,
ਪਰ 21ਵੀਂ ਸਦੀ ਦੇ ਵਿੱਚ ਜਿਹੜਾ ਆਰਥਿਕ ਸੁਧਾਰਾਂ ਦਾ ਕਹਿ ਲਈਏ ਅਗਲਾ ਦੌਰ ਚੱਲ ਰਿਹਾ ਹੈਗਾ, ਇਸ ਦੇ ਵਿੱਚ ਜਿਹੜੀਆਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਵੱਡੇ ਸੰਘਰਸ਼ ਹੋ ਰਹੇ ਨੇ। ਇਹ ਆਪਾਂ ਮੁਲਾਜ਼ਮਾਂ ਦੇ ਪੱਖ ਤੋਂ ਵੇਖ ਲਈਏ, ਕਿਸਾਨਾਂ ਦੇ ਪੱਖ ਤੋਂ ਵੇਖ ਲਈਏ, ਮਜ਼ਦੂਰਾਂ ਦੇ ਪੱਖ ਤੋਂ ਵੇਖ ਲਈਏ ਜਾਂ ਵਿਦਿਆਰਥੀਆਂ ਦੇ ਪੱਖ ਤੋਂ ਵੇਖ ਲਈਏ, ਜਿੰਨਾ ਪਬਲਿਕ ਸੈਕਟਰ ਖੜਾ ਕੀਤਾ ਸੀ ਉਸ ਨੂੰ ਸਰਕਾਰ ਜੇ ਖਤਮ ਕਰ ਰਹੀ ਹੈ ਤਾਂ ਉਸ ਨੂੰ ਖਤਮ ਹੋਣ ਤੋਂ ਬਚਾਉਣ ਦੇ ਲਈ ਸੰਘਰਸ਼ ਹੈਗਾ। ਇਸੇ ਤਰ੍ਹਾਂ ਮੁਲਾਜ਼ਮਾਂ ਦਾ ਜੇ ਪਿਛਲੇ ਸਮੇਂ 'ਚ ਸੰਘਰਸ਼ ਉੱਭਰਿਆ ਤਾਂ ਉਸ ਸਮੇਂ ਇਸ ਸੰਘਰਸ਼ ਨੂੰ ਜ਼ਿਆਦਾ ਤਾਕਤ ਮਿਲੀ ਕਿਉਂਕਿ ਸਰਕਾਰ ਨੇ ਤਨਖਾਹ ਕੱਟ ਲਈ ਹੈਗੀ। ਅੱਜ ਵੀ ਮੁਲਾਜ਼ਮ ਜੇ ਸੰਘਰਸ਼ ਕਰ ਰਹੇ ਨੇ, ਇਸ ਕਰਕੇ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਨੂੰ ਮਿਲਦਾ ਡੀਏ ਜਾਂ ਉਹਨਾਂ ਨੂੰ ਮਿਲਦਾ ਪੇ ਕਮਿਸ਼ਨ ਜਾਂ ਉਹਨਾਂ ਨੂੰ ਮਿਲਦੀ ਪੈਨਸ਼ਨ ਸਰਕਾਰ ਨੇ ਰੋਕ ਦਿੱਤੀ ਹੈਗੀ ਹੈ। ਇਸ ਕਰਕੇ ਇਸ ਰੂਪ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ। ਜੇ ਕਿਸਾਨਾਂ ਦਾ ਸੰਘਰਸ਼ ਹੁਣ ਵੇਖੀਏ ਕਿ 3 ਕਾਨੂੰਨ ਮੋਦੀ ਗਵਰਨਮੈਂਟ ਲੈ ਕੇ ਆਈ ਹੈਗੀ, ਜਿਹੜੇ ਪਾਸ ਕੀਤੇ ਨੇ, ਪਹਿਲਾਂ ਆਰਡੀਨੈਂਸ ਦੇ ਰੂਪ ਦੇ ਵਿੱਚ, ਹੁਣ ਕਾਨੂੰਨਾਂ ਦੇ ਰੂਪ ਦੇ ਵਿੱਚ। ਇੱਕ ਚੌਥਾ ਕਾਨੂੰਨ ਪਰਾਲੀ ਦੇ ਮਾਮਲੇ ਤੇ ਲੈ ਕੇ ਆਈ ਹੈਗੀ ਹੈ। ਇਹ ਜਿਹੜਾ ਸੰਘਰਸ਼ ਹੈਗਾ, ਇਹ ਵੀ ਇਹ ਲੱਗਦਾ ਕਿ ਪਹਿਲਾਂ ਜਿਹੜੀ ਜ਼ਿੰਦਗੀ ਆਲਰੇਡੀ ਕਿਸਾਨ ਦੀ ਬਹੁਤ ਮਾੜੀ ਸੀ, ਉਹ ਕਰਜ਼ਦਾਰੀ ਦੇ ਵਿੱਚ ਡੁੱਬ ਕੇ ਆਤਮ ਹੱਤਿਆ ਕਰ ਰਿਹਾ ਸੀ, ਉਸਦੀ ਜੇ ਇਹਨਾਂ ਕਾਨੂੰਨਾਂ ਦੇ ਆਉਣ ਤੋਂ ਪਹਿਲਾਂ ਵੀ ਕੋਈ ਕਿਸਾਨੀ ਬਹੁਤ ਖੁਸ਼ਹਾਲ ਹੋਊਗੀ, ਇਹ ਨਹੀਂ ਹੋ ਸਕਦਾ ਹੈਗਾ। ਪਰ ਜਿਹੜਾ ਉਸਦੀ ਗੱਲ ਹੈ ਕਿ ਅੱਜ ਕਿਸਾਨੀ ਨੂੰ ਉਹ ਲੜਾਈ ਲੜਨੀ ਪੈ ਰਹੀ ਹੈ ਜਿਹੜਾ ਕੋਈ ਪਹਿਲਾਂ ਮੁੱਦਾ ਹੀ ਨਹੀਂ ਸੀ। ਇਹ ਮੁੱਦਾ ਸਰਕਾਰ ਨੇ ਖੜਾ ਕੀਤਾ, ਸਰਕਾਰ ਨੇ ਹਮਲਾ ਕੀਤਾ ਕਿਸਾਨੀ ਦੇ ਉੱਤੇ, ਕਾਰਪੋਰੇਟ ਨੂੰ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ। ਇਸ ਕਰਕੇ ਹੁਣ ਲੜਾਈ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਨੂੰ ਬਚਾਉਣ ਦੀ ਹੈਗੀ ਹੈ, ਇਸ ਦੀ ਬਜਾਏ ਕਿ ਲੜਾਈ ਹੋਰ ਕੁਝ ਪ੍ਰਾਪਤ ਕਰਨ ਦੀ ਹੋਵੇ। ਪਰ ਇਹ ਅੰਦੋਲਨ ਜਿੱਡਾ ਵੱਡਾ ਬਣ ਚੁੱਕਿਆ, ਜਿਸ ਤਰ੍ਹਾਂ ਦਾ ਇਹਨੇ ਰਾਸ਼ਟਰੀ ਪੱਧਰ ਤੇ ਚਰਚਾ ਖੱਟੀ ਹੈ ਜਾਂ ਦੇਸ਼ ਪੱਧਰੀ ਅੰਦੋਲਨ ਹੋ ਚੁੱਕੇ ਆ, ਲਾਜ਼ਮੀ ਤੌਰ ਤੇ ਆਸ ਕਰਦੇ ਆ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚ ਕੱਲੀ ਗੱਲ ਹੁਣ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਨਹੀਂ ਜੀ। ਹਰਦੀਪ ਜੀ, ਥੋੜਾ ਆਵਾਜ਼ ਥੋੜੀ ਜਿਹੀ ਡਿਸਕਨੈਕਟ ਹੋਈ ਹੈ। ਅਸੀਂ ਭੁਪਿੰਦਰ ਸਿੰਘ ਲੌਂਗੋਵਾਲ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਉਹਨਾਂ ਨੇ ਦੱਸਿਆ ਭੁਪਿੰਦਰ ਸਿੰਘ ਜੀ ਕਿ ਜੀਵਨ ਸਹੂਲਤਾਂ ਪ੍ਰਾਪਤ ਕਰਨ ਲਈ ਜਾਂ ਪਹਿਲਾਂ ਵਾਲੀਆਂ ਬਹਾਲ ਰੱਖਣ ਲਈ ਸਾਨੂੰ ਲੜਾਈਆਂ ਲੜਨੀਆਂ ਪੈ ਰਹੀਆਂ ਨੇ, ਸੰਘਰਸ਼ ਕਰਨੇ ਪੈ ਰਹੇ ਨੇ, ਚਾਹੇ ਉਹ ਕਿਸੇ ਵੀ ਵਰਗ ਦਾ ਸੰਘਰਸ਼ ਹੈ। ਤੁਸੀਂ ਕਿਉਂਕਿ ਕਿਰਤੀ ਕਿਸਾਨ ਵਰਗ ਨੂੰ ਬਿਲੋਂਗ ਕਰਦੇ ਹੋ ਤੇ ਕਿਰਤ ਸਭ ਤੋਂ ਵੱਧ ਪਵਿੱਤਰ ਚੀਜ਼ ਹੁੰਦੀ ਹੈ ਤੇ ਕਿਰਤ ਨੂੰ ਕਰਨ ਵਾਲਾ ਕਿਰਤੀ ਵੀ ਉਨਾ ਹੀ ਪਵਿੱਤਰ ਹੁੰਦਾ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸਭ ਤੋਂ ਵੱਧ ਚੈਲੰਜ ਵੀ ਕਿਰਤ ਨੂੰ ਨੇ ਤੇ ਕਿਰਤੀ ਨੂੰ ਨੇ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀਆਂ ਕਿਰਤੀਆਂ ਨੂੰ ਚੁਣੌਤੀਆਂ ਨੇ, ਇਹ ਕਦੋਂ ਤੋਂ ਨੇ, ਕਿੰਨਾ ਇਹਨਾਂ ਦਾ ਸਮਾਂ, ਕਿੰਨਾ ਇਹਨਾਂ ਦਾ ਪਿਛੋਕੜ ਪੁਰਾਣਾ ਹੈ ਤੇ ਅੱਜ ਦੀ ਕੀ ਸਥਿਤੀ ਹੈ? ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿੰਨਾ ਕੁ ਪਿਛੋਕੜ ਪੁਰਾਣਾ ਹੈ ਜਿਹੜਾ ਕਿਰਤੀ ਨੂੰ ਚੁਣੌਤੀਆਂ ਨੇ, ਜੀ ਮੈਂ ਸਮਝਦਾ ਵੀ ਜਦੋਂ ਤੋਂ ਉਰੇ ਪ੍ਰਾਪਰਟੀ ਦਾ ਕਨਸੈਪਟ, ਜਾਇਦਾਦ ਦਾ ਜਿਹੜਾ ਕਨਸੈਪਟ ਹੈਗਾ ਉਹ ਧਰਤੀ ਤੇ ਆਇਆ, ਉਦੋਂ ਤੋਂ ਹੀ ਕਿਰਤੀਆਂ ਨੂੰ ਚੁਣੌਤੀਆਂ ਸ਼ੁਰੂ ਹੋ ਗਈਆਂ ਸੀਗੇ ਜੀ। ਜੇ ਵਾਧੂ ਪੈਦਾਵਾਰ ਜਦੋਂ ਪੈਦਾ ਹੋਈ ਤੇ ਮਾਲਕ ਤੇ ਗੁਲਾਮ ਦਾ ਰਿਸ਼ਤਾ ਉਦੋਂ ਸ਼ੁਰੂ ਹੋਇਆ, ਉਦੋਂ ਤੋਂ ਹੀ ਲਗਾਤਾਰ ਕਿਰਤ ਦੀ ਜਿਹੜੀ ਲੁੱਟ ਹੈ ਉਹ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਰਹੀ ਹੈ, ਚਾਹੇ ਗੁਲਾਮਦਾਰੀ ਯੁੱਗ ਹੋਵੇ ਤੇ ਉਸ ਤੋਂ ਬਾਅਦ ਦਾ ਜ਼ਗੀਰਦਾਰੀ ਯੁੱਗ ਹੋਵੇ, ਉਹਦੇ ਵਿੱਚ ਕਿਸ ਤਰ੍ਹਾਂ ਮੁਜ਼ਾਹਰਿਆਂ ਦੀ ਲੁੱਟ ਜ਼ਗੀਰਦਾਰਾਂ ਵੱਲੋਂ ਕੀਤੀ ਗਈ। ਤਾਂ ਮੌਜੂਦਾ ਦੌਰ ਦੇ ਵਿੱਚ ਵੀ ਆਪਾਂ ਚਾਹੇ ਫੈਕਟਰੀ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਦਿਹਾੜੀ ਦੇ ਮਸਲੇ ਤੇ ਲੁੱਟ ਹੋਵੇ, ਉਹਨਾਂ ਦੇ ਘੰਟਿਆਂ ਦੇ ਮਸਲੇ ਤੇ ਲੁੱਟ ਹੋਵੇ, ਜਾਂ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ ਲੁੱਟ ਹੋਵੇ, ਸਾਡੇ ਕਿਸਾਨ ਨੇ ਖੇਤਾਂ 'ਚ ਮਿਹਨਤ ਕਰਦੇ ਨੇ, ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਬਦਲੇ ਪੂਰਾ ਜਿਹੜਾ ਮੁੱਲ ਹੈ ਮਿਹਨਤ ਹੈ ਨਹੀਂ ਮਿਲ ਰਿਹਾ। ਇਸ ਤਰ੍ਹਾਂ ਕਿਰਤ ਦੀ ਲੁੱਟ ਲਗਾਤਾਰ ਉਦੋਂ ਤੋਂ ਜਾਰੀ ਹੈ ਜਦੋਂ ਤੋਂ ਉਰੇ ਵਾਧੂ ਪੈਦਾਵਾਰ ਹੋਈ, ਜਦੋਂ ਤੋਂ ਉਰੇ ਮਾਲਕ ਤੇ ਮਜ਼ਦੂਰ ਦਾ ਰਿਸ਼ਤਾ ਹੈ ਤੇ ਉਹ ਸਥਾਪਿਤ ਹੋਇਆ। ਇਹ ਲਗਾਤਾਰ ਹੁਣ ਇਸ ਤੋਂ ਵੀ ਗਾਂਹ ਚਲੀ ਗਈ। ਸਾਡੇ ਖੇਤੀ ਸੈਕਟਰ ਦੇ ਵਿੱਚ ਜਿਹੜੇ ਇਹ 3 ਕਾਨੂੰਨ ਲੈ ਕੇ ਆਉਂਦੇ ਆ ਤੇ ਇਹਨਾਂ ਨਾਲ ਅੱਜ ਹਾਲਾਤ ਇਹ ਨੇ ਕਿ 60% ਦੇ ਲਗਭਗ ਸਾਡੇ ਲੋਕ ਖੇਤੀ ਤੇ ਨਿਰਭਰ ਕਰਦੇ ਸੀ ਤੇ ਉਹ ਕਾਰਪੋਰੇਟ ਸੈਕਟਰ ਨੇ ਉਹਨਾਂ ਨੂੰ ਵੀ ਬਾਹਰ ਕੱਢ ਦੇਣਾ ਹੈਗਾ ਤੇ ਉਹਨਾਂ ਨੂੰ ਕਰਨ ਲਈ ਕਿਰਤ ਹੀ ਨਹੀਂ ਬਚਣੀ। ਕਿਰਤ ਦੀ ਲੁੱਟ ਤਾਂ ਅਗਲੀ ਗੱਲ ਹੈ ਵੀ ਉਹਨਾਂ ਨੂੰ ਕਿਰਤ ਹੀ ਨਹੀਂ ਰਹਿਣ ਦਿੱਤੀ ਜਾ ਰਹੀ ਉਹਨਾਂ ਨੂੰ, ਤੇ ਇੱਥੋਂ ਤੱਕ ਅੱਜ ਹਾਲਾਤ ਪਹੁੰਚੇ ਪਏ ਵੀ ਕਿਰਤੀਆਂ ਵਾਸਤੇ ਬਹੁਤ ਹੀ ਚੁਣੌਤੀਪੂਰਨ ਦੌਰ ਹੈ ਇਹ। ਜੀ ਜੀ ਜੀ। ਹਰਪ੍ਰੀਤ ਕੌਰ ਜੀ, ਤੁਸੀਂ
ਨੌਜਵਾਨੋਂ ਲੜਕੀਆਂ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਤੇ ਜੇ ਕੁੜੀਆਂ ਦੇ ਮਾਮਲੇ 'ਚ ਆਪਾਂ ਗੱਲ ਕਰੀਏ ਤਾਂ ਸਾਡਾ ਸਮਾਜ ਬਿਲਕੁਲ ਵੀ ਲੜਕੀਆਂ ਦੇ ਐਡਜਸਟ ਕਰਨ ਯੋਗ ਸਮਾਜ ਨਹੀਂ ਰਿਹਾ। ਕੁੜੀ ਦੇ ਜੰਮਣ ਤੋਂ ਪਹਿਲਾਂ ਹੀ ਉਹਦੇ ਬਹੁਤ ਸਾਰੇ ਜਿਹੜੇ ਦੁੱਖ ਨੇ ਸ਼ੁਰੂ ਹੋ ਜਾਂਦੇ ਨੇ, ਉਹਦੇ ਨਾਲ ਵਿਤਕਰੇ ਸ਼ੁਰੂ ਹੋ ਜਾਂਦੇ ਨੇ। ਸਮਾਜ ਨੇ ਬਹੁਤ ਸਾਰੇ ਟੈਬੂ ਨੇ ਜਿਹੜੇ ਉਹ ਕੁੜੀਆਂ ਲਈ ਕ੍ਰੀਏਟ ਕੀਤੇ ਹੋਏ ਨੇ, ਤੇ ਬਤੌਰ ਲੜਕੀ ਬਤੌਰ ਫੀਮੇਲ ਕਿੰਨੀ ਖਿੱਚ ਚੜ੍ਹਦੀ ਹੈ ਤੁਹਾਨੂੰ ਇਸ ਵਰਤਾਰੇ ਦੇ ਉੱਤੇ? ਹਾਂਜੀ ਸਰ, ਬਿਲਕੁਲ ਲੜਕੀਆਂ ਨੇ ਜਿਹੜੀਆਂ ਉਹ ਜੰਮਣ ਤੋਂ ਪਹਿਲਾਂ ਹੀ ਸੰਘਰਸ਼ ਦੇ ਵਿੱਚ ਪੈ ਜਾਂਦੀਆਂ ਨੇ। ਕਹਿਣ ਦਾ ਭਾਵ ਉਹਨਾਂ ਲਈ ਸੰਘਰਸ਼ ਜੰਮਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਪੈਦਾ ਹੋਣ ਤੇ ਵੀ ਪਾਬੰਦੀਆਂ, ਸਮਾਜ ਦੇ ਵਿੱਚ ਇੰਨੀਆਂ ਜ਼ਿਆਦਾ ਮਨਾਹੀਆਂ ਔਰਤਾਂ ਲਈ। ਜੇ ਸਾਡੇ ਪਰਿਵਾਰ ਨੇ ਜਿਹੜੇ ਜਾਂ ਸਾਡਾ ਹਰਪ੍ਰੀਤ ਜੀ, ਤੁਸੀਂ ਵੀਡੀਓ ਤੁਹਾਡੀ ਔਨ ਕਰੋ ਪਲੀਜ਼, ਵੀਡੀਓ ਤੇ ਮਾਈਕ। ਸਮਾਜ ਜਿਹੜਾ ਮਨਾਹੀਆਂ ਤੇ ਰਹਿਣ ਵਾਲੀਆਂ ਲੜਕੀਆਂ ਨੂੰ ਸਾਡੇ ਪੇਰੈਂਟਸ ਵੀ ਦੋ ਘੜੀ ਸਿਆਣੀ ਕੁੜੀ ਉਹਨੂੰ ਕਹਿੰਦੇ ਨੇ, ਜਿਹੜੀਆਂ ਕੁੜੀਆਂ ਨੇ ਜਿਹੜੀਆਂ ਉਹ ਮਨਾਹੀਆਂ ਦੇ ਵਿੱਚ ਰਹਿੰਦੀਆਂ ਨੇ। ਜੇ ਅਸੀਂ ਗੱਲ ਕਰੀਏ, ਜਦੋਂ ਕੁੜੀਆਂ ਮਨਾਹੀਆਂ ਤੋੜ ਕੇ ਅੱਗੇ ਵਧਦੀਆਂ ਨੇ, ਇਸ ਸਮਾਜ ਦੇ ਵਿੱਚ ਇੱਕ ਮਨੁੱਖ ਦਾ ਦਰਜਾ ਹਾਸਲ ਕਰਨਾ ਚਾਹੁੰਦੀਆਂ ਨੇ, ਤਾਂ ਉਹਨਾਂ ਔਰਤਾਂ ਪ੍ਰਤੀ ਸਮਾਜ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਹੋਰ ਹੋ ਜਾਂਦੀਆਂ ਨੇ ਵੀ ਇਹ ਲੜਕੀਆਂ ਨੇ ਜਿਹੜੀਆਂ ਇਹ ਚੰਗੀਆਂ ਲੜਕੀਆਂ ਨਹੀਂ ਹੈਗੀਆਂ। ਜੇ ਆਪਾਂ ਦੇਖੀਏ ਵੀ ਸਮਾਜ ਦੇ ਵਿੱਚ ਜਿੰਨੀਆਂ ਵੀ ਮਨਾਹੀਆਂ ਨੇ, ਜਨਮ ਤੋਂ ਲੈ ਕੇ ਕੁੜੀ ਹੈ ਜਿਹੜੀ ਪਿਓ ਦੇ ਅਧੀਨ ਰਹਿੰਦੀ ਆ ਜਦੋਂ ਤੱਕ ਉਹ ਵਿਆਹੀ ਨਹੀਂ ਜਾਂਦੀ ਹੈਗੀ। ਜਦੋਂ ਜਵਾਨ ਹੁੰਦੀ ਆ ਉਹਨੂੰ ਆਪਣੇ ਭਰਾ ਦੀ ਵੀ। ਹਰਪ੍ਰੀਤ ਕੌਰ, ਤੁਸੀਂ ਆਪਣਾ ਮਾਈਕ ਤੇ ਵੀਡੀਓ ਨਾ ਇਹਨੂੰ ਪਲੀਜ਼ ਔਨ ਕਰੋ। ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ ਤੁਹਾਡੇ ਵਾਲੇ ਪਾਸੇ। ਚਲੋ ਆਪਾਂ ਜਿੰਨੀ ਦੇਰ ਤੱਕ ਹਰਪ੍ਰੀਤ ਵਿਆਹੀ ਜਾਂਦੀ ਆ ਕੁੜੀ ਤਾਂ ਉਹਦੇ ਪਤੀ ਤੇ ਜਦੋਂ ਹੁੰਦੀ ਆ ਤਾਂ ਉਹਨੂੰ ਆਪਣੇ ਮੁੰਡੇ ਦੇ ਰਹਿਣਾ ਪੈਂਦਾ। ਇਹ ਸੋਚ ਆ ਔਰਤਾਂ ਜਿਹੜੀਆਂ ਉਹ ਮਰਦ ਦੇ ਬਰਾਬਰ ਨਹੀਂ ਹੈਗੀਆਂ। ਸਾਡਾ ਸਮਾਜ ਜਿਹੜਾ ਇਸ ਚੀਜ਼ ਨੂੰ ਹੀ ਸਵੀਕਾਰ ਕਰਦਾ, ਪਰ ਇਹਦੇ ਖਿਲਾਫ ਜੇ ਅਸੀਂ ਕਹੀਏ ਵੀ ਇਕੱਲਾ ਖਿੱਚ ਕੇ ਆਪਾਂ ਸਮਝ ਸਕਦੇ ਵੀ ਇਕੱਲਾ ਖਿੱਚ ਕੇ ਹੀ ਸਾਡੀ ਸੂਰਤ ਹੁੰਦੀ ਹੈ ਇਸ ਖਿਲਾਫ, ਇਹ ਨਹੀਂ ਹੈਗਾ। ਜੋ ਸਾਡੇ ਸਮਾਜ ਦੇ ਵਿੱਚ ਔਰਤ ਦੇ ਖਿਲਾਫ ਸੋਚ ਆ, ਸਾਨੂੰ ਉਸ ਸੋਚ ਨੂੰ ਜਿਹੜਾ ਉਹ ਖੋਰਾ ਲਾਉਣਾ ਪਊਗਾ। ਉਹ ਸੋਚ ਦੇ ਖਿਲਾਫ ਆ ਜਿਹੜਾ ਉਹ ਲੜਨਾ ਪਊਗਾ। ਇੱਕ ਪੜ੍ਹੀ ਲਿਖੀ ਕੁੜੀ ਨੂੰ ਹਰਪ੍ਰੀਤ, ਇਹਨਾਂ ਦੇ ਕਨੈਕਸ਼ਨ ਕਿਤੇ ਪ੍ਰੋਬਲਮ ਹੈ ਥੋੜੀ ਜੀ। ਇਹਨਾਂ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਕਿ ਥੋੜਾ ਜਿਹਾ ਠੀਕ ਕਰਨ ਇਹਨੂੰ। ਉਨੀ ਦੇਰ ਤੱਕ ਆਪਾਂ ਦੁਬਾਰਾ ਹਰਦੀਪ ਹੋਰਾਂ ਵੱਲ ਆਉਣੇ ਆ। ਹਰਦੀਪ, ਕੱਲ ਆਪਾਂ ਮੁਲਾਜ਼ਮਾਂ ਦੀ ਹਰਪ੍ਰੀਤ ਤੁਸੀਂ ਇੱਕ ਵਾਰੀ ਚੈੱਕ ਕਰੋ ਆਪਣੇ ਕਨੈਕਸ਼ਨ ਨੂੰ, ਰੀਕਨੈਕਟ ਕਰੋ ਇਸ ਨੂੰ। ਹਰਪ੍ਰੀਤ ਕੌਰ ਜੀ, ਤੁਹਾਡੇ ਕਨੈਕਸ਼ਨ 'ਚ ਪ੍ਰੋਬਲਮ ਹੈ। ਇੱਕ ਤਾਂ ਵੀਡੀਓ ਤੁਹਾਡੀ ਮਿਊਟ ਹੋਈ ਹੈ, ਇਹਨੂੰ ਪਲੀਜ਼ ਠੀਕ ਕਰੋ। ਤੁਹਾਡੀ ਵੀਡੀਓ ਨਾ ਸ਼ੋ ਨਹੀਂ ਹੋ ਰਹੀ ਹੈਗੀ। ਤੁਸੀਂ ਇਹਨੂੰ ਵੀਡੀਓ ਸ਼ੋ ਹੋ ਰਹੀ ਹੈ ਨਾ, ਅਜੇ ਵੀ ਨਹੀਂ ਸ਼ੋ ਹੋ ਰਹੀ। ਤੁਸੀਂ ਇੱਕ ਵਾਰੀ ਡਿਸਕਨੈਕਟ ਕਰਕੇ ਨਾ ਆਪਣੇ ਆਪ ਨੂੰ ਦੁਬਾਰਾ ਕਨੈਕਟ ਕਰੋ ਪਲੀਜ਼। ਉਨੀ ਦੇਰ ਤੱਕ ਅਸੀਂ ਹਰਦੀਪ ਹੋਰਾਂ ਬਾਰੇ ਹਰਦੀਪ ਨਾਲ ਗੱਲ ਕਰਦੇ ਹਾਂ। ਹਰਦੀਪ ਜੀ, ਤੁਸੀਂ ਮੁਲਾਜ਼ਮ ਵਰਗ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਮੁਲਾਜ਼ਮ ਵਰਗ ਬਾਰੇ ਸਾਡੇ ਸਮਾਜ ਦੇ ਵਿੱਚ ਨਾ ਬਹੁਤ ਸਾਰੀਆਂ ਨੈਗੇਟਿਵ ਧਾਰਨਾਵਾਂ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਮੁਲਾਜ਼ਮ ਨੇ ਇਹ ਸਾਡੇ ਸੁਸਾਇਟੀ ਦੇ ਉੱਤੇ ਅਮਰ ਬਿੱਲ ਵਾਂਗੂ ਚਿੰਬੜੇ ਹੋਏ ਨੇ, ਇਹ ਕੰਮ ਨਹੀਂ ਕਰਦੇ ਹੈਗੇ, ਇਹ ਸਾਡੇ ਸਿਰ ਤੋਂ ਖਾਂਦੇ ਨੇ, ਤਨਖਾਹਾਂ ਬਹੁਤ ਲੈਂਦੇ ਨੇ। ਇਹਨਾਂ ਸਾਰੀਆਂ ਜਿਹੜੀਆਂ ਧਾਰਨਾਵਾਂ ਸਾਡੀ ਸੁਸਾਇਟੀ ਦੇ ਵਿੱਚ ਨੇ ਇਸ ਵਰਗ ਪ੍ਰਤੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਰਦੀਪ ਜੀ, ਹਰਦੀਪ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਹਰਦੀਪ ਟੋਡਰਪੁਰ ਜੀ, ਤੁਸੀਂ ਮੇਰੇ ਨਾਲ ਕਨੈਕਟ ਹੋਏ ਆ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਹੈਲੋ। ਹਾਂਜੀ 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 ਹਾਂਜੀ
ਹਾਂਜੀ हाँ प्लीज बोलो जी। हाँ जी हरदीप जी, मेरी आवाज सुन रहे हो? ਹਾਂਜੀ ਹੁਣ ਸੁਣ ਰਹੇ, ਆਵਾਜ਼ ਘਟ ਗਈ। ओके 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 ओके। मेरा सवाल ਤੁਹਾਨੂੰ ਇਹ ਸੀ ਕਿ ਮੁਲਾਜ਼ਮਾਂ ਦੇ ਬਾਰੇ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਧਾਰਨਾਵਾਂ ਨੇ। ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪਰਜੀਵੀ ਵਰਗ ਹੈ, ਇਹ ਸਾਡੇ ਸਮਾਜ ਤੇ ਅਮਰਬੇਲ ਹੈ, ਇਹ ਕੰਮ ਨਹੀਂ ਕਰਦਾ ਹੈਗਾ, ਇਹ ਸਾਡੇ ਸਿਰ ਤੋਂ ਤਨਖਾਹਾਂ ਖਾਂਦਾ ਹੈ। ਤੇ ਤੁਹਾਨੂੰ ਕੀ ਲੱਗਦਾ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਤੁਸੀਂ ਕਿਵੇਂ ਡਿਫੈਂਡ ਕਰੋਗੇ ਮੁਲਾਜ਼ਮ ਹੋਣ ਦੇ ਨਾਤੇ ਆਪਣੇ ਆਪ ਨੂੰ ਇਸ ਮਾਮਲੇ 'ਚ? ਹਾਂਜੀ, ਇਸ ਮਾਮਲੇ ਤੇ ਦੇਖੋ ਇੱਕ ਕਹਾਵਤ ਹੈਗੀ ਹੈ, ਪਿੰਡਾਂ 'ਚ ਬੋਲੀ ਜਾਂਦੀ ਹੈ ਕਿ ਜੇ ਅੱਗ ਮੱਚੀ ਹੁੰਦੀ ਹੈ ਕਿਤੇ ਤਾਂ ਧੂੰਆਂ ਨਿਕਲਦਾ ਹੈਗਾ। ਇਸ ਕਰਕੇ ਇਸ ਗੱਲ ਨੂੰ ਨਾ ਤਾਂ ਅਸੀਂ ਪੂਰੀ ਤਰ੍ਹਾਂ ਰੱਦ ਕਰ ਸਕਦੇ ਤੇ ਨਾ ਹੀ ਇਹ ਆ ਕਿ ਇਸ ਗੱਲ ਦੇ ਵਿੱਚ ਪੂਰੀ ਹਕੀਕਤ ਹੈਗੀ ਹੈ। ਦੋ ਚੀਜ਼ਾਂ ਕਰਕੇ ਇਸ ਤਰ੍ਹਾਂ ਦੀ ਗੱਲ ਬਣੀ ਹੈ। ਟ੍ਰੇਡ ਯੂਨੀਅਨ ਦਾ ਇਨਕਲਾਬੀ ਸਿਧਾਂਤ ਦੇ ਨਾਲ ਲੈਸ ਨਾ ਹੋਣਾ ਜਾਂ ਸਿਰਫ ਤੇ ਸਿਰਫ ਆਰਥਿਕ ਮੰਗਾਂ ਮਸਲਿਆਂ ਦੇ ਉੱਤੇ ਸੀਮਿਤ ਹੋਣਾ, ਸੋਸਾਇਟੀ ਦੇ ਸਰੋਕਾਰਾਂ ਦੇ ਨਾਲ ਸਮਾਜਿਕ ਤਬਦੀਲੀ ਨਾਲ ਜੁੜੀਆਂ ਲਹਿਰਾਂ ਦੇ ਨਾਲ ਜੁੜਿਆ ਨਾ ਹੋਣਾ, ਇੱਕ ਤਾਂ ਇਹ ਕਾਰਨ ਹੈਗਾ ਕਿ ਦੇ ਵਿੱਚ ਭਾਰੂ ਜਿਹੜਾ ਰੁਝਾਨ ਹੋ ਰਿਹਾ ਹੈਗਾ ਕਿ ਆਪਣਾ ਡੀਏ, ਆਪਣੀ ਪੇ ਕਮਿਸ਼ਨ ਜਾਂ ਸਿਰਫ ਮੁਲਾਜ਼ਮ ਮੰਗਾਂ ਤੱਕ ਅਸੀਂ ਸੀਮਿਤ ਰਹਿਣਾ, ਬਾਕੀ ਜਿਹੜਾ ਸਿਆਸਤ ਹੈਗੀ ਆ ਉਸ ਦੇ ਬਾਰੇ ਅਸੀਂ ਚੁੱਪੀ ਸਾਧ ਕੇ ਰੱਖਣੀ ਹੈਗੀ ਹੈ। ਇੱਕ ਕਾਰਨ ਤਾਂ ਇਹ ਹੈ ਕਿ ਸਿਰਫ ਤੇ ਸਿਰਫ ਆਰਥਿਕਤਾਵਾਦ ਦੀ ਲਾਈਨ ਤੋਂ ਲੜਾਈ ਲੜੀ ਗਈ, ਜਿਹੜੀ ਇਸ ਨੇ ਵਿਚਾਰ ਲੋਕਾਂ ਦੇ ਵਿੱਚ ਬਣਾਇਆ ਕਿ ਮੁਲਾਜ਼ਮ ਜਿਹੜਾ ਉਹ ਸੁਸਾਇਟੀ ਦੇ ਵੱਡੇ ਤਬਕੇ ਨਾਲੋਂ ਕੱਟਿਆ ਗਿਆ। ਦੂਜਾ ਜਿਹੜਾ ਇਸ ਵਿਚਾਰ ਨੂੰ ਬਣਾਉਣ ਦੇ ਵਿੱਚ ਮੈਂ ਜਿਵੇਂ ਪਹਿਲਾਂ ਭੂਮਿਕਾ ਦੇ ਵਿੱਚ ਆਖਿਆ ਸੀ ਕਿ 1990-91 ਤੋਂ ਬਾਅਦ ਜਿਹੜੀ ਨਵੀਂ ਆਰਥਿਕ ਨੀਤੀ ਲੈ ਕੇ ਆਂਦੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ, ਉਹ ਲੋਕਾਂ ਨੂੰ ਸਹੂਲਤਾਂ ਖੋਹਣ ਵਾਲੀ ਸੀ। ਜਦੋਂ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਲੋਕਾਂ ਦੀ ਭਲਾਈ ਦੇ ਲਈ ਜਿੰਨੇ ਸਰਕਾਰੀ ਮਹਿਕਮੇ ਨੇ ਵੈਲਫੇਅਰ ਸਟੇਟ ਦੇ ਨਾਮ ਦੇ ਉੱਤੇ ਜਿਹੜੇ ਚਲਾਏ ਗਏ ਸੀ, 29 ਮਹਿਕਮੇ ਸਰਕਾਰ ਨੇ 73ਵੀਂ ਤੇ 74ਵੀਂ ਸੋਧ ਰਾਹੀਂ ਫੈਸਲਾ ਕਰ ਲਿਆ ਕਿ ਉਹ ਸਰਕਾਰ ਸਿੱਧੀ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਕੱਢ ਕੇ ਪੰਚਾਇਤਾਂ ਜਾਂ ਸਥਾਨਕ ਸੰਸਥਾਵਾਂ ਦੇ ਹਵਾਲੇ ਕਰੂਗੀ। ਸਿੱਧੇ ਰੂਪ ਦੇ ਵਿੱਚ ਸਰਕਾਰੀ ਮਹਿਕਮਿਆਂ ਦੀ ਆਕਾਰ ਘਟਾਈ ਕਰਨੀ ਸੀ, ਸਰਕਾਰੀ ਮਹਿਕਮਿਆਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਸੀ, ਉਸੇ ਦੇ ਵਿੱਚੋਂ ਠੇਕੇਦਾਰੀ ਪ੍ਰਬੰਧ ਨਿਕਲ ਕੇ ਆਇਆ। ਜੇ ਹੁਣ ਚੰਗੇ ਭਲੇ ਚੱਲਦੇ ਸਰਕਾਰੀ ਮਹਿਕਮਿਆਂ ਨੂੰ ਪ੍ਰਾਈਵੇਟ ਕੀਤਾ ਜਾਂਦਾ ਤਾਂ ਲੋਕਾਂ ਦੇ ਵਿੱਚ ਵਿਰੋਧ ਹੋਣਾ ਸੀ। ਇਸ ਕਰਕੇ ਸਰਕਾਰ ਨੇ ਇੱਕ ਪ੍ਰੋਪੇਗੈਂਡਾ ਖੁਦ ਕੀਤਾ ਜਾਂ ਲੰਮਾ ਸਮਾਂ ਜਿਵੇਂ ਸਕੂਲਾਂ ਦੇ ਵਿੱਚ ਭਰਤੀ ਨਹੀਂ ਕੀਤੀ, ਲੰਮਾ ਸਮਾਂ ਜਦੋਂ ਤੁਸੀਂ ਟੀਚਰਾਂ ਨੂੰ ਭਰਤੀ ਨਹੀਂ ਕਰੋਗੇ, ਪ੍ਰੋਪਰ ਤਰੀਕੇ ਨਾਲ ਕਹਿ ਲਈਏ ਕਿ ਸਕੂਲਾਂ ਦੇ ਵਿੱਚ ਸਹੂਲਤਾਂ ਨਹੀਂ ਦਓਗੇ, ਤਾਂ ਸਰਕਾਰੀ ਸਕੂਲਾਂ 'ਚ ਜੇ ਸਿੱਖਿਆ ਦਾ ਮਿਆਰ ਡਿੱਗਿਆ ਤਾਂ ਉਸ ਤੋਂ ਬਾਅਦ ਇਹਦਾ ਠੇਕਾ ਇਕੱਲਾ ਅਧਿਆਪਕਾਂ ਤੇ ਭੰਨਿਆ ਗਿਆ। ਇਸੇ ਤਰ੍ਹਾਂ ਬੋਰਡ ਦੇ ਵਿੱਚ ਦੀ ਬਜਾਏ ਜਾਂ ਲੋਕਾਂ ਨੂੰ ਪ੍ਰੋਪਰ ਬਿਜਲੀ ਦਾ ਪ੍ਰਬੰਧ ਦੇਣ ਦੀ ਬਜਾਏ ਜਾਣਬੁੱਝ ਕੇ ਪਹਿਲਾਂ ਉਸ ਪ੍ਰਬੰਧ ਨੂੰ ਵਿਗਾੜਿਆ ਗਿਆ ਤੇ ਫਿਰ ਉਹਦਾ ਠਿਕਰਾ ਇਹ ਭੰਨਿਆ ਗਿਆ ਕਿ ਬਿਜਲੀ ਮੁਲਾਜ਼ਮ ਕਰਪਟ ਹੋ ਗਏ, ਬਿਜਲੀ ਮੁਲਾਜ਼ਮ ਸਹੀ ਆਪਣੀ ਡਿਊਟੀ ਨਹੀਂ ਨਿਭਾਉਂਦੇ, ਇਸ ਕਰਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨਾ ਹੈਗਾ। ਇਹ ਹਰ ਸਰਕਾਰੀ ਮਹਿਕਮੇ ਦੇ ਬਾਰੇ ਬਣਾਇਆ ਕਿ ਪਹਿਲਾਂ ਤੁਸੀਂ ਉਸ ਨੂੰ ਬਦਨਾਮ ਕਰੋ ਤਾਂ ਕਿ ਉਸ ਦਾ ਜਦੋਂ ਤੁਸੀਂ ਭੋਗ ਪਾਉਣਾ ਹੈਗਾ ਤਾਂ ਲੋਕਾਂ ਦੇ ਵਿੱਚ ਉਸ ਦਾ ਵਿਰੋਧ ਨਾ ਖੜਾ ਹੋਵੇ। ਇਸ ਕਰਕੇ ਇਸ ਗੱਲ ਤੋਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਅਮਰਵੇਲ ਵਾਂਗ ਜਿਹੜਾ ਪੂਰਾ ਸਿਰਫ ਤੇ ਸਿਰਫ ਜਿਹੜੇ ਮੁਲਾਜ਼ਮ ਆਪਣੇ ਆਪ ਨੂੰ ਸਿਰਫ ਮੁਲਾਜ਼ਮ ਸਮਝਣਗੇ ਤੇ ਸਮਾਜ ਦੇ ਵਿੱਚ ਆਸੇ-ਪਾਸੇ ਜੋ ਮਾੜਾ ਹੋ ਰਿਹਾ, ਜੇ ਉਸ ਤੋਂ ਅਸੀਂ ਅੱਖਾਂ ਬੰਦ ਰੱਖਾਂਗੇ ਤਾਂ ਲਾਜ਼ਮੀ ਤੌਰ ਤੇ ਅਮਰਵੇਲ ਵਾਲੇ ਜਿਹੜੇ ਸਲੋਗਨ ਸਾਡੇ ਬਾਰੇ ਵਰਤਿਆ ਗਿਆ, ਇਸ ਨੂੰ ਤਾਕਤ ਮਿਲੂਗੀ। ਪਰ ਅਸੀਂ ਬਹੁਤ 21ਵੀਂ ਸਦੀ ਦੇ ਵਿੱਚ ਅੰਦੋਲਨ ਹੋ ਰਿਹਾ, ਖਾਸ ਤੌਰ ਤੇ ਕੰਟਰੈਕਟ ਦੀ ਭਰਤੀ ਜਦੋਂ ਦੀ ਸ਼ੁਰੂ ਹੋਈ ਹੈ, ਜਿੱਥੇ ਆਮ ਮੁਲਾਜ਼ਮਾਂ ਦੇ ਲਈ ਮਾੜਾ ਵਾਪਰਿਆ ਹੈਗਾ, ਉੱਥੇ ਕੰਟਰੈਕਟ ਦੇ ਮੁਲਾਜ਼ਮ ਜਿਹੜੇ ਇਨਕਲਾਬੀ ਸਿਧਾਂਤ ਨਾਲ ਨਾ ਵੀ ਲੈਸ ਹੋਣ, ਉਹ ਸਰਕਾਰ ਦੇ ਨਾਲ ਇੱਕ ਮਿਲੀਟੈਂਟ ਸਟਰਗਲ ਲਾਜ਼ਮੀ ਤੌਰ ਤੇ ਲੜ ਰਹੇ ਨੇ ਤੇ ਉਸ ਦੇ ਵਿੱਚ ਉਹਨਾਂ ਲੜਨ ਵਾਲੀਆਂ ਜਥੇਬੰਦੀਆਂ ਦੇ ਨਾਲ ਵੀ ਉਹਨਾਂ ਦਾ ਰਿਸ਼ਤਾ ਬਣ ਰਿਹਾ। ਅੱਜ ਦੀ ਮੁਲਾਜ਼ਮ ਜਥੇਬੰਦੀਆਂ 21ਵੀਂ ਸਦੀ ਦੇ ਵਿੱਚ ਇਹ ਕਿਸਾਨਾਂ ਦੇ ਨਾਲ ਵੀ ਸਰੋਕਾਰ ਨੇ, ਕਿਸਾਨੀ ਸੰਘਰਸ਼ ਦੇ ਵਿੱਚ ਸਮੁੱਚੇ ਅਧਿਆਪਕ ਵਰਗ ਦੇ ਵਿੱਚੋਂ ਵੱਡੇ ਪੱਧਰ ਤੇ ਨੂੰ ਸਮਰਥਨ ਮਿਲ ਰਿਹਾ ਹੈਗਾ। ਇਸੇ ਤਰ੍ਹਾਂ ਬਾਕੀ ਮਹਿਕਮਿਆਂ ਦੇ ਮੁਲਾਜ਼ਮ ਵੀ ਇਹਨੂੰ ਸਪੋਰਟ ਕਰ ਰਹੇ ਨੇ। ਇਹ ਇੱਕ ਨਵੀਂ ਕਿਸਮ ਦੀ ਜਿਹੜੀ ਸਾਂਝ ਉੱਭਰ ਰਹੀ ਹੈਗੀ ਆ। ਸੋ ਆਸ ਕਰਦੇ ਆ ਕਿ ਮੁਲਾਜ਼ਮਾਂ ਦੇ ਉੱਤੇ ਜਿਹੜਾ ਇਹ ਇੱਕ ਧੱਬਾ ਲੱਗਿਆ ਸੀ ਕਿ ਇਹ ਸਿਰਫ ਆਪਣੇ ਤੱਕ ਸੀਮਿਤ ਹੋ ਕੇ ਲੜਦੇ ਨੇ,
ਮੁਲਾਜ਼ਮ ਵਰਗ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜਾ ਧੱਬਾ ਲੱਗਿਆ ਸੀ ਇਹਨੂੰ ਹੋਰ ਜ਼ਿਆਦਾ ਸਾਫ਼ ਕਰੂ। ਜੀ, ਤੁਸੀਂ ਬਹੁਤ ਇਮਾਨਦਾਰੀ ਨਾਲ ਇਸ ਗੱਲ ਦੀ ਪੜਚੋਲ ਕੀਤੀ ਹੈ ਕਿ ਸਾਡੇ ਤੇ ਜਿਹੜੇ ਇਹ ਇਲਜ਼ਾਮ ਲੱਗੇ ਨੇ ਇਹਨਾਂ ਦੇ ਵਿੱਚ ਕਿਸ ਹੱਦ ਤੱਕ ਅਸੀਂ ਜ਼ਿੰਮੇਵਾਰ ਸੀ ਤੇ ਕਿਸ ਹੱਦ ਤੱਕ ਸਿਸਟਮ ਜ਼ਿੰਮੇਵਾਰ ਹੈ। ਇਹ ਇਮਾਨਦਾਰੀ ਬਹੁਤ ਅੱਛੀ ਹੈ। ਸਾਨੂੰ ਘੱਟੋ ਘੱਟ ਆਪਣੀ ਪੜਚੋਲ ਵੀ ਕਰਨੀ ਚਾਹੀਦੀ ਹੈ ਤੇ ਤੁਸੀਂ ਆਪਣੇ ਵੱਲ ਵੀ ਉਂਗਲ ਕੀਤੀ ਹੈ, ਸਿਸਟਮ ਵੱਲ ਵੀ ਉਂਗਲ ਕੀਤੀ ਹੈ। ਭੁਪਿੰਦਰ ਸਿੰਘ ਜੀ, ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਕਿਰਤੀ ਵਰਗ ਬਾਰੇ ਵੀ ਬਹੁਤ ਸਾਰੀਆਂ ਧਾਰਨਾਵਾਂ ਸਾਡੀ ਸੁਸਾਇਟੀ ਦੇ ਵਿੱਚ ਇਸ ਕਿਸਮ ਦੀਆਂ ਹੈਗੀਆਂ ਨੇ। ਸੁਸਾਇਟੀ ਦੇ ਕੁਝ ਸੈਕਸ਼ਨ ਖਾਸ ਤੌਰ ਤੇ ਅਕਸਰ ਆਪਣੀਆਂ ਨਿੱਜੀ ਬੈਠਕਾਂ ਦੇ ਵਿੱਚ ਵੀ ਤੇ ਓਪਨਲੀ ਵੀ ਇਹ ਮੁੱਦੇ ਉਠਾਉਂਦੇ ਨੇ ਕਿ ਜੀ ਇਹ ਲੋਕ ਕੰਮ ਨਹੀਂ ਕਰਦੇ ਜੀ, ਇਹ ਸਹੂਲਤਾਂ ਬਹੁਤ ਪਾਲਦੇ ਨੇ ਜੀ, ਤੇ ਇਹਨਾਂ ਨੂੰ ਨਰੇਗਾ ਦੇ ਵਿੱਚੋਂ ਇਹ ਮਿਲ ਜਾਂਦਾ, ਉਹ ਮਿਲ ਜਾਂਦਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਸਾਡੀ ਸੁਸਾਇਟੀ ਦੇ ਵਿੱਚ ਕਿਰਤੀ ਵਰਗ ਪ੍ਰਤੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀਆਂ ਇਹ ਧਾਰਨਾਵਾਂ ਨੇਗੀਆਂ ਇਹ ਬਿਲਕੁਲ ਮਤਲਬ ਫਜ਼ੂਲ ਨੇ ਜੀ, ਕਿਉਂਕਿ ਆਪਾਂ ਜੇ ਦੇਖੀਏ ਕਿਰਤੀ ਵਰਗ ਦੀ ਮਿਹਨਤੀ ਹੈ, ਜਿਹਨੇ ਉਹ ਮਨੁੱਖ ਜਿਹੜਾ ਗੁਫਾਵਾਂ 'ਚ ਰਹਿੰਦਾ ਸੀ, ਨੰਗੇ ਪੈਰੀ ਯਾਤਰਾ ਕਰਦਾ ਸੀਗਾ, ਉਹਨੂੰ ਏਸੀ ਤੇ ਹੀਟਰਾਂ ਵਾਲੇ ਘਰਾਂ ਦੇ ਵਿੱਚ ਰਹਿਣ ਜੋਗੀਆਂ ਸਹੂਲਤਾਂ ਜੇ ਬਣਾ ਕੇ ਦਿੱਤੀਆਂ ਤਾਂ ਉਹ ਕਿਰਤ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ। ਜਹਾਜ਼ਾਂ 'ਚ ਚਾੜਿਆ ਤਾਂ ਜਹਾਜ਼ ਕਿਹਨੇ ਬਣਾਇਆ, ਉਹ ਵੀ ਉਹਦੇ 'ਚ ਕਿਰਤ ਦਾ ਵੱਡਾ ਯੋਗਦਾਨ ਹੈ। ਹੋਰ ਤਾਂ ਹੋਰ ਜਿਹੜਾ ਕੋਈ ਬੁੱਧੀਜੀਵੀ ਤਬਕਾ ਜਾਂ ਹੋਰ ਇਸ ਤਰ੍ਹਾਂ ਦੇ ਜੇ ਗੱਲਾਂ ਕਰਦੇ ਆ ਤਾਂ ਉਸ ਵਿਚਾਰ ਨੂੰ ਬਣਾਉਣ ਦੇ ਵਿੱਚ ਵੀ ਕਿਰਤ ਦਾ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਕਿਰਤ ਪਹਿਲਾਂ ਵਿਚਾਰ ਬਾਅਦ ਦੇ ਵਿੱਚ, ਉਹਦੇ ਤੋਂ ਹੀ ਕਿਰਤ ਤੋਂ ਹੀ ਵਿਚਾਰ ਡਿਵੈਲਪ ਹੁੰਦੇ ਆ। ਤੇ ਕਿਰਤੀ ਲੋਕਾਂ ਨੇ ਮਿਹਨਤ ਕਰਕੇ, ਜਿਹੜੇ ਕਹਿੰਦੇ ਕਿ ਵਿਹਲੇ ਰਹਿੰਦੇ ਆ, ਉਹਨਾਂ ਨੇ ਕਿਰਤੀ ਲੋਕਾਂ ਨੇ ਆਪਦੇ ਕੰਮ ਨੂੰ ਸੌਖਾਲਿਆ ਕਰਨ ਦੇ ਲਈ ਤਕਨੀਕ ਵਿਕਸਿਤ ਕੀਤੀ। ਤਕਨੀਕ ਨੂੰ ਵਿਕਸਿਤ ਕਰਨ ਵਾਲੇ ਕਿਰਤੀ ਨੇ, ਉਹਨਾਂ ਨੇ ਇਸ ਕਰਕੇ ਵਿਕਸਿਤ ਕੀਤੀ ਵੀ ਸਾਡਾ ਕੰਮ ਸੁਖਾਲਾ ਹੋ ਜੇ। ਪਰ ਉਹ ਜਿਹੜੀ ਵਿਕਸਿਤ ਕੀਤੀ ਤਕਨੀਕ ਨੂੰ ਕਬਜ਼ੇ 'ਚ ਕਿਹਨੇ ਕੀਤਾ? ਇੱਥੋਂ ਦੇ ਕਾਰਪੋਰੇਟ ਘਰਾਣਿਆਂ ਨੇ। ਉਹਨਾਂ ਨੇ ਆਪਦੇ ਮੁਨਾਫੇ ਲਈ ਉਹ ਤਕਨੀਕ ਨੂੰ ਵਰਤਿਆ ਤੇ ਕਿਰਤੀ ਨੂੰ ਉਸ ਦੇ ਵਿੱਚੋਂ ਵਿਹਲਾ ਕਰਤਾ। ਤੇ ਇਸੇ ਤਰ੍ਹਾਂ ਅੱਜ ਖੇਤੀ ਕਾਨੂੰਨ ਨੇ, ਮੈਂ ਫਿਰ ਉੱਥੇ ਆਉਣਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਵੀ ਅੱਜ ਜਿੱਥੇ ਖੇਤੀਬਾੜੀ ਸਾਡੀ 60% ਜਿਹੜੀ ਕਿਰਤ ਸ਼ਕਤੀ ਨੂੰ ਸਾਂਭੀ ਬੈਠੀ ਹੈ, ਉਹਨੂੰ ਕੰਮ ਦੇ ਰਹੀ ਹੈ, ਤੇ ਕਾਰਪੋਰੇਟ ਸੈਕਟਰ ਚਾਹੁੰਦਾ ਹੈ ਕਿ ਉਹ ਖੇਤੀਬਾੜੀ ਨੂੰ ਮੈਂ ਆਪਦੇ ਕੰਟਰੋਲ 'ਚ ਲਵਾਂ, ਜ਼ਮੀਨ ਸਾਂਭਾਂ, ਤੇ ਜਿਹੜੀ ਕਿਰਤੀ ਲੋਕਾਂ ਨੇ ਤਕਨੀਕ ਵਿਕਸਿਤ ਕੀਤੀ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ 'ਚ ਹੈ। ਉਹ ਤਕਨੀਕ ਦੇ ਨਾਲ ਮੈਂ ਖੇਤੀ ਕਰਾਂ ਤੇ ਕਿਰਤੀਆਂ ਨੂੰ ਖੇਤਾਂ 'ਚੋਂ ਬਾਹਰ ਕਰਦਾ। ਤੇ ਇਹ ਤਾਂ ਕਾਰਪੋਰੇਟ ਘਰਾਣਿਆਂ ਦਾ ਮੰਨ ਲਓ ਸਾਰਾ ਸਾਧਨਾਂ ਤੇ ਜਿਹੜਾ ਕਬਜ਼ਾ ਹੈ, ਉਹ ਕਬਜ਼ਾ ਕਿਰਤੀਆਂ ਨੂੰ ਵਿਹਲੇ ਕਰ ਰਿਹਾ ਹੈ। ਤੇ ਦੂਸਰਾ, ਉਰੇ ਸਾਡਾ ਜਿਹੜਾ ਸੰਘ ਦਾ ਫਾਸ਼ੀਵਾਦੀ ਏਜੰਡਾ ਹੈ, ਉਹ ਵੀ ਘੱਟ ਗਿਣਤੀਆਂ ਤੇ ਖਾਸ ਕਰ ਦਲਿਤਾਂ ਤੇ ਕਿਰਤੀ ਲੋਕਾਂ ਬਾਰੇ ਉਹਨਾਂ ਦਾ ਪ੍ਰਚਾਰ ਹੈ, ਉਹ ਇਹਨਾਂ ਨੂੰ ਦੱਬਣਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਇਸ ਵਰਗ ਨੂੰ। ਇਸ ਕਰਕੇ ਉਹਦਾ ਵੀ ਪ੍ਰਚਾਰ ਹੈ ਕਿ ਇਹ ਲੋਕ ਵਿਹਲੀਆਂ ਖਾਂਦੇ ਆ। ਤੇ ਉਹ ਗੱਲ ਨਾਲ ਸਹਿਮਤ ਨਹੀਂ ਕਿ ਕਿਰਤੀ ਵਿਹਲੇ ਆ ਜਾਂ ਨਰੇਗਾ ਮਿਲਦਾ। ਕਿੰਨਾ ਕੁ ਨਰੇਗਾ ਮਿਲਦਾ ਸਾਲ 'ਚ? ਕੋਈ ਵੀ ਐਸੀ ਸਟੇਟ ਨਹੀਂ ਜਿਹੜਾ 100 ਦਿਨ ਨਰੇਗਾ ਦਾ ਪੂਰਾ ਕੰਮ ਦਿੰਦੀ ਹੋਵੇ, ਤੇ ਸਟੇਟ ਨਹੀਂ ਹੈ। ਸਾਡੇ ਪੰਜਾਬ ਦੇ ਵਿੱਚ ਹਾਲਾਤ ਦੇਖ ਲਓ, ਮੰਨ ਲਓ ਕੋਈ ਵੀ ਕਿਰਤੀ ਹੈ, ਨਰੇਗਾ ਵਾਲਾ ਜਿਹੜਾ ਹੈਗਾ ਉਹਨੂੰ 18-20 ਦਿਨ ਮਸਾਂ ਕੰਮ ਮਿਲਦਾ, ਉਹਦੀ ਪੇਮੈਂਟ ਨਹੀਂ ਮਿਲਦੀ ਹੈ। ਤੇ ਇਸ ਕਰਕੇ ਇਹ ਗੱਲਾਂ ਮੰਨ ਲਓ ਠੀਕ ਨਹੀਂ ਹੈ। ਕਿਰਤੀ ਹੀ ਕੰਮ ਕਰਦੇ ਆ, ਜਿਹੜੇ ਅਸੀਂ ਦਾਣੇ ਖਾਂਦੇ ਆ, ਰੋਟੀ ਖਾਂਦੇ ਆ, ਕੁਛ ਵੀ ਖਾਂਦੇ ਆ, ਉਹ ਕਿਰਤੀ ਵਰਗ ਦੀਆਂ ਪੈਦਾ ਕੀਤੀਆਂ ਹੋਈਆਂ। ਕਿਰਤ ਨਾ ਕਰਨ ਤੇ ਮਤਲਬ ਕੁਛ ਵੀ ਨਹੀਂ ਹੋਣਾ। ਇਸ ਕਰਕੇ ਬਿਲਕੁਲ, ਜਿਹੜੀ ਵੀ ਪ੍ਰੋਡਕਸ਼ਨ ਹੈ, ਜਿਹੜੀ ਵੀ ਚੀਜ਼ ਇਸ ਵੇਲੇ ਅਸੀਂ ਯੂਜ਼ ਕਰ ਰਹੇ ਹਾਂ, ਉਹ ਕਿਰਤ ਰਾਹੀਂ ਹੀ ਬਣਦੀ ਹੈ ਤੇ ਕਿਰਤੀ ਰਾਹੀਂ ਹੀ ਬਣਦੀ ਹੈ। ਤੇ ਇਸ ਕਿਸਮ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਸਾਨੂੰ 100 ਵਾਰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਕਿਹੜੀਆਂ ਜੀਵਨ ਹਾਲਤਾਂ ਨੇ ਜਿਨ੍ਹਾਂ 'ਚ ਉਹ ਰਹਿ ਰਹੇ ਨੇ, ਜਿਨ੍ਹਾਂ 'ਚ ਉਹ ਗੁਜ਼ਾਰਾ ਕਰ ਰਹੇ ਨੇ। ਹਰਪ੍ਰੀਤ ਕੌਰ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਹੁਣ? ਹਰਪ੍ਰੀਤ ਕੌਰ, ਤੁਹਾਡਾ ਮਾਈਕ ਫਿਰ ਬੰਦ ਹੈ, ਇਹਨੂੰ ਮਾਈਕ ਨੂੰ ਪਲੀਜ਼ ਅਨਮਿਊਟ ਕਰੋ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਤੁਹਾਡੀ ਆਵਾਜ਼ ਨਹੀਂ, ਮੇਰੇ ਤੱਕ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੁਹਾਡੀ ਕਨੈਕਟੀਵਿਟੀ ਹੈਲੋ ਰੇਂਜ ਦੀ ਪ੍ਰੋਬਲਮ ਹੈ ਸਰ, ਕਨੈਕਟੀਵਿਟੀ ਦੀ। ਹਾਂ, ਕਨੈਕਟੀਵਿਟੀ ਦੀ ਪ੍ਰੋਬਲਮ ਹੈ, ਕਿਤੇ ਨੈਟਵਰਕ ਦੀ ਸਮੱਸਿਆ। ਹਾਂ, ਕੋਈ ਨਹੀਂ, ਚਲੋ ਜਦੋਂ ਤੁਹਾਡੇ ਤੱਕ ਪ੍ਰੋਪਰ ਆਵਾਜ਼ ਜਾਣੀ ਸ਼ੁਰੂ ਹੋ ਗਈ ਉਦੋਂ ਪਲੀਜ਼ ਮੈਨੂੰ ਦੱਸ ਦਿਓ, ਆਪਾਂ ਤੁਹਾਡੇ ਨਾਲ ਤੁਹਾਨੂੰ ਉਦੋਂ ਐਡ ਕਰ ਲਾਂਗੇ। ਫਿਲਹਾਲ ਅਸੀਂ ਦੁਬਾਰਾ ਫਿਰ ਹਰਦੀਪ ਹੋਰਾਂ ਵੱਲ ਆਉਂਦੇ ਹਾਂ। ਹਰਦੀਪ ਜੀ, ਤੁਸੀਂ ਨੌਜਵਾਨ ਸੁਚੇਤ ਤੋਂ ਮੈਂ ਜਿਹੜਾ ਹਰਪ੍ਰੀਤ ਕੌਰ ਹੋਰਾਂ ਨੂੰ ਸਵਾਲ ਕਰਨਾ ਸੀ ਉਹ ਤੁਹਾਨੂੰ ਕਰ ਰਿਹਾ, ਕਿਉਂਕਿ ਤੁਸੀਂ ਵੀ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਵਿੱਚੋਂ ਲੰਘੇ ਹੋ। ਨੌਜਵਾਨਾਂ ਤੇ ਵੀ ਅਕਸਰ ਇਸ ਕਿਸਮ ਦੇ ਇਲਜ਼ਾਮ ਲੱਗਦੇ ਨੇ
ਕਿ ਨੌਜਵਾਨ ਬਹੁਤ ਪੈਸਿਵ ਨੇ, ਉਹ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ, ਉਹ ਰਾਜਨੀਤਿਕ ਮਸਲਿਆਂ ਦੇ ਵਿੱਚ ਕੋਈ ਧਿਆਨ ਨਹੀਂ ਦਿੰਦੇ ਹੈਗੇ। ਉਹ ਉਹਨਾਂ ਦਾ ਸਾਰਾ ਧਿਆਨ ਇਸ ਗੱਲ ਤੇ ਲੱਗਿਆ ਹੋਇਆ ਕਿ ਇਹ ਦੇਸ਼ ਨੂੰ ਛੱਡ ਕੇ ਅਸੀਂ ਕਦੋਂ ਬਾਹਰ ਚਲੇ ਜਾਈਏ। ਕਹਿਣ ਦਾ ਭਾਵ ਇਹ ਹੈ ਕਿ ਉਹ ਨਿਰਲੇਪ ਨੇ ਬਹੁਤ ਸਾਰੇ ਸਮਾਜਿਕ, ਰਾਜਨੀਤਿਕ, ਆਰਥਿਕ ਮਸਲਿਆਂ ਤੋਂ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਵੇਖੋ ਜੀ, ਨੌਜਵਾਨ ਪੀੜ੍ਹੀ ਹੈ ਜਿਹੜੀ, ਉਸ ਚ ਬਹੁਤ ਊਰਜਾਵਾਨ ਜੀ, ਬਹੁਤ ਕੁਝ ਕਰਨ ਦੀ ਵੀ ਉਹਨਾਂ ਦੇ ਵਿੱਚ ਚਾਹਨਾ ਹੁੰਦੀ ਹੈਗੀ ਹੈ। ਦੂਜਾ, ਯੂਥ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਕਿ ਮੈਂ ਕੁਝ ਅਜਿਹਾ ਕਰਾਂ ਜਿਹਦੇ ਨਾਲ ਮੇਰੀ ਸਮਾਜ ਦੇ ਵਿੱਚ ਇੱਕ ਪਹਿਚਾਣ ਹੋਵੇ। ਇਸ ਕਰਕੇ ਇੰਨੀਆਂ ਸੰਭਾਵਨਾਵਾਂ ਵਾਲਾ ਨੌਜਵਾਨ, ਜੇ ਉਸਨੂੰ ਵਿਹਲੇ ਰੱਖਿਆ ਜਾਊਗਾ ਤਾਂ ਉਹ ਕਹਿ ਲਈਏ ਕਿ ਵਿਹਲਾ ਤਾਂ ਉਸਨੇ ਰਹਿਣਾ ਨਹੀਂ, ਤਾਂ ਉਹ ਚੰਗੇ ਪਾਸੇ ਨਹੀਂ ਜੇ ਚੱਲਣਾ ਤਾਂ ਮਾੜੇ ਪਾਸੇ ਉਹਨੇ ਲਾਜ਼ਮੀ ਤੌਰ ਤੇ ਜਾਣਾ ਹੈਗਾ ਜੀ। ਜੇ ਉਦਾਹਰਨ ਦੇ ਤੌਰ ਤੇ ਵੇਖਣਾ ਹੋਵੇ, ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ 1965 ਦੇ ਲਗਭਗ ਜੀ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀਬਾੜੀ ਦਾ ਜਿਹੜਾ ਮਸ਼ੀਨੀਕਰਨ ਹੋਇਆ, ਖੇਤੀਬਾੜੀ ਦੇ ਵਿੱਚ ਵੱਡੀ ਪੱਧਰ ਤੇ ਕਹਿ ਲਈਏ ਕਿ ਲੇਬਰ ਜਿਹੜੀ ਲੱਗਦੀ ਸੀ, ਖੇਤੀਬਾੜੀ ਦੇ ਵਿੱਚ ਲੋਕ ਕੰਮ ਕਰਦੇ ਸੀ, ਉਹ ਖੇਤੀਬਾੜੀ ਦੇ ਧੰਦੇ ਦੇ ਵਿੱਚੋਂ ਵਿਹਲੇ ਹੋ ਗਏ, ਜਾਂ ਕਣਕ ਤੇ ਝੋਨੇ ਦਾ ਫਸਲੀ ਚੱਕਰ ਹੋਣ ਕਰਕੇ ਸਿਰਫ ਸੀਜ਼ਨ ਦੇ ਸਮੇਂ ਕੰਮ ਹੁੰਦਾ ਸੀ, ਬਾਕੀ ਸਾਰਾ ਸਾਲ ਉਹਨਾਂ ਕੰਮ ਨਾ ਰਿਹਾ ਜਿੰਨਾ ਪਹਿਲਾਂ ਹੁੰਦਾ ਸੀ। ਇਸ ਤੋਂ ਕੀ ਹੋਇਆ ਕਿ ਸੀਜ਼ਨ ਦੇ ਸਮੇਂ ਪ੍ਰਵਾਸੀ ਮਜ਼ਦੂਰ ਆ ਕੇ ਕੰਮ ਕਰਨ ਲੱਗੇ, ਤੇ ਜਿਹੜਾ ਪੰਜਾਬ ਦਾ ਨੌਜਵਾਨ ਸੀ ਜਿਹੜਾ, ਉਹ ਲਗਭਗ ਕਹਿ ਲਈਏ ਕਿ ਸਾਲ ਦਾ ਵੱਡਾ ਹਿੱਸਾ ਇਸ ਖੇਤੀਬਾੜੀ ਦੇ ਵਿੱਚੋਂ ਬਾਹਰ ਹੋ ਗਿਆ। ਚਾਹੀਦਾ ਇਹ ਸੀ ਕਿ ਜਿੱਥੇ ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ ਜਾਂ ਖੇਤੀਬਾੜੀ ਨਵੀਂ ਤਕਨੀਕ ਕੀਤੀ ਜਾਣੀ ਸ਼ੁਰੂ ਹੋਈ, ਉਹਨਾਂ ਮੁਲਕਾਂ ਦੇ ਵਿੱਚ ਇੰਡਸਟਰੀ ਵਿਕਸਿਤ ਹੋਈ ਤੇ ਲੋਕਾਂ ਨੂੰ ਇੰਡਸਟਰੀ ਦੇ ਵਿੱਚ ਰੁਜ਼ਗਾਰ ਮਿਲਿਆ। ਪਰ ਪੰਜਾਬ ਦੇ ਵਿੱਚ ਹੋਇਆ ਕਿ ਇੱਥੇ ਖੇਤੀਬਾੜੀ ਦੇ ਵਿੱਚੋਂ ਵਿਹਲੀ ਹੋਈ ਜਿਹੜੀ ਲੇਬਰ ਸ਼ਕਤੀ ਸੀ, ਕਿਰਤ ਸ਼ਕਤੀ ਸੀ, ਉਸਨੂੰ ਇੰਡਸਟਰੀ ਤਾਂ ਪੰਜਾਬ ਦੇ ਵਿੱਚ ਹੈ ਨਹੀਂ। ਇਹ ਤਾਂ ਇੰਡਸਟਰੀ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖ ਕੇ ਕਹਿ ਲਈਏ ਕਿ ਪੰਜਾਬ ਦੇ ਇੱਕ ਕੋਨੇ ਤੇ ਪੈਂਦਾ, ਜਾਂ ਬਾਰਡਰ ਸਟੇਟ ਹੋਣ ਕਰਕੇ ਕਹਿ ਲਈਏ, ਜਾਂ ਇੱਥੋਂ ਦੇ ਜਿਹੜੀ ਸਰਮਾਏਦਾਰੀ ਦੇ ਉਹਦੇ ਆਪਣੇ ਇੰਟਰਸਟ ਹੋਣਗੇ ਕਿ ਇੱਥੇ ਜੇ ਚਾਹੀਦਾ ਤਾਂ ਇਹ ਸੀ ਕਿ ਖੇਤੀਬਾੜੀ ਜੇ ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਸੀ, ਤਾਂ ਇੱਥੇ ਐਗਰੋ ਬੇਸ ਇੰਡਸਟਰੀ ਜੇ ਲੱਗਦੀ ਤਾਂ ਇਸ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਮਿਲਦਾ। ਪਰ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਨਾ ਮਿਲਿਆ, ਇੱਕ ਵਾਰ ਤਾਂ ਉਹਨਾਂ ਨੂੰ ਹਰੀ ਕ੍ਰਾਂਤੀ ਦਾ ਕਹਿ ਲਈਏ ਫਾਇਦਾ ਮਿਲਿਆ, ਹਰ ਘਰ ਦੇ ਵਿੱਚ ਟੈਲੀਵਿਜ਼ਨ ਆ ਗਿਆ, ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠ ਗਿਆ, ਬਾਕੀ ਸੂਬਿਆਂ ਦੇ ਮੁਕਾਬਲੇ ਕੱਚੇ ਮਕਾਨਾਂ ਤੋਂ ਪੱਕੇ ਪੈ ਗਏ। ਪਰ ਲਗਭਗ 1990 ਤੱਕ ਜਾਂਦੇ ਜਾਂਦੇ ਇਹ ਹਰੀ ਕ੍ਰਾਂਤੀ ਕਹਿ ਲਈਏ ਕਿ ਬਹੁਤ ਜ਼ਿਆਦਾ ਪੀਲੀ ਪੈ ਚੁੱਕੀ ਹੈ ਜੇ ਆਪਾਂ ਕਹਿ ਲਈਏ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਨੌਜਵਾਨਾਂ ਦੀ ਇੱਕ ਬੇਲੀ ਸ਼ਕਤੀ ਸੀ ਜਿਹੜਾ ਵੱਡਾ ਹਿੱਸਾ, ਉਸ ਨੌਜਵਾਨ ਯੂਥ ਨੂੰ ਕਿਸੇ ਵੀ ਪਾਸੇ ਲਾਇਆ ਜਾ ਸਕਦਾ ਸੀ। ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਇੱਕ ਖਾਲਿਸਤਾਨੀ ਲਹਿਰ ਚੱਲੀ, ਜਿਹਨੂੰ ਅਸੀਂ ਕਾਲਾ ਦੌਰ ਵੀ ਮੰਨਦੇ ਹਾਂ ਇਸ ਪੰਜਾਬ ਦੇ ਵਿੱਚ, ਉਸ ਲਹਿਰ ਦੇ ਦਰਮਿਆਨ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਉਸ ਲਹਿਰ ਵੱਲ ਰੁਚਿਤ ਹੋਏ, ਤੇ ਜਿਸ ਕਰਕੇ ਪੰਜਾਬ ਨੇ ਇੱਕ ਲੰਮਾ ਸਮਾਂ ਕਾਲਾ ਦੌਰ ਹੰਢਾਇਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਨੇ ਉਹ ਦੌਰ ਵੇਖਿਆ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਦਹਿਸ਼ਤ ਪੈਦਾ ਹੋਈ ਕਿ ਆਮ ਜਿਹੜੇ ਉਸ ਸਮੇਂ ਦੇ ਵਿੱਚੋਂ ਲੰਘੇ ਹੋਏ ਲੋਕ ਨੇ, ਉਹ ਆਪਣੇ ਬੱਚਿਆਂ ਨੂੰ ਕਹਿ ਲਈਏ ਹੋਰ ਜਿਸ ਵੀ ਕੰਮ ਦੇ ਵਿੱਚ ਭੇਜ ਦੇਣ, ਚਾਹੇ ਉਹਨਾਂ ਦਾ ਬੱਚਾ ਘਰ ਵਿਹਲਾ ਬੈਠਿਆ ਰਹੇ, ਪਰ ਪੰਜਾਬ ਦੇ ਵਿੱਚ ਇੱਕ ਇਹ ਬਣ ਗਿਆ ਕਿ ਸਾਡਾ ਨੌਜਵਾਨ ਘਰ ਤੋਂ ਬਾਹਰ ਨਾ ਨਿਕਲੇ, ਕਿਉਂਕਿ ਜੇ ਕਿਸੇ ਵੀ ਜਥੇਬੰਦੀ ਦੇ ਨਾਲ ਕਿਸੇ ਲਹਿਰ ਦੇ ਵਿੱਚ ਜਾਂਦਾ ਤਾਂ ਉਹਨਾਂ ਨੂੰ ਖਦਸ਼ਾ ਸੀ ਕਿ ਪੁਰਾਣਾ ਉਹੀ ਕਾਲਾ ਦੌਰ ਮੁੜ ਕੇ ਉਸ ਦੌਰ ਦੇ ਵਿੱਚ, ਜਿਵੇਂ ਨੌਜਵਾਨਾਂ ਨੂੰ ਸੱਤਾ ਧਿਰ ਵੱਲੋਂ ਤੇ ਦੂਜਿਆਂ ਵੱਲੋਂ ਜਿਹੜੇ ਉਹਨਾਂ ਦੇ ਕਾਊਂਟਰ ਦੇ ਵਿੱਚ ਸੀ, ਦੋਨੋਂ ਪਾਸੇ ਦੀ ਜਿਹੜੀ ਦਹਿਸ਼ਤਗਰਦੀ ਸੀ ਉਹਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਵੱਡਾ ਹਿੱਸਾ ਲੋਕ ਆਪਣੇ ਬੱਚਿਆਂ ਨੂੰ ਜੇ ਕਹਿ ਲਈਏ ਘਰਾਂ ਦੇ ਵਿੱਚ ਰੱਖਣਾ ਚਾਹੁੰਦੇ ਸੀ, ਤੇ ਜੇ ਬੱਚੇ ਨੂੰ ਘਰ ਦੇ ਵਿੱਚ ਰੱਖਿਆ ਜਾਊਗਾ, ਜੇ ਉਹ ਕੋਈ ਅਗਾਂਹ ਵਧੂ ਲਹਿਰਾਂ ਦੇ ਨਾਲ, ਸਮਾਜ ਦੇ ਵਿੱਚ ਚੱਲ ਰਹੀਆਂ ਲਹਿਰਾਂ ਨਾਲ ਨਹੀਂ ਜੁੜੂਗਾ, ਤੇ ਦੂਜੇ ਪਾਸੇ ਉਹਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਦਿੱਤਾ ਜਾਊਗਾ, ਉਹਦੇ ਭਵਿੱਖ ਲਈ ਕੋਈ ਸੁਰੱਖਿਅਤ ਰਸਤਾ ਨਹੀਂ ਹੋਊਗਾ, ਤਾਂ ਉਸਨੇ ਦੋਏ ਕੰਮ ਕਰਨੇ ਨੇ ਕਿ ਜਾਂ ਉਹਨੇ ਨਸ਼ਿਆਂ ਦੇ ਵਿੱਚ ਗਰਕਣਾ, ਜਾਂ ਸਮਾਜ ਹੋਰ ਮਾੜੀਆਂ ਅਲਾਮਤਾਂ ਨੇ ਜਿਹੜੀਆਂ ਉਸ ਪਾਸੇ ਰੁਚਿਤ ਹੋਣਾ। ਨੌਜਵਾਨਾਂ ਦੀ ਇਸ એનર્ਜੀ ਨੂੰ ਵਰਤਿਆ ਨਹੀਂ ਹੈ ਆਪਣਾ ਸਰਕਾਰਾਂ ਨੇ, ਤੇ ਨਾ ਮਾਪਿਆਂ ਨੇ ਵੱਡੇ ਹਿੱਸੇ ਦੇ ਵਿੱਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਕਹਿ ਲਈਏ ਅਗਾਂਹ ਵਧੂ ਲਹਿਰਾਂ ਵੱਲ ਜਾਣ ਦੇ ਲਈ ਕੋਈ ਪ੍ਰੇਰਿਤ ਉਸ ਤਰ੍ਹਾਂ ਦਾ ਕਲਚਰ ਨਾ ਇੱਥੇ ਰਿਹਾ ਹੈਗਾ। ਇਸ ਚੀਜ਼ ਕਰਕੇ ਕੀ ਹੋਇਆ ਕਿ ਇੱਥੇ ਖਲਾਅ ਪੈਦਾ ਹੋਇਆ। ਖਾਲਿਸਤਾਨੀ ਲਹਿਰ ਤੋਂ ਬਾਅਦ ਲੰਮਾ ਸਮਾਂ ਵਿਦਿਆਰਥੀ ਯੂਨੀਅਨਾਂ ਵੀ ਕਹਿ ਲਈਏ ਇੱਥੇ ਖਤਮ ਹੋ ਗਈਆਂ, ਨੌਜਵਾਨ ਜਥੇਬੰਦੀਆਂ ਵੀ ਬਹੁਤ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਸੀ। ਪਰ 21ਵੀਂ ਸਦੀ ਦੇ ਸ਼ੁਰੂ ਦੇ ਵਿੱਚ ਲਗਾਤਾਰ ਕਹਿ ਲਈਏ ਇਹ ਵਿਦਿਆਰਥੀ ਜਥੇਬੰਦੀਆਂ ਦੀ ਮਿਹਨਤ ਹੋਵੇ
ਨੌਜਵਾਨ ਜਥੇਬੰਦੀਆਂ ਦੀ ਮਿਹਨਤ ਹੋਵੇ, ਖਾਸ ਤੌਰ ਤੇ ਜਿਹੜੀਆਂ ਤਬਦੀਲੀ ਪਸੰਦ ਇਨਕਲਾਬੀ ਜਥੇਬੰਦੀਆਂ ਸੀ, ਉਹਨਾਂ ਦੀ ਮਿਹਨਤ ਦੀ ਬਦੌਲਤ ਅੱਜ ਫਿਰ ਨੌਜਵਾਨ ਜਿਹੜਾ ਲੋਕ ਸੰਘਰਸ਼ਾਂ ਦੇ ਵਿੱਚ ਆ ਰਿਹਾ। ਕਿਉਂ ਇੱਕ ਸਮੇਂ ਤੱਕ ਭਾਵੇਂ ਲੱਗਦਾ ਸੀ ਕਿ ਆਪਾਂ ਜੇ ਇੱਥੇ ਰੁਜ਼ਗਾਰ ਨਹੀਂ ਮਿਲਦਾ ਹੈਗਾ ਤਾਂ ਵਿਦੇਸ਼ਾਂ ਨੂੰ ਚਲੇ ਜਾਓ, ਪਰ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਜਿਸ ਤਰ੍ਹਾਂ ਕਹਿ ਲਈਏ ਵਿਦੇਸ਼ਾਂ ਦੇ ਵੀ ਦਰਵਾਜ਼ੇ ਬੰਦ ਹੋਏ, ਜਾਂ ਵਿਦੇਸ਼ਾਂ ਦੇ ਵਿੱਚ ਵੀ ਜਿਸ ਤਰ੍ਹਾਂ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਨੇ, ਤੇ ਦੂਜੇ ਪਾਸੇ ਸਰਕਾਰ ਨੇ ਜ਼ਮੀਨਾਂ ਹੜੱਪਣ ਦੇ ਲਈ ਇੱਕ ਨਵੇਂ ਕਾਨੂੰਨ ਲੈ ਆਂਦੇ। ਇਸ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਹ ਲੱਗਿਆ ਕਿ ਹੁਣ ਸਾਨੂੰ ਬਿਲਕੁਲ ਕੰਧ ਦੇ ਨਾਲ ਲਾ ਦਿੱਤਾ ਗਿਆ, ਹੁਣ ਲੜੇ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ। ਇਸ ਦਰਮਿਆਨ ਚੰਗੀ ਸ਼ੁਰੂਆਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ। ਸਾਥੀ ਭੁਪਿੰਦਰ ਜੀ ਬੈਠੇ ਨੇ ਕਿ ਇਹਨਾਂ ਨੇ ਨੌਜਵਾਨਾਂ ਦੀ ਇਸ ਤਾਕਤ ਨੂੰ ਵਰਤਣ ਦੇ ਲਈ, ਕੱਲਾ ਇਹ ਨਹੀਂ ਕਿ ਅਸੀਂ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਭੀੜ ਵਧਾਉਣ ਦੇ ਲਈ ਨੌਜਵਾਨਾਂ ਨੂੰ ਵਰਤਦੀਆਂ ਬਹੁਤ ਰਹੀਆਂ, ਸਿਆਸੀ ਪਾਰਟੀਆਂ ਨੇ ਵੀ ਵਰਤਿਆ, ਤੇ ਉਹਨਾਂ ਨੇ ਵਰਤਿਆ ਬੂਥ ਕੈਪਚਰ ਕਰਾਉਣ ਲਈ, ਉਹਨਾਂ ਨੇ ਵਰਤਿਆ ਨਸ਼ੇ ਵੰਡਣ ਦੇ ਲਈ, ਉਹਨਾਂ ਨੇ ਵਰਤਿਆ ਕਬਜ਼ੇ ਕਰਾਉਣ ਦੇ ਲਈ, ਤੇ ਵਰਤ ਕੇ ਉਹਨਾਂ ਨੂੰ ਗੈਂਗਵਾਰ ਦੇ ਵਿੱਚ ਪਾ ਕੇ ਬਾਅਦ ਦੇ ਵਿੱਚ ਕਹਿ ਲਈਏ ਛੱਡ ਦਿੱਤਾ ਗਿਆ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਗੈਂਗਵਾਰ 'ਚ ਵੀ ਮਾਰੇ ਗਏ। ਪਰ ਕਿਰਤੀ ਕਿਸਾਨ ਯੂਨੀਅਨ ਨੇ ਇੱਕ ਨਵੀਂ ਪਹਿਲ ਕੀਤੀ ਕਿ ਜੇ ਸਿਆਸੀ ਪਾਰਟੀਆਂ ਆਪਣੇ ਯੂਥ ਵਿੰਗ ਬਣਾ ਸਕਦੀਆਂ ਨੇ ਤਾਂ ਕਿਸਾਨ ਜਥੇਬੰਦੀ ਦਾ ਕਿਉਂ ਯੂਥ ਵਿੰਗ ਨਹੀਂ ਬਣਾਇਆ ਜਾ ਸਕਦਾ। ਅਗਲੀ ਗੱਲ, ਜਿਹੜਾ ਨੌਜਵਾਨ ਐਜੀਟੇਸ਼ਨ ਦੇ ਵਿੱਚ ਆ ਰਿਹਾ, ਉਹਨਾਂ ਨੂੰ ਇਸ ਜਥੇਬੰਦੀ ਵੱਲੋਂ ਕੱਲਾ ਇਹ ਨਹੀਂ ਰੱਖਿਆ ਕਿ ਉਹਨਾਂ ਨੂੰ ਆਪਣੀ ਭੀੜ ਵਧਾਉਣ ਦੇ ਲਈ ਰੱਖਣਾ ਹੈਗਾ। ਜੇ ਨੌਜਵਾਨਾਂ ਨੂੰ ਸਿਰਫ ਆਪਣੀ ਭੀੜ ਵਧਾਉਣ ਤੱਕ ਰੱਖਿਆ ਜਾਊਗਾ ਤਾਂ ਅੱਜ ਕਹਿ ਲਈਏ ਕਿਸਾਨ ਅੰਦੋਲਨ ਸਿਖਰਾਂ ਵੱਲ ਜਾ ਰਿਹਾ ਤਾਂ ਅੱਜ ਤਾਂ ਯੂਥ ਆਊਗਾ, ਪਰ ਜੇ ਇਹਨਾਂ ਨੂੰ ਕਿਸੇ ਜ਼ਿੰਮੇਵਾਰੀ ਦੇ ਵਿੱਚ ਨਾ ਪਾਇਆ ਗਿਆ ਤਾਂ ਇਹੀ ਯੂਥ ਮੁੜ ਕੇ ਕਹਿ ਲਈਏ ਇਸ ਮੂਵਮੈਂਟ ਦੇ ਸਮਾਪਤ ਹੋਣ ਤੋਂ ਬਾਅਦ, ਕਿਸੇ ਕਿਨਾਰੇ ਲੱਗਣ ਤੋਂ ਬਾਅਦ ਕਿਸੇ ਨਿਰਾਸ਼ਾ ਦੇ ਵਿੱਚ ਵੀ ਜਾ ਸਕਦਾ ਹੈਗਾ ਜੇ ਇਹ ਅੰਦੋਲਨ ਕਿਸੇ ਪਾਸੇ ਨਹੀਂ ਲੱਗਦਾ। ਇਸ ਕਰਕੇ ਬਹੁਤ ਚੰਗੀ ਪਹਿਲ ਕਦਮੀ ਕੀਤੀ ਕਿ ਇਸ ਯੂਥ ਨੂੰ ਜ਼ਿੰਮੇਵਾਰੀ ਦੇ ਵਿੱਚ ਪਾਈਏ। ਇਸ ਯੂਥ ਦੇ ਵਿੱਚੋਂ ਵੀ ਪਿੰਡਾਂ ਦੇ ਪ੍ਰਧਾਨ, ਇਲਾਕਿਆਂ ਦੇ ਪ੍ਰਧਾਨ, ਜ਼ਿਲ੍ਹਿਆਂ ਦੇ ਪ੍ਰਧਾਨ, ਬਲਾਕਾਂ ਦੇ ਜਾਂ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਆਪਣੇ ਨਾਲ ਬੈਠੇ ਨੇ। ਇਹ ਯੂਥ ਨੂੰ ਇੱਕ ਜ਼ਿੰਮੇਵਾਰੀ ਦੇ ਵਿੱਚ ਪਾ ਕੇ ਸੰਘਰਸ਼ਾਂ ਦੀਆਂ ਕੀ ਪਚੀਦਗੀਆਂ ਨੇ ਉਹਨਾਂ ਨਾਲ ਜੋੜਨ ਦੇ ਲਈ ਨੇੜੇ ਤੋਂ ਇਹ ਕਿਰਤੀ ਕਿਸਾਨ ਯੂਨੀਅਨ ਨੇ ਜਿਹੜਾ ਉਪਰਾਲਾ ਕੀਤਾ, ਸਾਨੂੰ ਲੱਗਦਾ ਕਿ ਇਸ ਤੋਂ ਬਾਅਦ ਪੰਜਾਬ ਦਾ ਯੂਥ ਕਿਸਾਨ ਸੰਘਰਸ਼ਾਂ 'ਚ ਜੇ ਆਉਣਾ ਸ਼ੁਰੂ ਹੋਇਆ, ਲਾਜ਼ਮੀ ਤੌਰ ਤੇ ਇਸ ਯੂਥ ਨੇ ਇਹ ਸੰਘਰਸ਼ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨੀ ਹੈਗੀ। ਜੀ ਭੁਪਿੰਦਰ ਸਿੰਘ ਜੀ, ਤੁਸੀਂ ਇਸ ਮਸਲੇ ਬਾਰੇ ਕੀ ਸਮਝਦੇ ਹੋ, ਜਿਹੜਾ ਨੌਜਵਾਨਾਂ ਦਾ ਮਸਲਾ ਹੈ? ਕਿਉਂਕਿ ਨੌਜਵਾਨ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਕਿ ਜੇ ਨੌਜਵਾਨ ਪੈਸਿਵ ਰਹਿੰਦੇ ਨੇ ਕਿਸੇ ਵੀ ਸੰਘਰਸ਼ ਤੋਂ ਤਾਂ ਉਹਦੀ ਤਾਕਤ ਕਮਜ਼ੋਰ ਹੁੰਦੀ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਇਨਕਲਾਬ ਆਏ ਨੇ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨਾਂ ਨੂੰ ਕਿੰਨਾ ਅਸੀਂ ਚੈਨਲਾਈਜ਼ ਕਰ ਸਕੇ ਹਾਂ? ਕਿੱਥੇ ਪ੍ਰੋਬਲਮਾਂ ਰਹੀਆਂ ਨੇ ਜੇ ਅਜੇ ਤੱਕ ਚੈਨਲਾਈਜ਼ ਨਹੀਂ ਹੋ ਸਕੀ? ਦੇਖੋ ਜੀ, ਇਤਿਹਾਸ ਦੇ ਵਿੱਚ ਵੀ ਨੌਜਵਾਨਾਂ ਦੀ ਵੱਡੀ ਭੂਮਿਕਾ ਰਹੀ ਹੈ। ਚਾਹੇ ਪੰਜਾਬ ਦੀ ਸਿੱਖ ਲਹਿਰ ਲਾ ਲਓ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਾਓ, ਉਹਨਾਂ ਦੀ ਖੁਦ ਨੌਜਵਾਨ ਉਮਰ ਦੇ ਸੀਗੇ, ਬੰਦਾ ਸਿੰਘ ਬਹਾਦਰ ਜੀ ਸੀਗੇ, ਤੇ ਚਾਹੇ ਦੂਸਰੇ ਰੂਸ ਦੇ ਵਿੱਚ ਲਾਓ, ਚਾਈਨਾ 'ਚ, ਕਿਸੇ ਵੀ ਮੁਲਕ ਦੀ ਆਪਾਂ ਉਦਾਹਰਨ ਲੈ ਲਈਏ ਜਿੱਥੇ ਤਬਦੀਲੀ ਹੋਈ ਹੈ ਤਾਂ ਉਹ ਤਬਦੀਲੀ ਨੌਜਵਾਨਾਂ ਨੇ ਕੀਤੀ ਹੈ। ਸਾਡੇ ਉਰੇ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਕਾਲੇ ਦੌਰ ਦੀ ਗੱਲ ਹਰਦੀਪ ਜੀ ਕਰਕੇ ਗਏ ਆ, ਉਸਨੇ ਪੰਜਾਬ ਦੀ ਜਵਾਨੀ ਦਾ ਵੱਡੀ ਪੱਧਰ ਤੇ ਘਾਣ ਕੀਤਾ, ਸਰਕਾਰੀ ਦਹਿਸ਼ਤਗਰਦੀ ਨੇ ਵੀ ਤੇ ਦੂਸਰੇ ਪਾਸੇ ਵੀ। ਤੇ ਇੱਕ ਖਲਾ ਪੰਜਾਬ ਦੇ ਵਿੱਚ ਸੀਗਾ ਕਿ ਪੰਜਾਬ 'ਚ ਇੱਕ ਟਾਈਮ ਅਜਿਹਾ ਸੀ ਕਿ ਨੌਜਵਾਨ ਹੀ ਲੱਭਦੇ ਸੀਗੇ। ਤਾਂ ਉਸ ਤੋਂ ਬਾਅਦ ਦੌਰ ਆਇਆ, ਫਿਰ ਜਿਹੜਾ ਕਲਚਰਲ ਅਟੈਕ ਪੰਜਾਬ ਤੇ ਹੋਇਆ ਜਿਹਦੇ 'ਚ ਨੌਜਵਾਨ ਉਧਰ ਨੂੰ ਚਲੇ ਗਏ, ਫਿਰ ਨਸ਼ਿਆਂ ਦਾ ਅਟੈਕ ਵੀ ਆਇਆ। ਲੇਕਿਨ ਉਸੇ ਦੇ ਵਿੱਚੋਂ 21ਵੇਂ ਦੌਰ ਦੇ ਜਿਹੜੇ ਸੰਘਰਸ਼ ਹੁਣ ਉੱਭਰੇ ਆ, ਇਹਨਾਂ ਸੰਘਰਸ਼ਾਂ ਦੇ ਵਿੱਚ ਜਿਹੜਾ ਅੱਜ ਦਾ ਦੌਰ ਹੈ, ਇਹਦੇ 'ਚ ਸਾਡੀ ਉਹੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਗਾਇਕਾਂ ਪਿੱਛੇ ਲੱਗੀ ਫਿਰਦੀ ਹੈ, ਨਸ਼ੇ ਪਿੱਛੇ ਲੱਗੀ ਫਿਰਦੀ ਹੈ, ਗੈਂਗਵਾਰ 'ਚ ਹੈ, ਤਾਂ ਉਹੀ ਪੀੜ੍ਹੀ ਅੱਜ ਸੜਕਾਂ ਤੇ ਸੰਘਰਸ਼ਾਂ ਦੇ ਮੈਦਾਨਾਂ ਦੇ ਵਿੱਚ ਵੀ ਦਿਖ ਰਹੀ ਹੈ। ਤਾਂ ਅਸੀਂ ਜਦੋਂ ਯੂਥ ਵਿੰਗ ਦਾ ਤਜਰਬਾ ਕੀਤਾ, ਉਸੇ 'ਚੋਂ ਸਾਨੂੰ ਲੱਗਦਾ ਸੀਗਾ ਇਹ ਜਿਹੜੀ ਐਜੀਟੇਸ਼ਨ ਹੈ ਮੋਦੀ ਸਰਕਾਰ ਦੇ ਖਿਲਾਫ ਹੈ, ਇਹ ਲੰਬੀ ਚੱਲਣਾ। ਇਸ ਐਜੀਟੇਸ਼ਨ ਨੇ, ਇਹਦੇ 'ਚ ਕਾਫੀ એનર્ਜੀ ਦੀ ਲੋੜ ਹੈ ਕਿਉਂਕਿ ਇਹ ਫਾਸ਼ੀਵਾਦੀ ਸਰਕਾਰ ਹੈ। ਇਹਨੇ ਛੇਤੀ ਕੀਤਿਆਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਮੁੜਨਾ, ਉਹਦੇ ਲਈ ਜ਼ੋਰ ਅਜਮਾਈ ਹੋਣੀ ਹੈ। ਤਾਂ ਉਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀ ਜਿਹੜੀ ਨੌਜਵਾਨ ਤਾਕਤ ਸੀ ਉਹਨਾਂ ਨੂੰ ਅਸੀਂ ਲਾਮਬੰਦ ਕਰਨ ਦੇ ਲਈ ਯੂਥ ਵਿੰਗ ਦਾ ਗਠਨ ਕੀਤਾ, ਜਿਹਦੇ 'ਚ ਸਾਨੂੰ 6-7 ਜ਼ਿਲ੍ਹਿਆਂ ਦੇ ਵਿੱਚ ਵਧੀਆ ਸਫਲਤਾ ਮਿਲੀ। ਨੌਜਵਾਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਇਹਨਾਂ ਸੰਘਰਸ਼ਾਂ ਦੇ ਵਿੱਚ। ਉਸੇ ਦੇ ਬਦੌਲਤ ਹੈ ਕਿ ਅੱਜ ਜਿਹੜੇ ਦਿਨ ਰਾਤ ਦੇ ਮੋਰਚੇ ਚੱਲ ਰਹੇ ਆ ਤਾਂ ਨੌਜਵਾਨ ਰਾਤਾਂ ਨੂੰ ਵੀ ਡਿਊਟੀ ਨਿਭਾਉਂਦੇ ਆ ਔਰ ਦਿਨੇ ਵੀ ਨਿਭਾਉਂਦੇ ਆ। ਤਾਂ ਇਸ ਨਾਲ
ਸਾਡੇ ਜਿਹੜੇ ਸੰਘਰਸ਼ ਹੈ ਇਹਨਾਂ 'ਚ ਜਿੱਤ ਦੀ ਗਰੰਟੀ ਵੱਜਦੀ ਹੈ ਵੀ ਜਿਹੜੇ ਨੌਜਵਾਨ ਨੇ ਉਹ ਅੱਜ ਵਿਚਾਰਾਂ ਕਰਦੇ ਆ। ਮੈਂ ਰਾਤ ਨੂੰ ਉੱਥੇ ਧਰਨੇ ਤੇ ਹੁੰਦਾ ਸੰਗਰੂਰ ਰੇਲਵੇ ਸਟੇਸ਼ਨ ਤੇ, ਉੱਥੇ ਨੌਜਵਾਨ ਬੈਠਦੇ ਆ ਜਿਹੜੇ, ਤਾਂ ਉਹ ਨੌਜਵਾਨ ਆ ਜਿਹੜੇ ਪਹਿਲਾਂ ਸ਼ਾਮ ਨੂੰ ਬੈਠਦੇ ਚਰਚਾ ਹੋਰ ਗੱਲਾਂ ਦੀ ਹੁੰਦੀ ਸੀ, ਤਾਂ ਹੁਣ ਸਿਆਸੀ ਚਰਚਾ ਹੋ ਰਹੀ ਹੈ। ਇਹ ਪੰਜਾਬ ਦੀ ਫਿਜ਼ਾ, ਪੰਜਾਬ ਦਾ ਮਾਹੌਲ ਬਦਲਿਆ। ਖੁੰਡ ਚਰਚਾ ਜਿਹੜੀ ਨੌਜਵਾਨਾਂ 'ਚ ਪਹਿਲਾਂ ਗੀਤਾਂ ਤੇ ਫਿਲਮਾਂ ਤੇ ਹੁੰਦੀ ਸੀ, ਉਹ ਅੱਜ ਸਿਆਸੀ ਚਰਚਾ ਕਰਨ ਲੱਗਿਆ ਤੇ ਉਹਦੀ ਚੇਤਨਾ ਦੇ ਵਿੱਚ ਵਾਧਾ ਹੋਇਆ। ਇਹ ਮੰਨ ਲਓ ਸ਼ੁਭ ਸ਼ਗਨ ਪੰਜਾਬ ਵਾਸਤੇ ਹੈਗਾ। ਜੀ ਜੀ ਜੀ। ਹਰਦੀਪ ਜੀ, ਮੈਂ ਹੁਣ ਜਿਹੜਾ 21ਵੀਂ ਸਦੀ ਦੇ ਸੰਘਰਸ਼ਾਂ ਵੱਲ ਜਿਹੜਾ ਮੇਨ ਮੋਟਿਵ ਸੀ ਉਸ ਪੁਆਇੰਟ ਵੱਲ ਆ ਰਿਹਾ। ਸਾਡੇ ਕੋਲ ਸਮਾਂ ਵੀ ਇਸ ਤੋਂ ਬਾਅਦ 15 ਮਿੰਟ ਬਚਦੇ ਨੇ, ਅਸੀਂ ਕੁਝ ਸਵਾਲ ਵੀ ਲੈਣੇ ਨੇ। ਸਵਾਲ ਇਹ ਹੈ ਕਿ ਅਸੀਂ ਹੁਣ ਤੱਕ ਇਕੱਲੇ ਲੜਦੇ ਰਹੇ। ਬਹੁਤ ਲੰਮਾ ਇਤਿਹਾਸ ਹੈ ਮੁਲਾਜ਼ਮ ਜਥੇਬੰਦੀਆਂ ਦਾ, ਜਾਂ ਮੁਲਾਜ਼ਮਾਂ ਦੇ ਵਿੱਚੋਂ ਕਹਿ ਲਈਏ ਅਧਿਆਪਕ ਜਥੇਬੰਦੀਆਂ ਦਾ। ਸਾਰੀਆਂ ਇਹ ਜਥੇਬੰਦੀਆਂ ਵੀ ਅਲੱਗ-ਅਲੱਗ ਲੜਦੀਆਂ ਰਹੀਆਂ ਤੇ ਅਸੀਂ ਚਲੋ ਬਹੁਤ ਕੁਝ ਪ੍ਰਾਪਤ ਵੀ ਕੀਤਾ, ਪਰ ਬਹੁਤ ਕੁਝ ਅਪ੍ਰਾਪਤ ਵੀ ਰਹਿ ਗਿਆ। ਬਹੁਤ ਕੁਝ ਉਹ ਸੀ ਜਿਹੜਾ ਅਸੀਂ ਪ੍ਰਾਪਤ ਨਹੀਂ ਕਰ ਸਕੇ ਹੈਗੇ। ਤੇ ਹੁਣ ਇੱਕ ਪਾਸੇ ਮੁਲਾਜ਼ਮ ਵੀ ਸੰਘਰਸ਼ਾਂ ਦੇ ਵਿੱਚ ਨੇ, ਦੂਜੇ ਪਾਸੇ ਕਿਸਾਨ ਦਾ ਸੰਘਰਸ਼ ਚੱਲ ਰਿਹਾ ਤੇ ਹੋਰ ਜਿਹੜੇ ਲੋਕ ਨੇ ਉਹ ਸੰਘਰਸ਼ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਸੰਘਰਸ਼ ਸਾਨੂੰ ਉਸੇ ਪੈਟਰਨ ਤੇ ਲੜਨ ਦੀ ਜ਼ਰੂਰਤ ਹੈ ਜਿਵੇਂ ਅਸੀਂ ਪਹਿਲਾਂ ਲੜਦੇ ਆਏ ਆ, ਜਾਂ ਅਸੀਂ ਇਕੱਠੇ ਹੋ ਕੇ ਲੜਨਾ ਹੈ? ਜੇ ਇਕੱਠੇ ਹੋ ਕੇ ਲੜਨਾ ਫਿਰ ਸਾਨੂੰ ਇੱਕ ਦੂਜੇ ਦੇ ਏਜੰਡਿਆਂ ਨੂੰ ਕਿਵੇਂ ਸਮਝਣਾ ਪੈਣਾ? ਇਸ ਗੱਲ ਤੇ ਮੈਂ ਫੋਕਸ ਕਰਨਾ ਚਾਹੁੰਦਾ। ਇਸ ਗੱਲ ਬਾਰੇ ਦੱਸੋ, ਤੁਸੀਂ ਕੀ ਸੋਚ ਰਹੇ ਹੋ? ਸਾਡਾ ਦੇਖੋ, ਮੈਂ ਸ਼ੁਰੂ ਦੇ ਵਿੱਚ ਗੱਲ ਆਖੀ ਸੀ ਕਿ ਜਿਹੜੀ ਨਵੀਂ ਆਰਥਿਕ ਨੀਤੀਆਂ ਗਵਰਨਮੈਂਟ ਲੈ ਕੇ ਆਈ ਭਾਰਤ ਦੇ ਵਿੱਚ, ਨਰਸਾਓ ਸਰਕਾਰ, ਮਨਮੋਹਨ ਸਿੰਘ ਉਦੋਂ ਵਿੱਤ ਮੰਤਰੀ ਬਣੇ ਸੀ, ਉਦੋਂ ਤੋਂ ਹੀ ਜਿਹੜਾ ਆਰਥਿਕ ਨੀਤੀ ਦੇ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਕਿਸੇ ਮਰਜ਼ੀ ਪਾਰਟੀ ਦੀ ਸਰਕਾਰ ਆਈ, ਆਰਥਿਕ ਨੀਤੀ ਦੇ ਪੱਧਰ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ। ਉਹਨਾਂ ਹੀ ਨੀਤੀਆਂ ਦੀ ਲਗਾਤਾਰਤਾ ਦੇ ਵਿੱਚ ਨਿੱਜੀਕਰਨ, ਵਿਸ਼ਵੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਇਆ ਗਿਆ ਤੇ ਉਹਨਾਂ ਹੀ ਨੀਤੀਆਂ ਦੇ ਤਹਿਤ ਜਿਹੜਾ ਖੇਤੀਬਾੜੀ ਦੇ ਵਿੱਚ ਵੀ ਜਿਹੜਾ ਗੈਟ ਸਮਝੌਤਾ ਕੀਤਾ, ਉਸ ਦੇ ਤਹਿਤ ਕੰਪਨੀਆਂ ਦੇ ਲਈ ਖੇਤੀਬਾੜੀ ਦੇ ਕਾਰੋਬਾਰ ਦੇ ਵਿੱਚ ਹਿੱਸਾ ਪਾਉਣ ਲਈ ਰਸਤੇ ਖੋਲ੍ਹੇ ਗਏ। ਜੇ ਕਹਿ ਲਈਏ ਕਿ ਖੇਤੀ ਕਾਨੂੰਨ ਨੇ ਇਹ ਰਾਤੋਂ ਰਾਤ ਮੋਦੀ ਗਵਰਨਮੈਂਟ ਲੈ ਆਈ, ਇਸ ਤਰ੍ਹਾਂ ਨਹੀਂ ਹੈ। ਇਸ ਲਈ 1990-91 ਦੀਆਂ ਨੀਤੀਆਂ ਤੋਂ ਬਾਅਦ ਜਿੰਨੀਆਂ ਵੀ ਪਾਰਟੀ ਦੀ ਸਰਕਾਰਾਂ ਬਣੀਆਂ, ਸਾਰੀਆਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਇਹ ਵੱਖਰੀ ਗੱਲ ਆ ਕਿ ਜਦੋਂ ਕੋਈ ਸਿਆਸੀ ਪਾਰਟੀ ਵਿਰੋਧੀ ਧਿਰ ਦਾ ਰੋਲ ਅਦਾ ਕਰਦੀ ਹੈਗੀ ਹੈ, ਉਦੋਂ ਉਹ ਸੱਤਾ ਧਿਰ ਨੂੰ ਕਹਿ ਲਈਏ ਕਿ ਰਸਮੀ ਇੱਕ ਵਿਰੋਧ ਕਰਦੀ ਹੈਗੀ ਹੈ, ਉਹ ਦੂਜੇ ਦਰਜੇ ਦੇ ਮੁੱਦਿਆਂ ਦੇ ਉੱਤੇ ਕਰਦੀ ਹੈ ਤੇ ਬੁਨਿਆਦੀ ਮੁੱਦਿਆਂ ਤੇ ਉਦੋਂ ਹੀ ਥੋੜੀ ਬਹੁਤ ਜ਼ਬਾਨ ਉਹ ਖੋਲਦੇ ਨੇ ਜਦੋਂ ਕੋਈ ਲੋਕਾਂ ਦਾ ਸੰਘਰਸ਼ ਉਹਨਾਂ ਨੂੰ ਮਜਬੂਰ ਕਰਦਾ ਹੈਗਾ। ਹੁਣ ਜੇ ਅਸੀਂ ਨਿੱਜੀਕਰਨ, ਵਿਸ਼ਵੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਇਹ ਮੰਨ ਲਈਏ ਕਿ ਇਹਨਾਂ ਨੀਤੀਆਂ ਦੀ ਬਦੌਲਤ ਹੀ ਜਿਹੜਾ ਪੰਜਾਬ ਦਾ ਹੀ ਨਹੀਂ, ਪੂਰੇ ਭਾਰਤ ਦਾ ਜਿਹੜਾ ਮੁਲਾਜ਼ਮ ਤਬਕਾ ਜਾਂ ਇੱਥੋਂ ਦਾ ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ, ਇਹਨਾਂ ਹੀ ਨੀਤੀਆਂ ਦੀ ਬਦੌਲਤ ਇੱਥੇ ਜਿਹੜਾ ਸਰਕਾਰੀ ਮਹਿਕਮੇ ਖਤਮ ਕੀਤੇ ਜਾ ਰਹੇ ਨੇ, ਇਹਨਾਂ ਹੀ ਨੀਤੀਆਂ ਦੇ ਤਹਿਤ ਜਿਹੜਾ ਵਿਦਿਆਰਥੀਆਂ ਤੋਂ ਸਿੱਖਿਆ ਖੋਹੀ ਜਾ ਰਹੀ ਹੈ, ਜਿਹੜੀ ਸਰਕਾਰੀ ਸਿੱਖਿਆ ਸੀ, ਇਹਨਾਂ ਹੀ ਨੀਤੀਆਂ ਦੇ ਬਦੌਲਤ ਖੇਤੀਬਾੜੀ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਨੀਤੀ ਤੇ ਸਰਕਾਰ ਚੱਲ ਰਹੀ ਹੈਗੀ ਹੈ। ਸੋ ਕੁੱਲ ਮਿਲਾ ਕੇ ਜਿਹੜੀ ਨਵੀਂ ਆਰਥਿਕ ਨੀਤੀ ਹੈਗੀ ਆ, ਜਿਹੜਾ ਮਲਟੀਨੇਸ਼ਨਲ ਕੰਪਨੀਆਂ ਨੂੰ ਭਾਰਤ ਦੇ ਦਰਵਾਜ਼ੇ ਖੋਲਦੇ ਨੇ ਲੁੱਟ ਕਰਨ ਦੇ ਲਈ, ਜਿਹੜਾ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਵਾਲੇ ਪਾਸੇ ਜਾਂਦਾ, ਇਹ ਲੜਾਈ ਸਾਰੇ ਵਰਗ ਦੀ ਸਾਂਝੀ ਹੈਗੀ ਹੈ। ਇਸ ਦੇ ਵਿੱਚ ਕਿਸਾਨਾਂ ਦਾ ਵੀ ਉਸ ਤਰ੍ਹਾਂ ਦਾ ਹੀ ਰੋਲ ਹੈਗਾ ਜਿਸ ਤਰ੍ਹਾਂ ਮੁਲਾਜ਼ਮ ਲੜ ਰਹੇ ਨੇ, ਇਸੇ ਤਰ੍ਹਾਂ ਵਿਦਿਆਰਥੀਆਂ ਦਾ ਵੀ ਉਸ ਤਰ੍ਹਾਂ ਦਾ ਰੋਲ ਹੈਗਾ ਜਿਸ ਤਰ੍ਹਾਂ ਮਜ਼ਦੂਰ ਤਬਕੇ ਨੇ ਵੀ ਇਹਨਾਂ ਨੀਤੀਆਂ ਦੇ ਖਿਲਾਫ ਸਮੇਂ-ਸਮੇਂ ਤੇ ਆਵਾਜ਼ ਉਠਾਈ ਹੈਗੀ ਹੈ। ਇਸ ਕਰਕੇ ਜੇ ਅਸੀਂ ਇਹਨਾਂ ਨੀਤੀ ਦੇ ਖਿਲਾਫ ਲੜਾਈ ਲੜਾਂਗੇ ਤਾਂ ਸਾਨੂੰ ਲੱਗਦਾ ਕਿ ਸਾਡੇ ਸੰਘਰਸ਼ ਦੇ ਕੋਈ ਅਸਰਦਾਰ ਨਤੀਜੇ ਆਉਣਗੇ, ਇਹਨਾਂ ਨੀਤੀਆਂ ਨੂੰ ਪੁੱਠਾ ਗੇੜਾ ਲੱਗੂਗਾ। ਨਹੀਂ ਤਾਂ ਹੋ ਇਹ ਰਿਹਾ ਕਿ ਅਸੀਂ ਇੱਕ ਧਿਰ ਦੇ ਖਿਲਾਫ ਲੜਦੇ ਕਈ ਵਾਰ ਦੂਜੀ ਧਿਰ ਨੂੰ ਫਾਇਦਾ ਦੇ ਜਾਂਦੇ ਆ। ਉਦਾਹਰਨ ਦੇ ਤੌਰ ਤੇ ਅੱਜ ਅਸੀਂ ਬਣਦਾ ਇਹੀ ਹੈਗਾ ਕਿ ਅੱਜ ਮੁੱਖ ਦੁਸ਼ਮਣ ਸਾਡਾ ਸੈਂਟਰ ਦੀ ਗਵਰਨਮੈਂਟ ਹੈਗੀ ਹੈ, ਜਿਸ ਨੇ ਖੇਤੀਬਾੜੀ ਆਰਥਿਕਤਾ ਦੇ ਉੱਤੇ ਪੂਰਾ ਇੱਕ ਹੱਲਾ ਬੋਲ ਦਿੱਤਾ ਗਿਆ ਹੈਗਾ। ਪਰ ਇਸ ਦੇ ਨਾਲ ਸਾਡੇ ਸਮਝਣ ਦੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ, ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈਗੀ ਆ, ਉਹ ਇਹਨਾਂ ਨੀਤੀਆਂ ਤੋਂ ਵੱਖਰਾ ਕੁਝ ਨਹੀਂ ਸੋਚਦੀ ਹੈਗੀ। ਜੇ ਕਾਂਗਰਸ ਦੀ ਵੀ ਸਰਕਾਰ ਹੁੰਦੀ ਸੈਂਟਰ ਦੇ ਵਿੱਚ, ਉਹਨਾਂ ਨੇ ਵੀ ਇਹੀ ਕੁਝ ਕਰਨਾ ਸੀ। ਇਸ ਕਰਕੇ ਹੋ ਇਹ ਰਿਹਾ ਕਿ ਜਦੋਂ ਤੋਂ ਸੈਂਟਰ ਗਵਰਨਮੈਂਟ ਦੇ ਖਿਲਾਫ ਲੜਾਈ ਸਿੱਧਤ ਹੋਈ ਹੈਗੀ ਆ, ਤਾਂ ਪੰਜਾਬ ਗਵਰਨਮੈਂਟ ਨੇ ਕਹਿ ਲਈਏ ਇੱਕ ਸੁੱਖ ਦਾ ਸਾਹ ਲਿਆ ਹੋਇਆ। ਪੰਜਾਬ ਗਵਰਨਮੈਂਟ ਜਾਂ ਬੀਜੇਪੀ ਵਿਰੋਧੀ ਸਰਕਾਰਾਂ ਨੇ ਜਿਹੜੀਆਂ,
ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਸਮੁੱਚੇ ਦੇਸ਼ ਦੇ ਲੋਕਾਂ ਦਾ ਮਹਾਨ ਹੈਗਾ ਜਿਹੜਾ ਵਿਰੋਧ ਦੀ ਦਿਸ਼ਾ ਹੈਗੀ ਆ ਉਹ ਸੈਂਟਰ ਗਵਰਨਮੈਂਟ ਵੱਲ ਹੈਗੀ ਹੈ। ਇਸ ਕਰਕੇ ਉਹ ਆਪਣੇ ਸੂਬਿਆਂ ਦੇ ਵਿੱਚ ਜੋ ਜੋ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਨੂੰ ਵੀ ਨਹੀਂ ਪੂਰਾ ਕਰ ਰਹੇ, ਸਗੋਂ ਉਸੇ ਤਰ੍ਹਾਂ ਚੁੱਪ ਚਪੀਤੇ ਤਰੀਕੇ ਨਾਲ ਲੋਕਾਂ ਦੀਆਂ ਸਹੂਲਤਾਂ ਦੇ ਉੱਤੇ ਡਾਕਾ ਮਾਰਨ ਲੱਗੇ ਨੇ। ਉਦਾਹਰਨ ਦੇ ਤੌਰ ਤੇ ਕਰੋਨਾ ਲੋਕਡਾਊਨ ਤੋਂ ਬਾਅਦ ਲੋਕਡਾਊਨ ਦੇ ਦਰਮਿਆਨ ਜਿਹੜਾ ਆਰਥਿਕਤਾ ਨੂੰ ਨੁਕਸਾਨ ਹੋਇਆ, ਇਸ ਦੇ ਲਈ ਪੰਜਾਬ ਗਵਰਨਮੈਂਟ ਨੇ ਇੱਕ ਆਲੂਵਾਲੀਆ ਕਮੇਟੀ ਬਣਾਈ। ਉਸ ਆਲੂਵਾਲੀਆ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਅਸੀਂ ਚੱਕ ਲਈਏ ਤੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਖੇਤੀਬਾੜੀ ਨਾਲ ਜੁੜੇ ਲਿਆਂਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਚੱਕ ਲਈਏ, ਤੁਹਾਨੂੰ ਕਿਤੇ ਵੀ ਕੋਈ ਅੰਤਰ ਨਹੀਂ ਦਿਸੂਗਾ। ਉਹਨਾਂ ਹੀ 3 ਕਾਨੂੰਨਾਂ ਦੀ ਲਗਾਤਾਰਤਾ ਦੇ ਵਿੱਚ ਸਾਨੂੰ ਮੋਂਟੇਕ ਸਿੰਘ ਆਲੂਵਾਲੀਆ ਕਮੇਟੀ ਦੀ ਰਿਪੋਰਟ ਲੱਗੂਗੀ। ਇਸੇ ਤਰ੍ਹਾਂ ਮੁਲਾਜ਼ਮਾਂ ਦੇ ਪੱਖ ਤੋਂ ਸੈਂਟਰ ਗਵਰਨਮੈਂਟ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਇਹਨਾਂ ਦਾ ਜਿਹੜਾ ਮੁਲਾਜ਼ਮਾਂ ਦਾ ਥੋੜਾ ਬਹੁਤਾ ਕੋਈ ਕਾਨੂੰਨ ਕੋਈ ਹੱਕ ਦੇ ਵਿੱਚ ਸੀ, ਜਿਹੜੇ ਸੰਘਰਸ਼ਾਂ ਦੀ ਬਦੌਲਤ ਬਣੇ ਸੀ, ਜਿੱਥੇ ਉਹਨਾਂ ਨੂੰ ਖਤਮ ਕਰ ਰਹੀ ਹੈ ਉੱਥੇ ਪੰਜਾਬ ਗਵਰਨਮੈਂਟ ਆਲੂਵਾਲੀਆ ਕਮੇਟੀ ਦੇ ਰਾਹੀਂ ਹੀ ਇਹ ਚੀਜ਼ ਲੈ ਕੇ ਆਉਂਦੀ ਹੈ ਕਿ ਜਿਹੜਾ ਮੁਲਾਜ਼ਮਾਂ ਦੇ ਉੱਤੇ ਇੱਕ ਨਵਾਂ ਟੈਕਸ ਗਵਰਨਮੈਂਟ ਨੇ ਲਾਇਆ ਸੀ, ਲਗਭਗ ਕਹਿ ਲਈਏ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਦੇ ਨਾਂ ਤੇ, ਉਸ ਨੂੰ ਕਈ ਗੁਣਾ ਹੋਰ ਵਧਾਉਣ ਦੀ ਤਜਵੀਜ਼ ਉਸ ਆਲੂਵਾਲੀਆ ਕਮੇਟੀ ਦੇ ਵਿੱਚ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਸੈਂਟਰ ਗਵਰਨਮੈਂਟ ਦੇ ਮਿਨਿਸਟਰ ਸਿੱਧੇ ਰੂਪ ਦੇ ਵਿੱਚ ਬੋਲਦੀ ਆ ਕਿ ਅਸੀਂ ਜਿੰਨੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚੋਂ ਸਿਰਫ 4 ਮਹਿਕਮੇ ਹੀ ਚਲਾਉਣੇ ਨੇ, ਬਾਕੀ ਸਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦੇਣੇ ਨੇ। ਇਸੇ ਹੀ ਨੀਤੀ ਤੇ ਪੰਜਾਬ ਦੀ ਗਵਰਨਮੈਂਟ ਚੱਲ ਰਹੀ ਹੈਗੀ ਹੈ। ਇਸ ਕਰਕੇ ਜੇ ਅਸੀਂ ਇਹ ਸੋਚੀਏ ਕਿ ਕੱਲਾ ਬੀਜੇਪੀ ਦਾ ਵਿਰੋਧ ਕਰਕੇ, ਕੱਲਾ ਸੈਂਟਰ ਗਵਰਨਮੈਂਟ ਦਾ ਵਿਰੋਧ ਕਰਕੇ ਇਹ ਮਸਲਾ ਹੱਲ ਹੋ ਜਾਊਗਾ, ਜਾਂ ਅਸੀਂ ਇਹ ਵਹਿਮ ਪਾਲ ਲਈਏ ਕਿ ਮੋਦੀ ਨੂੰ ਵੋਟਾਂ ਦੇ ਵਿੱਚ ਹਰਾ ਦਈਏ, ਇਹ ਜਿਹੜਾ ਵੋਟਾਂ ਦੇ ਵਿੱਚ ਹਰਾਉਣ ਵਾਲਾ ਭਰਮ ਹੈਗਾ, ਇਹ ਭਰਮ ਦੇ ਵਿੱਚੋਂ ਜਿੰਨੀ ਜਲਦੀ ਸਾਡੇ ਲੋਕ ਨਿਕਲ ਜਾਣਗੇ ਉਨਾ ਚੰਗਾ ਹੋਊਗਾ। ਵੋਟਾਂ ਦੇ ਵਿੱਚ ਅਸੀਂ ਆਜ਼ਾਦੀ ਤੋਂ ਬਾਅਦ ਲਗਾਤਾਰ ਅਸੀਂ ਕਿਸੇ ਨੂੰ ਹਰਾਉਂਦੇ ਤੇ ਕਿਸੇ ਨੂੰ ਜਿਤਾਉਂਦੇ ਆ ਰਹੇ ਹਾਂ, ਪਰ ਲੋਕਾਂ ਦੀ ਤਕਦੀਰ ਦੇ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਵਾਪਰੀ ਇੱਥੇ। ਇਸੇ ਤਰ੍ਹਾਂ 1991 ਦੀ ਜਿਹੜੀ ਨਵੀਂ ਆਰਥਿਕ ਨੀਤੀ ਦੇ ਪੱਧਰ ਤੇ ਵੇਖ ਲਈਏ, ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆਈ ਉਹਨਾਂ ਦੇ ਵਿੱਚ ਕੋਈ ਸਾਨੂੰ ਬੁਨਿਆਦੀ ਤੌਰ ਤੇ ਕੋਈ ਅੰਤਰ ਨਹੀਂ ਮਿਲਦਾ, ਸਿਰਫ ਇੱਕ ਦੂਜੇ ਨੂੰ ਕਹਿ ਲਈਏ ਕੰਮ ਕਰਨ ਦੇ ਤਰੀਕਿਆਂ 'ਚ ਫਰਕ ਹੋ ਸਕਦਾ। ਮੋਦੀ ਗਵਰਨਮੈਂਟ ਦੇ ਖਿਲਾਫ ਇਸ ਕਰਕੇ ਥੋੜਾ ਸਾਨੂੰ ਲੱਗਦਾ ਕਿ ਵੱਧ ਤਿੱਖੇ ਸੰਘਰਸ਼ਾਂ ਦੀ ਲੋੜ ਆ, ਵੱਧ ਲੰਮੀ ਲੜਾਈ ਦੀ ਇਸ ਕਰਕੇ ਜ਼ਰੂਰਤ ਲੱਗਦੀ ਹੈਗੀ ਹੈ, ਕਿਉਂਕਿ ਮੋਦੀ ਸਰਕਾਰ ਬਹੁਤ ਵੱਡੇ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਆਈ। ਇਸ ਨੂੰ ਲੱਗਦਾ ਕਿ ਜੇ ਅਸੀਂ ਹੁਣ ਨਾ ਕੋਈ ਉਹ ਏਜੰਡੇ ਲਾਗੂ ਕਰ ਸਕੇ ਜਿਹਦੇ ਲਈ ਕਾਂਗਰਸ ਸਰਕਾਰ ਲੰਮੇ ਸਮੇਂ ਤੋਂ ਕਹਿ ਲਈਏ ਜਿਹੜਾ ਕਾਰਪੋਰੇਟ ਦੇ ਨਾਲ, ਮਲਟੀਨੇਸ਼ਨਲ ਕੰਪਨੀਆਂ ਦੇ ਨਾਲ ਜਿਹੜਾ ਕਮਿਟਮੈਂਟਾਂ ਹੋਈਆਂ ਸੀ, ਵਿਸ਼ਵ ਵਪਾਰ ਸੰਗਠਨ ਦਾ ਸਮਝੌਤਾ ਸੀ, ਉਹਨੂੰ ਕਾਂਗਰਸ ਗਵਰਨਮੈਂਟ ਇਸ ਕਰਕੇ ਨਹੀਂ ਲਾਗੂ ਕਰ ਸਕੀ ਕਿਉਂਕਿ ਉਨੀ ਮੈਜੋਰਿਟੀ ਦੇ ਵਿੱਚ ਨਹੀਂ ਆਈ ਸੀ, ਸਾਂਝੀਆਂ ਸਰਕਾਰਾਂ ਦੀ ਮਜਬੂਰੀ ਸੀ। ਪਰ ਮੋਦੀ ਗਵਰਨਮੈਂਟ ਨੂੰ ਲੱਗਦਾ ਕਿ ਜਿੰਨਾ ਹੁਣ ਸਾਡੇ ਕੋਲੇ ਮੈਜੋਰਿਟੀ ਹੈਗੀ ਆ, ਅਸੀਂ ਕਾਰਪੋਰੇਟ ਦਾ ਏਜੰਡਾ ਵੀ ਅੱਗੇ ਵਧਾਉਣਾ ਤੇ ਨਾਲ ਨਾਲ ਦੂਜੇ ਪਾਸੇ ਉਹ ਜਿਸ ਦੂਜੇ ਪਿੱਲਰ ਦੇ ਉੱਤੇ, ਇੱਕ ਕਾਰਪੋਰੇਟ ਦੇ ਪਿੱਲਰ ਦੇ ਉੱਤੇ, ਦੂਜਾ ਇਹ RSS ਦਾ ਜਿਹੜਾ ਇੱਕ ਬੁਨਿਆਦ ਹੋਰ ਪਿੱਲਰ ਹੈਗਾ, 2 ਪਿੱਲਰਾਂ ਦੇ ਉੱਤੇ ਮੋਦੀ ਗਵਰਨਮੈਂਟ ਖੜੀ ਹੈ। ਜਿੱਥੇ ਸਰਮਾਏਦਾਰੀ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ, ਅੱਗੇ ਵਧਾ ਰਹੀ ਹੈ, ਉੱਥੇ ਨਾਲ ਦੀ ਨਾਲ ਸੰਘ ਦੇ ਜਿਹੜੇ ਫਾਸ਼ੀਵਾਦੀ ਏਜੰਡੇ ਨੂੰ ਵੀ ਅੱਗੇ ਵਧਾ ਰਹੀ ਹੈ। ਸੋ ਇੱਥੇ ਜਿਹੜਾ ਮੋਦੀ ਸਰਕਾਰ ਬਿਲਕੁਲ ਫਾਸ਼ੀਵਾਦੀ ਤੌਰ ਤਰੀਕਿਆਂ ਦੇ ਰਾਹੀਂ ਇਹਨੇ ਜੁਡੀਸ਼ਰੀ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ, ਇੱਕ ਤਰ੍ਹਾਂ ਅੱਜ ਦੀ ਡੇਟ 'ਚ ਇਹਨੇ ਚੋਣ ਕਮਿਸ਼ਨ ਦੇ ਉੱਤੇ ਵੀ ਕਬਜ਼ਾ ਕੀਤਾ, ਇਹਨੇ ਜਿੰਨੇ ਸੰਵਿਧਾਨਕ ਅਦਾਰੇ ਸੀ, ਯੂਨੀਵਰਸਿਟੀਆਂ ਸੀ, ਜਿੱਥੋਂ ਕਹਿ ਲਈਏ ਕਿ ਸੁਸਾਇਟੀ ਨੂੰ ਕੋਈ ਦਿਸ਼ਾ ਦੇਣੀ ਹੁੰਦੀ ਹੈ, ਸੁਸਾਇਟੀ ਨੂੰ ਕੰਟਰੋਲ ਕੀਤਾ ਜਾਣਾ, ਇੱਥੋਂ ਤੱਕ ਕਿ ਭਾਰਤ ਦੀ ਜਿਹੜੀ ਫੌਜ ਸੀ ਉਸ ਦਾ ਵੀ ਸਿੱਧੇ ਤੌਰ ਤੇ ਇਹਨਾਂ ਨੇ ਸਿਆਸੀਕਰਨ ਕਰਨ ਦੀ ਨੀਤੀ ਦੇ ਉੱਤੇ ਚੱਲੀ ਹੈਗੀ ਹੈ ਗਵਰਨਮੈਂਟ। ਇਸ ਕਰਕੇ ਇਹ ਇੱਕ ਵੱਡੇ ਦੁਸ਼ਮਣ ਦੇ ਖਿਲਾਫ ਲੋਕਾਂ ਦੀ ਲੜਾਈ ਹੈਗੀ ਹੈ। ਇਸ ਕਰਕੇ ਮੁੱਖ ਫੋਕਸ ਅੱਜ ਦੀ ਡੇਟ ਦੇ ਵਿੱਚ ਜੇ ਕਹਿ ਲਈਏ ਮੁਲਾਜ਼ਮਾਂ ਦੀਆਂ ਮੰਗਾਂ, ਠੀਕ ਆ, ਅਸੀਂ ਇਹਨਾਂ ਮੰਗਾਂ ਤੇ ਵੀ ਲੜਦੇ ਰਹਾਂਗੇ। ਜੇ ਅਸੀਂ ਉਹਨਾਂ ਨੀਤੀਆਂ ਨੂੰ ਪੁੱਠਾ ਮੋੜਾ ਦੇ ਲਈਏ ਤਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਉਸ ਦਿਸ਼ਾ ਵੱਲ ਵਧਣਾ ਪਊਗਾ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਮੁੱਖ ਸੰਘਰਸ਼ ਹੈਗਾ ਮੋਦੀ ਗਵਰਨਮੈਂਟ ਦੇ ਖਿਲਾਫ ਇਹਨਾਂ ਕਾਨੂੰਨਾਂ ਦੇ ਮਾਮਲੇ ਤੇ ਨੰਬਰ 1 ਤੇ ਉਹ ਹੋਣਾ ਚਾਹੀਦਾ, ਉਸ ਦੇ ਵਿੱਚ ਹੀ ਸਾਰੀਆਂ ਜਥੇਬੰਦੀਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਪਰ ਇਸ ਦੇ ਨਾਲ ਹੀ ਜਿਹੜਾ ਆਪਸੀ ਮਤਭੇਦ ਨੇ ਜਿਹੜੇ ਬਹੁਤ ਨਿਗੂਣੇ ਨੇ, ਉਹਨਾਂ ਮਤਭੇਦਾਂ ਨੂੰ ਭੁਲਾ ਕੇ ਸਾਂਝੇ ਸੰਘਰਸ਼ਾਂ ਦੇ ਵਿੱਚ ਯਕੀਨ ਹੋਣਾ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਵੀ ਇਸ ਚੀਜ਼ ਨੂੰ ਸਾਬਤ ਕੀਤਾ ਕਿ ਜੇ ਲੋਕ ਸਾਂਝੇ ਰੂਪ ਦੇ ਵਿੱਚ ਜਥੇਬੰਦੀਆਂ ਚੱਲਣਗੀਆਂ ਤਾਂ ਲੋਕਾਂ ਦਾ ਹੁੰਗਾਰਾ ਮਿਲੂਗਾ।
ਉਹ ਅਧਿਆਪਕਾਂ ਦਾ ਜਿਹੜਾ ਅੰਦੋਲਨ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲਿਆ ਹੋਊਗਾ, ਉਹਦੇ ਵਿੱਚ ਵੀ ਇੱਕ ਸੈਂਟਰਲ ਪੁਆਇੰਟ ਸੀ ਕਿ ਜੇ ਸਾਂਝੇ ਰੂਪ ਦੇ ਵਿੱਚ ਚੱਲੇ ਤਾਂ ਲੋਕਾਂ ਦਾ ਐਡਾ ਵੱਡਾ ਹੁੰਗਾਰਾ ਸੀ, ਉਸ ਤੋਂ ਪਹਿਲਾਂ ਕੱਲੇ ਚੱਲਦੇ ਸੀ ਤਾਂ ਹੁੰਗਾਰਾ ਨਹੀਂ ਸੀ। ਅੱਜ ਜੇ ਪੰਜਾਬ ਦੇ ਵਿੱਚ 31 ਜਥੇਬੰਦੀਆਂ ਇਕੱਠੀਆਂ ਹੋਈਆਂ, ਉਸ ਦੇ ਵਿੱਚੋਂ ਭਾਵੇਂ 1-2 ਜਥੇਬੰਦੀਆਂ ਜੇ ਸਿੱਧੇ ਰੂਪ ਦੇ ਵਿੱਚ ਸਾਂਝੀਆਂ ਦੇ ਰੂਪ 'ਚ ਨਹੀਂ ਹੈਗੀਆਂ, ਪਰ ਜੇ 31 ਜਥੇਬੰਦੀਆਂ ਇਕੱਠੀਆਂ ਹੋਈਆਂ ਤਾਂ ਉਸ ਦੇ ਨਾਲ ਸਫਲ ਪੰਜਾਬ ਬੰਦ ਵੀ ਹੋਇਆ। ਇਸੇ ਤਰ੍ਹਾਂ ਦੇਸ਼ ਪੱਧਰ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਇਕੱਠੀਆਂ ਹੋ ਕੇ ਮੋਦੀ ਸਰਕਾਰ ਨੂੰ ਟੱਕਰ ਦੇ ਰਹੀਆਂ ਨੇ। ਤਾਂ ਇਸ ਦੇ ਨਾਲ ਇੱਕ ਜਰਨਲ ਆਮ ਉਭਾਰ ਹੈਗਾ, ਜਿਹੜੇ ਲੋਕ ਕਦੇ ਜਥੇਬੰਦੀਆਂ ਵੱਲ ਝਾਕਦੇ ਨਹੀਂ ਸੀ, ਉਹ ਵੀ ਸਿਆਸੀ ਪਾਰਟੀਆਂ ਦੇ ਝੰਡੇ ਸੁੱਟ ਕੇ, ਆਪਣੇ ਘਰਾਂ ਦੇ ਵਿੱਚ ਸੁੱਟ ਕੇ ਜਾਂ ਆਪਣੇ ਸਿਆਸੀ ਪਾਰਟੀਆਂ ਦਾ ਝੰਡਾ ਚੁੱਕਣ ਦੀ ਬਜਾਏ ਉਹ ਜਥੇਬੰਦੀਆਂ ਦਾ ਝੰਡਾ ਚੁੱਕ ਕੇ ਆ ਰਹੇ ਨੇ। ਇਹ ਇੱਕ ਸੰਕੇਤ ਹੈਗਾ ਕਿ ਜੇ ਸੰਘਰਸ਼ਾਂ ਨੂੰ ਵਧਾਵਾਂਗੇ ਤਾਂ ਲਾਜ਼ਮੀ ਤੌਰ ਤੇ ਲੋਕ ਆਉਣਗੇ, ਸਾਂਝੇ ਸੰਘਰਸ਼ਾਂ ਤੋਂ ਲਾਂਭੇ ਹੋ ਕੇ ਚੱਲਾਂਗੇ ਤਾਂ ਲੋਕ ਨਕਾਰ ਦੇਣਗੇ ਸਾਨੂੰ। ਜੀ ਬਿਲਕੁਲ 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 ਦਰੁਸਤ ਅਪਰੋਚ ਹੈ ਤੁਹਾਡੀ। ਭੁਪਿੰਦਰ ਸਿੰਘ ਜੀ, ਮੈਂ ਤੁਹਾਡੇ ਨਾਲ ਵੀ ਅਖੀਰ ਤੇ ਇੱਕੋ ਇਹੀ ਸਵਾਲ ਕਰਨਾ ਚਾਹੁੰਦਾ ਕਿ ਕਿਰਤੀ ਤੇ ਕਿਸਾਨ ਬਹੁਤ ਸਮਾਂ ਤੇ ਆਪਸ ਦੇ ਵਿੱਚ ਟਕਰਾਉਂਦੇ ਰਹੇ ਨੇ। ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਜਿੱਥੇ ਕਿਰਤੀਆਂ ਨੇ ਕਿਸਾਨਾਂ ਦੇ ਖਿਲਾਫ ਜਾਂ ਕਿਸਾਨਾਂ ਨੇ ਕਿਰਤੀਆਂ ਦੇ ਖਿਲਾਫ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ, ਜਿਹਦੇ ਕਰਕੇ ਇਹਨਾਂ ਦੋਵਾਂ ਦੇ ਵਿੱਚ ਦੋਵੇਂ ਕਿਰਤੀ ਵਰਗ ਨੇ ਦੋਨਾਂ 'ਚ ਦੁਫੇੜ ਕਿਤੇ ਪਈ। ਪਰ ਹੁਣ ਸੰਘਰਸ਼ਾਂ ਨੇ ਸਾਨੂੰ ਇੱਕ ਪਲੇਟਫਾਰਮਾਂ ਤੇ ਇਕੱਠੇ ਹੋਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਸਾਂਝੀ ਲੜਾਈ ਲੜੀਏ। ਤੁਹਾਨੂੰ ਕੀ ਲੱਗਦਾ ਕਿ ਅਸੀਂ ਕਿੰਨੇ ਕੁ ਚੇਂਜ ਹੋਏ ਆ ਜਾਂ ਕਿੰਨਾ ਕੁ ਬਦਲਣਾ ਬਾਕੀ ਹੈ ਅਜੇ ਸਾਡਾ? ਡਾਕਟਰ ਸਾਹਿਬ, ਜਿਹੜੀ ਇਹ ਗੱਲ ਹੈ ਤੇ ਦੇਖੋ, ਵਿਰੋਧ ਤਾਂ ਸਾਡੇ ਅੰਦਰ ਵੀ ਪਏ ਹੁੰਦੇ ਆ, ਸਮਾਜ ਦੇ ਵਿੱਚ ਵੀ ਹੈ, ਤੇ ਇਹ ਗੱਲ ਸਹੀ ਹੈ ਕਿ ਹਜੇ ਪਿੰਡਾਂ ਦੇ ਵਿੱਚ ਇਹ ਵਿਰੋਧ ਪਏ ਆ ਜੀ। ਤਾਂ ਸਾਡੀ ਜਿਹੜੀ ਮੌਜੂਦਾ ਸਮੇਂ ਦੀ ਗਵਰਨਮੈਂਟ ਹੈ, ਜਿਵੇਂ ਹਰਦੀਪ ਜੀ ਪਹਿਲਾਂ ਕਹਿ ਕੇ ਗਏ ਆ ਕਿ ਇੱਥੇ 2 ਪਿੱਲਾਂ ਤੇ ਖੜੀ ਹੈ, ਇੱਕ ਕਾਰਪੋਰੇਟ ਸੈਕਟਰ ਤੇ ਦੂਸਰਾ ਜਿਹੜਾ ਸੰਘ ਪਰਿਵਾਰ। ਤਾਂ ਉਹ ਸੰਘ ਦਾ ਫਾਸ਼ੀਵਾਦੀ ਏਜੰਡਾ ਹੈ, ਉਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ ਹੈ ਵੀ ਲੋਕਾਂ ਦੇ ਵਿੱਚ ਜਿਹੜੇ ਵਿਰੋਧ ਨੇ ਵਧਣ। ਤਾਂ ਪਰ ਜਿਹੜੇ ਕਿਰਤੀ ਲੋਕਾਂ ਦੀ ਲੜਾਈ ਹੈ ਉਹਦੇ ਲਈ ਜ਼ਰੂਰੀ ਹੈ ਕਿ ਕਿਰਤੀ ਲੋਕਾਂ ਦਾ ਏਕਾ ਹੋਵੇ। ਤਾਂ ਸਾਨੂੰ ਇਹ ਚੀਜ਼ ਵੀ ਸਾਡੇ ਸੰਘਰਸ਼ ਸਿਖਾਉਂਦੇ ਆ। ਇਤਿਹਾਸ ਦੇ ਵਿੱਚ ਅਸੀਂ ਸਿੱਖਿਆ ਕਿ ਚਾਹੇ ਸਿੱਖ ਲਹਿਰ ਦਾ ਇਤਿਹਾਸ ਦੇਖ ਲਈਏ, ਉਹਦੇ ਵਿੱਚ ਵੀ ਸਾਰਾ ਜਿੰਨਾ ਕਿਰਤੀ ਵਰਗ ਸੀਗਾ ਉਹ ਸਾਰਿਆਂ ਨੂੰ ਇਕੱਠੇ ਕੀਤਾ ਗੁਰੂ ਸਾਹਿਬ ਨੇ। ਤੇ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਜਦੋਂ ਪੰਜਾਬ ਨੂੰ ਜਿੱਤਿਆ, ਸਰਹੰਦ ਨੂੰ ਜਿੱਤਿਆ, ਤੇ ਉਰੇ ਖਾਲਸਾ ਰਾਜ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ, ਪਿੰਡ ਪੱਧਰੀ ਖਾਲਸਾ ਪੰਚਾਇਤਾਂ ਬਣਾਈਆਂ, ਉਹ ਸਾਰਾ ਜਦੋਂ ਆਪਾਂ ਪੜ੍ਹਦੇ ਆ, ਇਤਿਹਾਸ ਦੀ ਫਰੋਲਾ ਫਰਾਲੀ ਕਰਦੇ ਆ, ਉਹ ਚੀਜ਼ ਸਾਹਮਣੇ ਆਉਂਦੀ ਹੈ ਕਿ ਸਾਰੇ ਲੋਕਾਂ ਨੂੰ, ਕਿਰਤੀ ਲੋਕਾਂ ਨੂੰ ਇਕੱਠੇ ਕੀਤਾ। ਤਾਂ ਸੈਂਟਰਲ ਪੁਆਇੰਟ ਇਹ ਹੈ ਵੀ ਅੱਜ ਵੀ ਜੇ ਕਿਰਤੀ ਲੋਕ ਨੇ ਉਹ ਇਕੱਠੇ ਹੋ ਕੇ ਲੜ ਰਿਹਾ ਤਾਂ ਉਹਨਾਂ ਨੂੰ ਇਕੱਠਿਆਂ ਸੰਘਰਸ਼ ਰਾਹੀਂ ਕੀਤਾ ਜਾ ਸਕਦਾ ਹੈ। ਉਹਨਾਂ 'ਚ ਜਿਹੜੇ ਵਖਰੇਵੇਂ ਆ ਉਹਨਾਂ ਨੂੰ ਉਹਨਾਂ ਦੀ ਸਕੂਲਿੰਗ ਕਰਕੇ ਜਾਂ ਕਲਾਸ ਲਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਸਮਝਾਇਆ ਜਾ ਸਕਦਾ, ਜਿੰਨੇ ਵਧੀਆ ਤਰੀਕੇ ਨਾਲ ਸੰਘਰਸ਼ਾਂ ਦੇ ਵਿੱਚ ਆ ਕੇ ਉਹ ਆਪ ਸਿੱਖਦੇ ਆ। ਅੱਜ ਵੀ ਕਿਸਾਨਾਂ ਦੇ ਚਾਹੇ ਅੰਦੋਲਨ ਚੱਲ ਰਹੇ ਆ ਤਾਂ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਪੱਧਰ ਤੇ ਸਾਡੇ ਮਜ਼ਦੂਰ ਨੇ ਉਹ ਸ਼ਾਮਲ ਹੋ ਰਹੇ ਆ, ਤੇ ਇੱਥੇ ਸੰਘਰਸ਼ਾਂ ਦੇ ਮੈਦਾਨ 'ਚ ਇਕੱਠੇ ਬੈਠਦੇ ਆ, ਲੜਦੇ ਆ, ਤਾਂ ਉਹਨਾਂ 'ਚ ਸਾਂਝ ਵੱਧਦੀ ਹੈ। ਤਾਂ ਇੱਕੋ ਇੱਕ ਸੰਘਰਸ਼ ਦਾ ਰਸਤਾ ਹੀ ਹੈ ਜਿਹਦੇ ਤੇ ਚੱਲ ਕੇ, ਜਿਹਦੇ 'ਚ ਸ਼ਾਮਲ ਹੋ ਕੇ ਸਾਡਾ ਇਹ ਪਾੜਾ ਖਤਮ ਹੋ ਸਕਦਾ ਹੈ ਤੇ ਸਾਂਝੀ ਲੜਾਈ ਲੜੀ ਜਾ ਸਕਦੀ ਹੈ। ਨਹੀਂ ਤਾਂ ਮੌਜੂਦਾ ਜਿਹੜੀ ਬੀਜੇਪੀ ਗਵਰਨਮੈਂਟ ਹੈ, ਇਹਦੇ ਪਿੱਛੇ RSS ਹੈ, ਉਹਦਾ ਏਜੰਡਾ ਹੀ ਇਹ ਹੈ ਕਿ ਜਿਹੜੀ ਮਨੂ ਸਮਿਰਤੀ ਹੈ ਉਹਨੂੰ ਲਾਗੂ ਕਰਨਾ ਹੈ। ਮਨੂ ਸਮਿਰਤੀ ਕੀ ਕਹਿੰਦੀ ਹੈ ਕਿ ਜਿਹੜੇ ਕਿਰਤੀ ਨੇ, ਚਾਹੇ ਉਹਦੇ 'ਚ ਕਿਸਾਨ ਹੈ ਚਾਹੇ ਦਲਿਤ ਹੈ, ਉਹਨਾਂ ਨੂੰ ਤਾਂ ਉਹ ਇਨਸਾਨ ਹੀ ਨਹੀਂ ਸਮਝਦੇ, ਪਸ਼ੂਆਂ ਦੇ ਬਰਾਬਰ ਉਹਨਾਂ ਨੂੰ ਸਮਝਦੇ ਆ। ਤੇ ਉਹੇ ਜਿਹੇ ਲੋਕ ਅੱਜ ਸੱਤਾ ਤੇ ਬੈਠੇ ਆ ਤੇ ਉਹ ਕਦੋਂ ਚਾਹਣਗੇ ਵੀ ਕਿਰਤੀ ਇਕੱਠੇ ਹੋ ਜਾਣ। ਇਸ ਕਰਕੇ ਸਾਡੀ ਲੋੜ ਹੈ, ਸਾਡੇ ਸੰਘਰਸ਼ਾਂ ਦੀ ਲੋੜ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਪਾੜਾ ਘਟੇ, ਉਹਦੇ ਲਈ ਪਿੰਡਾਂ 'ਚ ਪ੍ਰਚਾਰ ਹੈ ਤੇ ਲਗਾਤਾਰ ਸੰਘਰਸ਼ਾਂ 'ਚ ਆ ਕੇ ਹੀ ਉਹ ਇਹ ਗੱਲਾਂ ਸਮਝ ਰਹੇ ਆ ਤੇ ਪੋਜ਼ਿਟਿਵ ਹੈ। ਬਹੁਤ ਵਧੀਆ। ਹਰਪ੍ਰੀਤ ਕੌਰ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਹੁਣ ਕਿਤੇ ਤੁਸੀਂ ਕਨੈਕਟ ਹੋਏ ਹੋ ਮੇਰੇ ਖਿਆਲ ਪਿਛਲੇ ਸਮੇਂ ਦੇ ਵਿੱਚ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਹੈਲੋ, ਹਾਂਜੀ ਸਰ, ਹਾਂਜੀ ਮੈਨੂੰ ਅਫਸੋਸ ਹੈ ਕਿ ਤੁਸੀਂ ਪੂਰੇ ਐਪੀਸੋਡ ਦੇ ਵਿੱਚੋਂ ਚਲੋ ਕਨੈਕਟੀਵਿਟੀ ਕਾਰਨ ਕਰ ਰਹੇ ਹੋ। ਜੇ ਤੁਸੀਂ ਹੁਣ ਕੁਝ ਅਖੀਰ ਤੇ ਵਿਦਿਆਰਥੀਆਂ ਦੇ ਐਂਗਲ ਤੋਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਜੀ ਹਰਪ੍ਰੀਤ ਕੌਰ ਜੀ। ਹੈਲੋ, ਹਾਂਜੀ ਸਰ, ਹਾਂ ਤੁਹਾਡੀ ਆਵਾਜ਼ ਆ ਰਹੀ ਹੈ ਪਰ ਨਹੀਂ ਸ਼ੋਰ ਹੈ। ਹਾਂਜੀ ਬੋਲੋ ਜੀ ਪਲੀਜ਼। ਹਾਂਜੀ ਸਰ। ਹਾਂ, ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਅਖੀਰ ਤੇ ਤੁਸੀਂ ਇਸ ਐਂਗਲ ਤੋਂ ਕੁਝ ਕਹਿਣਾ ਚਾਹੁੰਦੇ ਹੋ ਕਿ ਵਿਦਿਆਰਥੀਆਂ ਨੂੰ ਵੀ ਇਸ ਕਿਸਮ ਦੀਆਂ
ਇਸ ਕਿਸਮ ਦੀ ਸਮਝ ਬਣਾਉਣ ਦੀ ਜ਼ਰੂਰਤ ਹੈ ਕਿ ਜਿਹੜੇ ਬਾਕੀ ਸੰਘਰਸ਼ ਚੱਲ ਰਹੇ ਨੇ ਉਹਨਾਂ ਦੇ ਨਾਲ ਵਿਦਿਆਰਥੀ ਜੁੜਨ ਤੇ ਉਹਨਾਂ ਦੀ ਸਪੋਰਟ ਉਹਨਾਂ ਦੇ ਨਾਲ ਹੋਵੇ, ਤਾਂ ਹੀ ਵਿਦਿਆਰਥੀ ਵੀ ਆਪਣੀਆਂ ਮੰਗਾਂ ਮਨਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਸਿਸਟਮ ਦੇ ਵਿੱਚ। ਤੁਸੀਂ ਇਹਦੇ ਬਾਰੇ ਜੇ ਕੁਝ ਕਹਿਣਾ ਚਾਹੁੰਦੇ ਹੋ ਤਾਂ। ਹਾਂਜੀ ਸਰ, ਬਿਲਕੁਲ। ਵਿਦਿਆਰਥੀ ਵਰਗ ਦਾ ਜਿਹੜਾ ਬੇਸ਼ੱਕ ਉਹਨਾਂ ਦੀਆਂ ਵਿਦਿਆਰਥੀਆਂ ਦੀਆਂ ਹੀ ਮੰਗਾਂ ਨੇ, ਪਰ ਇੱਕ ਵਿਦਿਆਰਥੀ ਜਿਹੜਾ ਇੱਕ ਕਿਸਾਨ ਵੀ ਹਾਂਜੀ ਇੱਕ ਵਿਦਿਆਰਥੀ ਕਿਸਾਨ ਦਾ ਬੱਚਾ ਹੋ ਸਕਦਾ, ਇੱਕ ਮਜ਼ਦੂਰ ਦਾ ਬੱਚਾ ਹੋ ਸਕਦਾ, ਇੱਕ ਵਪਾਰੀ ਵਰਗ ਦਾ, ਇੱਕ ਮੁਲਾਜ਼ਮ ਦਾ। ਉਹਨੂੰ ਲੋੜ ਆ ਵੀ ਜਿਹੜੇ ਉਹ ਸੰਘਰਸ਼ ਕਰਦਾ ਉਹ ਇਹਨਾਂ ਨਾਲ ਰਲ ਕੇ ਵੀ ਜਿਹੜਾ ਉਹ ਕਰ ਸਕਦਾ, ਉਹ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੇ ਲਈ। ਜਿਵੇਂ ਅੱਜ ਕਿਸਾਨ ਆਪਣੀ ਮੰਗਾਂ ਪੂਰੀਆਂ ਕਰਾਉਣ ਦੇ ਲਈ, ਇਹ ਖੇਤੀ ਬਿੱਲਾਂ ਨੂੰ ਵਾਪਸ ਕਰਵਾਉਣ ਦੇ ਲਈ ਸਾਰੇ ਲੋਕਾਂ ਨੂੰ ਨਾਲ ਲਾ ਰਹੇ ਨੇ, ਸਾਰੇ ਲੋਕ ਉਹਨਾਂ ਨਾਲ ਜੁੜ ਰਹੇ ਨੇ। ਨੌਜਵਾਨ ਪੀੜ੍ਹੀ ਹੋ ਗਈ, ਮੁਲਾਜ਼ਮ ਵਰਗ ਹੋ ਗਿਆ, ਸਾਰੇ ਉਹਨਾਂ ਦੀ ਸਪੋਰਟ ਤੇ ਆ ਰਹੇ ਨੇ। ਇਸੇ ਤਰ੍ਹਾਂ ਵਿਦਿਆਰਥੀ ਨੇ ਜਿਹੜੇ ਉਹ ਵੀ ਆਪਣੀਆਂ ਮੰਗਾਂ ਨੂੰ, ਆਪਣੀ ਸਿੱਖਿਆ ਨੂੰ ਬਚਾਉਣ ਦੇ ਲਈ ਇਹਨਾਂ ਦਾ ਜਿਹੜਾ ਸਾਥ ਆ ਉਹ ਲੈ ਸਕਦੇ ਨੇ। ਜੀ ਬਿਲਕੁਲ ਸਰ, ਲੈ ਸਕਦੇ ਨੇ ਉਹ ਇਹਨਾਂ ਦਾ ਸਾਥ, ਤਾਂ ਕਿ ਉਹ ਆਪਣੀਆਂ ਮੰਗਾਂ ਜਿਹੜੀਆਂ ਉਹ ਜਲਦੀ ਪੂਰੀਆਂ ਕਰ ਸਕਣ। ਕਿਉਂਕਿ ਸਾਰੇ ਵਰਗ ਦੇ ਲੋਕਾਂ ਦੀ ਲੜਾਈ ਤਾਂ ਇਸ ਸਿਸਟਮ ਦੇ ਵਿੱਚ ਤਬਦੀਲੀ ਕਰਨਾ ਹੀ ਆ। ਜਿਹੜਾ ਸਿਸਟਮ ਉਹਨਾਂ ਲੋਕਾਂ ਦੀਆਂ ਹੱਕੀ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਦੇ ਰਿਹਾ ਹੈਗਾ, ਉਹਨਾਂ ਨੂੰ ਪੂਰੀਆਂ ਕਰਾਉਣ ਦੇ ਲਈ ਜਾਂ ਇੱਥੇ ਬਰਾਬਰੀ ਦਾ ਸਮਾਜ ਸਿਰਜਣ ਦੇ ਲਈ ਸਾਰੇ ਵਰਗਾਂ ਨੂੰ ਇਕਜੁੱਟ ਹੋ ਕੇ ਇਸ ਸਿਸਟਮ ਦੇ ਖਿਲਾਫ ਲੜਨ ਦੀ ਜਿਹੜਾ ਉਹ ਲੋੜ ਆ। ਜੀ ਬਿਲਕੁਲ ਤੁਸੀਂ ਦੋਸਤ ਕਿਹਾ, ਕਿਉਂਕਿ ਬੇਸਿਕਲੀ ਵਿਦਿਆਰਥੀ ਹੈ ਜਿਹੜਾ ਉਹ ਕਿਸਾਨ ਦਾ ਪੁੱਤ ਹੈ, ਮਜ਼ਦੂਰ ਦਾ ਪੁੱਤ ਹੈ, ਮਿਡਲ ਕਲਾਸ ਦਾ ਪੁੱਤ ਹੈ। ਤਾਂ ਇਹਦਾ ਮਤਲਬ ਜੇ ਵਿਦਿਆਰਥੀ ਉਹ ਲੜਾਈ ਲੜ ਰਿਹਾ ਹੈ ਤਾਂ ਉਹ ਕਿਸਾਨੀ ਦੀ ਲੜਾਈ ਵੀ ਲੜ ਰਿਹਾ, ਨਾਲ ਉਹ ਮਜ਼ਦੂਰ ਦੀ ਲੜਾਈ ਵੀ ਲੜ ਰਿਹਾ ਹੈ। ਇਸੇ ਤਰ੍ਹਾਂ ਜੇ ਕਿਸਾਨ ਲੜ ਰਹੇ ਨੇ ਤਾਂ ਉਹ ਵੀ ਆਪਣੇ ਪੁੱਤਾਂ ਦੀ ਲੜਾਈ ਲੜ ਰਹੇ ਨੇ। ਇਹ ਸਿਸਟਮ ਸਾਰੇ ਆਪਾਂ ਮਿਲ ਕੇ ਬਚਾ ਸਕਦੇ ਹਾਂ। ਇੱਕ ਸਾਂਝੀ ਪਹੁੰਚ ਹੀ ਸਾਨੂੰ ਕਿਸੇ ਪਾਸੇ ਲਾ ਸਕਦੀ ਹੈ। ਤੇ ਮੈਂ ਹੁਣ ਅਖੀਰ ਤੇ ਚਾਹੂੰਗਾ ਜੋ ਕੋਈ ਸਵਾਲ ਕਰਨਾ ਚਾਹੁੰਦਾ ਹੈ, ਅਸੀਂ ਇੱਕ ਦੋ ਦੋਸਤਾਂ ਤੋਂ ਸਵਾਲ ਲੈ ਸਕਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਬੁਲਾਰੇ ਨੇ ਉਹ ਸਾਂਝੇ ਤੌਰ ਤੇ ਉਹਦੇ ਜਵਾਬ ਦੇਣਗੇ। ਕੋਈ ਵੀ ਦੋਸਤ ਕੋਈ ਸਵਾਲ ਕਰਨਾ ਚਾਹੁੰਦਾ ਹੈ? ਹੈਲੋ ਜੀ ਅਮਰਪਾਲ ਜੀ। ਹਾਂਜੀ ਸਰ, ਮੈਂ ਹਰਦੀਪ ਜੀ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਵਿਚਾਰਧਾਰਕ ਤੌਰ ਤੇ ਸਿਧਾਂਤਕ ਤੌਰ ਤੇ ਜਿਹੜੀਆਂ ਵੱਖ-ਵੱਖ ਧਿਰਾਵਾਂ ਨੇ ਜਾਂ ਵੱਖ-ਵੱਖ ਵਿਚਾਰ ਨੇ ਉਹ ਇੱਕ ਦੂਜੇ ਦੇ ਨੇੜੇ ਹੁੰਦੇ ਜਾ ਰਹੇ। ਕੀ ਇਹ ਸਮੇਂ ਦੀ ਲੋੜ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਦੂਸਰਾ ਸਵਾਲ ਮੇਰਾ ਹੈਗਾ ਸੀਗਾ ਭੁਪਿੰਦਰ ਜੀ ਕਿ ਸਾਡੇ ਕੋਲੇ ਨਾਇਕ ਵਿਹੂਣਾ ਸਮਾਜ ਹੈਗਾ ਤੇ ਨੌਜਵਾਨ ਫਿਰ ਕਿਸ ਨੂੰ ਆਪਣਾ ਨਾਇਕ ਚੁਣਨ ਤੇ ਫਿਰ ਚੁਣਨ ਤਾਂ ਕਿਉਂ ਚੁਣਨ, ਇਹਦੇ ਬਾਰੇ। ਜੀ ਹਰਦੀਪ ਜੀ। ਹਾਂਜੀ, ਜਿਹੜਾ ਸਵਾਲ ਕੀਤਾ ਵੀਰ ਨੇ ਕਿ ਵੱਖ-ਵੱਖ ਵਿਚਾਰਾਂ ਦੇ ਲੋਕ ਇੱਕ ਦੂਜੇ ਦੇ ਨੇੜੇ ਆਉਂਦੇ ਜਾ ਰਹੇ ਨੇ, ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਇੱਕ ਦੂਜੇ ਦੇ ਨੇੜੇ ਆਉਣ ਦੀ ਬਜਾਏ ਜੋ ਸਹੀ ਵਿਚਾਰਾਂ ਦੇ ਨੇ ਉਹਦੇ ਨੇੜੇ ਆਉਂਦੇ ਜਾ ਰਹੇ ਨੇ। ਜੋ ਕਹਿੰਦੇ ਕਿ ਸਹੀ ਲਾਈਨ ਤੋਂ, ਸਹੀ ਦਿਸ਼ਾ ਤੋਂ ਭਟਕੇ ਹੋਏ ਸੀ, ਉਹ ਇੱਕ ਸਹੀ ਦਿਸ਼ਾ ਦੇ ਵੱਲ ਅੱਗੇ ਵੱਧ ਰਹੇ ਨੇ। ਤੇ ਉਹ ਸਹੀ ਦਿਸ਼ਾ ਹੈਗੀ ਆ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਵੋਟਾਂ ਰਾਹੀਂ ਸੱਤਾ ਬਦਲ ਕੇ ਸੱਤਾ ਪਰਿਵਰਤਨ ਕਰਨ ਦੀ ਬਜਾਏ ਲੋਕ ਸੰਘਰਸ਼ਾਂ ਦੇ ਰਾਹੀਂ ਆਪਣੇ ਹੱਕਾਂ ਨੂੰ ਬਚਾਉਣ ਦੇ ਲਈ ਜਾਂ ਲੋਕ ਸੰਘਰਸ਼ਾਂ ਦੇ ਰਾਹੀਂ ਕੁਝ ਇਸ ਸਿਸਟਮ ਨੂੰ ਬਦਲਣ ਦੀ ਲੜਾਈ ਹੈ ਜਿਹੜੀ, ਉਸ ਦੇ ਵੱਲ ਲੋਕ ਜਾ ਰਹੇ ਨੇ। ਤੇ ਸਹੀ ਵਿਚਾਰਾਂ ਵਾਲੇ ਲੋਕ ਲਾਜ਼ਮੀ ਤੌਰ ਤੇ ਇੱਕ ਦੂਜੇ ਦੇ ਨੇੜੇ ਆਉਣਗੇ ਤੇ ਜਿਹੜਾ ਵੀ ਕੋਈ ਗਲਤ ਵਿਚਾਰਾਂ ਤੇ ਹੋਊਗਾ ਉਹ ਕਹਿ ਲਈਏ ਕਿ ਉਹਦਾ ਨਖੇੜਾ ਹੋ ਜਾਣਾ ਹੈਗਾ। ਸੰਘਰਸ਼ ਸਹੀ ਤੇ ਗਲਤ ਦਾ ਨਖੇੜਾ ਕਰਦੇ ਨੇ। ਉਦਾਹਰਨ ਦੇ ਤੌਰ ਤੇ ਪਿਛਲੇ ਸਮੇਂ ਦੌਰਾਨ ਜਦੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਹੋਈ, ਉਸ ਸਮੇਂ ਸੰਘਰਸ਼ਾਂ ਨੇ ਬਹੁਤ ਸਾਰੇ ਲੋਕਾਂ ਨੂੰ ਕਹਿ ਲਈਏ ਕਿ ਨੇੜੇ ਲੈ ਕੇ ਆਂਦਾ। ਉਸ ਸਮੇਂ ਦੇ ਸੰਘਰਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਨਿਤਾਰਾ ਵੀ ਹੋਇਆ ਕਿ ਕੌਣ ਕਿੰਨਾ ਇਸ ਸਿਸਟਮ ਦੇ ਖਿਲਾਫ ਖੜ ਸਕਦਾ, ਅੜ ਸਕਦਾ। ਤੇ ਹਰ ਸਮੇਂ ਦੇ ਵਿੱਚ ਜੇ ਅਸੀਂ ਇਹ ਕਹਿ ਲਈਏ ਕਿ
ਇੱਕੋ ਤਰ੍ਹਾਂ ਦੇ ਲੋਕ ਨੇ, ਸਾਰੇ ਲੜਨ ਵਾਲੇ ਹੀ ਹੋਣਗੇ, ਇਹ ਕਦੇ ਵੀ ਨਹੀਂ ਹੋਇਆ। ਦੋਨੋਂ ਤਰ੍ਹਾਂ ਦੇ ਹੀ ਲੋਕ ਰਹਿਣਗੇ। ਕੁਝ ਲੋਕ ਅੱਜ ਦੀ ਡੇਟ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਮੋਦੀ ਸਰਕਾਰ ਨੂੰ ਸਹੀ ਕਹਿੰਦੇ ਹੋਣਗੇ, ਕਿਸਾਨਾਂ ਦੇ ਅੰਦੋਲਨ ਨੂੰ ਗਲਤ ਕਹਿੰਦੇ ਹੋਣਗੇ, ਪਰ ਜਿਹੜੀ ਇੱਕ ਲੋਕ ਲਹਿਰ ਦੀ ਉਸਾਰੀ ਹੋ ਰਹੀ ਹੈ, ਇਹ ਲੱਗਦਾ ਹੈਗਾ ਕਿ ਇਹ ਲੋਕਾਂ ਦੇ ਸੰਘਰਸ਼ ਦੀ ਬਦੌਲਤ ਆ, ਜਾਂ ਕਹਿ ਲਈਏ ਕਿ ਲੋਕਾਂ ਦੀ ਜ਼ਰੂਰਤ ਹੈਗੀ ਆ ਤੇ ਸਰਕਾਰ ਦਾ ਹਮਲਾ ਹੈਗਾ। ਇਸ ਚੀਜ਼ ਦੇ ਵਿੱਚੋਂ ਲੋਕਾਂ ਨੂੰ ਲੱਗਦਾ ਕਿ ਜੇ ਹੁਣ ਇਕੱਠੇ ਨਾ ਹੋਏ ਤਾਂ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਬਖਸ਼ਣਾ ਨਹੀਂ ਹੈ। ਇਸ ਕਰਕੇ ਜਿਹੜੀ ਕਿਸਾਨਾਂ ਦਾ ਅੰਦੋਲਨ ਚੱਲਦਾ, ਇਹ ਬੁਨਿਆਦੀ ਰੂਪ ਦੇ ਵਿੱਚ ਕਿੱਤਾ ਬਚਾਉਣ ਦੀ ਲੜਾਈ ਹੈਗੀ ਆ, ਨਾ ਕਿ ਕਿਸੇ ਇੱਕ ਸਿਆਸੀ ਵਿਚਾਰ ਨੂੰ ਅੱਗੇ ਵਧਾਉਣ ਵਾਲੀ। ਜੀ ਹਾਂ, ਭੁਪਿੰਦਰ ਸਿੰਘ ਲੌਂਗੋਵਾਲ ਜੀ। ਵੀਰ ਨੇ ਸਵਾਲ ਕੀਤਾ ਵੀ ਸਾਡਾ ਜਿਹੜਾ ਸਮਾਜ ਹੈ ਨਾਇਕ ਵਿਹੂਣਾ ਹੈ। ਮੇਰਾ ਖਿਆਲ ਹੈ ਇਹ ਤਾਂ ਸਹੀ ਨਹੀਂ ਹੈ, ਇਨਸਾਫ ਨਹੀਂ ਕਰ ਰਹੇ ਸਾਥੀ, ਕਿਉਂਕਿ ਸਾਡਾ ਇਤਿਹਾਸ ਜਿਹੜਾ ਉਹ ਨਾਇਕਾਂ ਨਾਲ ਭਰਿਆ ਪਿਆ ਹੈ। ਨਾਇਕ ਲਹਿਰਾਂ ਨੇ ਜਿਹੜੀਆਂ ਉਹ ਨਾਇਕ ਸਿਰਜਦੀਆਂ ਨੇ। ਸਿੱਖ ਲਹਿਰ ਦੇ ਮੰਨ ਲਓ ਸੈਂਕੜੇ ਨਹੀਂ ਹਜ਼ਾਰਾਂ ਨਾਇਕ ਸਾਡੇ ਕੋਲੇ ਹੈਗੇ ਆ। ਉਸ ਤੋਂ ਬਾਅਦ ਸਾਡੀ ਆਜ਼ਾਦੀ ਦੀ ਮੂਵਮੈਂਟ ਚੱਲੀ, ਉਹਦੇ ਵਿੱਚ ਗਦਰ ਪਾਰਟੀ ਦੇ ਕਿੱਡੇ ਵੱਡੇ ਨਾਇਕ ਆਪਣੇ ਕੋਲੇ, ਕਰਤਾਰ ਸਿੰਘ ਸਰਾਭੇ ਵਰਗੇ, ਸੋਹਣ ਸਿੰਘ ਭਾਕੜੇ ਵਰਗੇ ਹੈਗੇ ਆ। ਉਸ ਤੋਂ ਬਾਅਦ ਭਗਤ ਸਿੰਘ ਹੋਰੀ ਸਾਡੇ ਨਾਇਕ ਹੈ, ਊਧਮ ਸਿੰਘ ਹੋਰੀ ਸਾਡੇ ਨਾਇਕ ਹੈ। ਤੇ ਹੁਣ ਮੌਜੂਦਾ ਸਮੇਂ ਜੋ ਕਿਸਾਨ ਲਹਿਰ ਚੱਲ ਰਹੀ ਹੈ, ਇਸ ਕਿਸਾਨ ਲਹਿਰ ਨੇ ਵੀ ਨਾਇਕ ਪੈਦਾ ਕਰਨੇ ਹੈ। ਨਾਇਕ ਕੋਈ ਮਾਂ ਦੇ ਪੇਟੋਂ ਨਹੀਂ ਜੰਮਦੇ। ਜਦੋਂ ਵੀ ਲਹਿਰਾਂ ਚੱਲਦੀਆਂ ਨੇ, ਲਹਿਰਾਂ ਦੇ ਵਿੱਚ ਅੱਗੇ ਹੋ ਕੇ ਲੜਨ ਵਾਲੇ ਲੋਕਾਂ ਨੂੰ ਲੋਕ ਆਪਦੇ ਨਾਇਕ ਮੰਨਦੇ ਆ, ਤੇ ਇਹ ਲਹਿਰ ਵੀ ਨਾਇਕ ਪੈਦਾ ਕਰੂਗੀ, ਐਸੀ ਗੱਲ ਨਹੀਂ ਹੈ ਜੀ। ਕੋਈ ਹੋਰ ਦੋਸਤ ਸਵਾਲ ਕਰਨਾ ਚਾਹੁੰਦਾ ਹੈ? ਹਾਂਜੀ ਪਲੀਜ਼, ਜੇ ਕੋਈ ਦੋਸਤ ਹੋਰ ਸਵਾਲ ਕਰਨਾ ਚਾਹੁੰਦਾ ਹੈ ਤਾਂ ਸਵਾਗਤ ਹੈ ਉਹਨਾਂ ਦਾ। ਹਾਂਜੀ ਦੋਸਤੋ, ਮੇਰੇ ਖਿਆਲ ਦੇ ਵਿੱਚ ਟਾਈਮ ਵੀ ਆਪਣਾ ਕਾਫੀ ਹੋ ਗਿਆ, 9:05 ਹੋ ਗਏ। 1 ਘੰਟੇ ਦਾ ਆਪਣਾ ਪ੍ਰੋਗਰਾਮ ਸੀ, ਘੰਟੇ ਤੋਂ 5 ਮਿੰਟ ਉੱਪਰ ਜਾ ਰਹੇ ਹਾਂ ਤੇ ਵਕਤ ਆ ਰਿਹਾ ਸਾਡੇ ਬੁਲਾਰਿਆਂ ਦਾ ਧੰਨਵਾਦ ਕਰਨ ਦਾ। ਬਹੁਤ ਸਾਰੀਆਂ ਚੀਜ਼ਾਂ ਸਾਡੇ ਮਨਾਂ ਦੇ ਵਿੱਚ ਅਜੇ ਪਈਆਂ ਨੇ, ਬਹੁਤ ਸਾਰੇ ਤੌਖਲੇ ਵੀ ਪਏ ਨੇ, ਬਹੁਤ ਸਾਰੇ ਏਜੰਡੇ ਇਹੋ ਜਿਹੇ ਨੇ ਜਿਹੜੇ ਅੱਜ ਭਵਿੱਖ ਦੇ ਵਿੱਚ ਤੈਅ ਹੋਣੇ ਨੇ। ਇਹ ਕੋਈ ਦੋ ਰਾਏ ਨਹੀਂ ਕਿ ਸੰਘਰਸ਼ਾਂ ਨੇ ਨਵੀਂ ਜ਼ਮੀਨ ਤਿਆਰ ਕਰਨੀ ਹੁੰਦੀ ਹੈ, ਸੰਘਰਸ਼ਾਂ ਨੇ ਨਵੇਂ ਨਾਇਕ ਪੈਦਾ ਕਰਨੇ ਹੁੰਦੇ ਨੇ, ਸੰਘਰਸ਼ਾਂ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਉਣਾ ਹੁੰਦਾ ਹੈ, ਸੰਘਰਸ਼ਾਂ ਨੇ ਆਉਣ ਵਾਲੇ ਸਮੇਂ ਦੀਆਂ ਦਿਸ਼ਾਵਾਂ ਤੈਅ ਕਰਨੀਆਂ ਹੁੰਦੀਆਂ ਨੇ। ਬਣਿਆ ਬਣਾਇਆ ਕੁਝ ਵੀ ਨਹੀਂ ਮਿਲਦਾ ਹੈਗਾ, ਨਾ ਬਣੇ ਬਣਾਏ ਨਾਇਕ ਮਿਲਦੇ ਨੇ, ਨਾ ਬਣੇ ਬਣਾਏ ਰਾਹ ਮਿਲਦੇ ਨੇ। ਜਿੱਡੇ ਵੱਡੇ ਹਮਲੇ ਹੋ ਰਹੇ ਨੇ, ਉਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਲਈ ਹੀ ਸਾਨੂੰ ਇੱਕ ਦੂਜੇ ਦੇ ਨੇੜੇ ਆਉਣਾ ਪੈ ਰਿਹਾ ਹੈ। ਇਹਦਾ ਮਤਲਬ ਹਮਲਿਆਂ ਦੀ ਇੱਕ ਪੋਜ਼ਿਟਿਵ ਭੂਮਿਕਾ ਵੀ ਸਮਾਜ ਦੇ ਵਿੱਚ ਹੁੰਦੀ ਹੈ ਕਿ ਉਹ ਉਹਨਾਂ ਕਰਕੇ ਬਹੁਤ ਸਾਰੀਆਂ ਤਰ੍ਹਾਂ ਇੱਕ ਦੂਜੇ ਦੇ ਨੇੜੇ ਆਉਂਦੀਆਂ ਨੇ। ਮੈਂ ਅਖੀਰਲੇ ਕਮੈਂਟ ਦੇ ਰੂਪ ਦੇ ਵਿੱਚ ਹਰਦੀਪ ਹੋਰਾਂ ਤੋਂ 2 ਮਿੰਟ ਦੇ ਲਈ ਕਹਿਣਾ, ਜੋ ਆਖਰੀ ਕਮੈਂਟ ਕਰਨਾ ਚਾਹੁੰਦੇ ਨੇ ਉਹ, ਨਹੀਂ ਉਸ ਤੋਂ ਬਾਅਦ ਅਸੀਂ ਸਾਰੇ ਦੋਸਤਾਂ ਦਾ ਧੰਨਵਾਦ ਕਰੀਏ। ਹਾਂਜੀ ਡਾਕਟਰ ਸਾਹਿਬ, ਇਹੋ ਸੀ ਇੱਕ ਜਿਹੜਾ ਸਵਾਲ ਵੀਰ ਨੇ ਕੀਤਾ ਸੀ ਨਾਇਕਾਂ ਦੇ ਬਾਰੇ, ਭੁਪਿੰਦਰ ਜੀ ਨੇ ਜਵਾਬ ਦਿੱਤਾ। ਮੈਂ ਇਸ ਤੇ ਇੱਕ ਚੀਜ਼ ਕਹਿਣੀ ਹੈ ਕਿ ਆਪਣੇ ਸਮੇਂ ਦੇ ਵਿੱਚ ਜਿਹੜੇ ਲੋਕ ਇਸ ਸਿਸਟਮ ਦੇ ਖਿਲਾਫ, ਆਪਣੇ ਸਮੇਂ ਦੇ ਗਲਤ ਪ੍ਰਬੰਧ ਦੇ ਖਿਲਾਫ ਲੜਦੇ ਨੇ, ਉਹ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰ ਲਓ, ਉਸ ਤੋਂ ਬਾਅਦ ਦੇ ਸਮੇਂ ਤੱਕ ਆਜ਼ਾਦੀ ਲਹਿਰ ਦੇ ਸਮੇਂ ਦੇ ਤੋਂ ਕਰ ਲਓ, ਤੇ ਸਮੇਂ ਦੇ ਸਮਾਜ ਨੇ ਉਹਨਾਂ ਨੂੰ ਉਸ ਤਰ੍ਹਾਂ ਨਾਇਕ ਦਾ ਰੁਤਬਾ ਨਹੀਂ ਦਿੱਤਾ ਹੈ। ਨਾਇਕ ਦਾ ਰੁਤਬਾ ਇਤਿਹਾਸ ਦੇ ਵਿੱਚ ਇੱਕ ਦੌਰ ਬੀਤ ਜਾਣ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਹੁੰਦਾ ਕਿ ਕੌਣ ਨਾਇਕ ਸੀ ਤੇ ਕੌਣ ਖਲਨਾਇਕ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਹੋਣ, ਆਪਣੇ 10 ਗੁਰੂਆਂ ਦਾ ਇਤਿਹਾਸ ਹੈਗਾ, ਉਸ ਤੋਂ ਬਾਅਦ ਜਿੰਨਾ ਸਿੱਖਾਂ ਨੇ ਗੁਰੀਲਾ ਲੜਾਈ ਲੜੀ, ਜਿੰਨੀਆਂ ਕੁਰਬਾਨੀਆਂ ਕੀਤੀਆਂ, ਉਹ ਵੀ ਇਤਿਹਾਸ ਆ। ਗਦਰ ਪਾਰਟੀ ਦਾ ਇਤਿਹਾਸ ਆ, ਭਗਤ ਸਰਾਭਿਆਂ ਦਾ ਸਾਡਾ ਇਤਿਹਾਸ ਹੈਗਾ ਜਿਹੜਾ। ਜਾਂ ਉਸ ਤੋਂ ਬਾਅਦ ਜਿਹੜਾ ਨਕਸਲਵਾੜੀ ਦੌਰ ਦੇ ਵਿੱਚ ਵੀ ਜੇ ਕਹਿ ਲਈਏ ਬਹੁਤ ਸ਼ਹਾਦਤਾਂ ਲੋਕਾਂ ਦੀਆਂ ਹੋਈਆਂ। ਉਦਾਹਰਨ ਦੇ ਤੌਰ ਤੇ ਇੱਕ ਬਹੁਤ ਆਜ਼ਾਦੀ ਤੋਂ ਬਾਅਦ ਦੀ ਗੱਲ ਆ ਕਿ ਸਾਡੇ ਪੰਜਾਬੀ ਦੇ ਕਵੀ ਅਵਤਾਰ ਪਾਸ਼ ਨੇ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਲਈ ਉਹ ਵੀ ਇੱਕ ਨਾਇਕ ਹੈਗੇ ਨੇ। ਇਸ ਕਰਕੇ ਇਹ ਨਹੀਂ ਹੈ ਗੱਲ ਕਿ ਨਾਇਕ ਪੈਦਾ ਨਹੀਂ ਹੋ ਰਹੇ, ਬਿਲਕੁਲ ਲੋਕ ਲਹਿਰਾਂ ਦੇ ਵਿੱਚੋਂ ਨਾਇਕ ਪੈਦਾ ਹੁੰਦੇ ਨੇ। ਜਿੰਨਾ ਕਹਿ ਲਈਏ ਸਾਡੇ ਤੇ ਜ਼ੁਲਮ ਹੋਣਾ ਹੈਗਾ, ਜਿੰਨਾ ਸਰਕਾਰ ਨੇ ਹੱਲਾ ਬੋਲਣਾ, ਉਨੀ ਜ਼ੋਰਦਾਰ ਆਵਾਜ਼ ਉੱਠਣੀ ਆ, ਉਨੀਆਂ ਲਹਿਰਾਂ ਉੱਠਣਗੀਆਂ ਤੇ ਲਹਿਰਾਂ ਦੇ ਵਿੱਚੋਂ ਨਾਇਕ ਪੈਦਾ ਹੋਣਗੇ। ਤੇ ਨਾਇਕਾਂ ਬਾਰੇ ਫੈਸਲਾ ਆਪਾਂ ਅੱਜ ਦੇ ਸਮੇਂ ਨਹੀਂ ਕਰ ਸਕਦੇ ਕਿ ਸਾਡੇ ਸਮੇਂ ਦੇ ਨਾਇਕ ਕੌਣ ਨੇ। ਅੱਜ ਦੇ ਸਮੇਂ ਦੇ ਨਾਇਕ ਸਾਡੇ
ਜਿਹੜੇ ਲੋਕ ਲਹਿਰਾਂ ਦੇ ਵਿੱਚ ਆਗੂ ਕੰਮ ਕਰ ਰਹੇ ਨੇ, ਜੀ, ਉਹ ਜੀ, ਬਹੁਤ ਜੀ। ਸਾਰੇ ਲੋਕਾਂ ਦੇ ਉਹ ਵੀ ਨਾਇਕ ਨੇ। ਬਿਲਕੁਲ, ਅੱਜ ਬਿਲकुल, बिल्कुल। ਤਾਂ ਕਿਸਾਨ ਜਿਹੜੇ ਹੈਗੇ ਨੇ ਆਪਣੇ ਆਗੂਆਂ ਨੂੰ ਨਾਇਕ ਦੇ ਰੂਪ ਦੇ ਵਿੱਚ ਵੇਖਦੇ ਨੇ, ਵਿਦਿਆਰਥੀ ਨੇ ਆਪਣੇ ਵਿਦਿਆਰਥੀ ਆਗੂਆਂ ਨੂੰ, ਮੁਲਾਜ਼ਮ ਆਗੂਆਂ ਨੂੰ। ਪਰ ਬਿਲਕੁਲ, ਸਮਾਂ ਪੈ ਕੇ ਇਹਨਾਂ ਦੇ ਵਿੱਚੋਂ ਲੋਕ ਆਗੂਆਂ ਦਾ ਰੁਤਬਾ ਵੀ ਬਹੁਤ ਸਾਰੇ ਆਗੂ ਹਾਸਲ ਕਰਨਗੇ। ਬਿਲਕੁਲ, ਬਿਲकुल, ਬਿਲकुल। ਇਹਨਾਂ ਸੰਘਰਸ਼ਾਂ ਨੇ ਬਹੁਤ ਕੁਝ ਸਾਨੂੰ ਦੇਣਾ ਹੈ। ਇਹਨਾਂ ਸੰਘਰਸ਼ਾਂ ਨੇ ਸਾਨੂੰ ਇੱਕ ਵਿਰਾਸਤ ਦੇਣੀ ਹੈ, ਸਾਡੇ ਨੌਜਵਾਨਾਂ ਨੂੰ ਇੱਕ ਸੰਘਰਸ਼ ਦੀ ਵਿਰਾਸਤ ਦੇਣੀ ਹੈ, ਸਾਡੇ ਬੱਚਿਆਂ ਨੂੰ ਇੱਕ ਵਿਰਾਸਤ ਦੇਣੀ ਹੈ। ਆਪਾਂ ਦੇਖ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਾਡੇ ਗੀਤ ਬਦਲ ਰਹੇ ਨੇ, ਕਿਵੇਂ ਸਾਡੀਆਂ ਗੱਲਾਂ ਬਦਲ ਰਹੀਆਂ ਨੇ, ਕਿਵੇਂ ਸਾਡੇ ਸੰਵਾਦ ਬਦਲ ਰਹੇ ਨੇ, ਕਿਵੇਂ ਸਾਡੇ ਏਜੰਡੇ ਬਦਲ ਰਹੇ ਨੇ। ਤੇ ਇਹ ਜਿਹੜੇ ਬਦਲਾਅ ਨੇ ਇਹ ਇਹਨਾਂ ਸੰਘਰਸ਼ਾਂ ਦੀ ਬਦੌਲਤ ਹੀ ਨੇ। ਜਦੋਂ ਸਮਾਜ ਦੇ ਵਿੱਚ ਸੰਘਰਸ਼ ਨਹੀਂ ਹੁੰਦਾ ਉਦੋਂ ਸਮਾਜ ਡਾਇਰੈਕਸ਼ਨਲੈਸ ਹੁੰਦਾ ਹੈ, ਪਰ ਜਦੋਂ ਅਸੀਂ ਕਿਸੇ ਮੁੱਦੇ ਤੇ ਦੂਸਦੇ ਹਾਂ ਤਾਂ ਸਾਨੂੰ ਰਾਹ ਆਪਣੇ ਆਪ ਮਿਲਦੇ ਨੇ। ਬਿਲਕੁਲ ਸਹੀ ਗੱਲ ਹੈ ਕਿ ਨਾਇਕ ਪੈਦਾ ਹੋ ਰਹੇ ਨੇ। ਬਿਲਕੁਲ ਸਧਾਰਨ ਤੋਂ ਸਧਾਰਨ ਕਿਸਾਨ ਵੀ ਜਦੋਂ ਦੇਖਦੇ ਆ ਧਰਨਿਆਂ ਤੇ ਜਾ ਕੇ ਕਿਸ ਤਰ੍ਹਾਂ ਸੁਚੇਤ ਹੋ ਕੇ ਬੋਲਦੇ ਨੇ, ਉਹਨਾਂ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਕਾਰਪੋਰੇਟ ਕਿਵੇਂ ਸਾਡੇ ਤੇ ਹਮਲਾ ਕਰ ਰਿਹਾ ਹੈ। ਇਹ ਬਹੁਤ ਵੱਡੀ ਚੇਤਨਾ ਹੈ ਜਿਹੜੀ ਇਸ ਵੇਲੇ ਦਿਖਾਈ ਦੇ ਰਹੀ ਹੈ। ਇਸ ਚੇਤਨਾ ਨੇ ਹੀ ਆਉਣ ਵਾਲੇ ਸੁਨਹਿਰੇ ਭਵਿੱਖ ਦੀ ਬੁਨਿਆਦ ਬਣਨਾ ਹੈ, ਸੰਘਰਸ਼ਾਂ ਦੀ ਬੁਨਿਆਦ ਬਣਨਾ ਹੈ। ਤੇ ਮੈਂ ਉਮੀਦ ਕਰਦਾ ਕਿ ਇਹ ਡਿਬੇਟ ਚੱਲਦੀ ਰਹਿਣੀ ਹੈ। ਆਪਾਂ ਅਗਲੀ ਵਾਰੀ ਕੁਝ ਹੋਰ ਬੁਲਾਰਿਆਂ ਨਾਲ ਅਲੱਗ-ਅਲੱਗ ਸੈਕਸ਼ਨਾਂ ਦੇ ਵਿੱਚ ਕੁਝ ਹੋਰ ਬੰਦੇ ਲੈ ਕੇ ਆਪਾਂ ਸੰਘਰਸ਼ਾਂ ਬਾਰੇ ਗੱਲਬਾਤ ਕਰਾਂਗੇ। ਸੋ ਮੈਂ ਸਾਡੇ ਸਾਰੇ ਬੁਲਾਰਿਆਂ ਦਾ ਹਰਦੀਪ ਟੋਡਰਪੁਰ ਦੀ, ਭੁਪਿੰਦਰ ਲੌਂਗੋਵਾਲ, ਹਰਪ੍ਰੀਤ ਕੌਰ ਭਾਵੇਂ ਪੂਰਨ ਤੌਰ ਤੇ ਆਪਣੇ ਨਾਲ ਸ਼ਾਮਲ ਨਹੀਂ ਹੋ ਸਕੀ, ਪਰ ਜਿੰਨਾ ਕੁ ਸ਼ਾਮਲ ਹੋ ਸਕੇ ਨੇ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਅਧਿਆਪਕ ਨੇ, ਬਹੁਤ ਸਾਰੇ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਲੋਕ ਨੇ, ਤੇ ਬਹੁਤ ਸਾਰੇ ਵਿਦਿਆਰਥੀਆਂ ਨਾਲ ਜੁੜੇ ਹੋਏ ਲੋਕ ਨੇ, ਸਾਹਿਤਕਾਰ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਐਤਵਾਰ ਇੱਕ ਹੋਰ ਨਵੇਂ ਸਬਜੈਕਟ ਨਾਲ ਤੇ ਕੁਝ ਹੋਰ ਨਵੇਂ ਚਿੰਤਕਾਂ ਦੇ ਨਾਲ।